ਫੀਮੇਲ ਕੀ ਮੇਲਸ ਵੀ ਆਪਣੀ ਫਰਸਟ ਪ੍ਰਾਇੋਰਟੀ ਇਹ ਰੱਖਦੇ ਨੇ ਕਿ ਅਸੀਂ ਇੱਕ ਪਰਿਵਾਰ ਦੇ ਨੇੜੇ ਹੀ ਰਹੀਏ। ਵਿਆਹ ਜ਼ਿੰਦਗੀ ਦਾ ਇੱਕ ਹਿੱਸਾ ਹੈ, ਵਿਆਹ ਜ਼ਿੰਦਗੀ ਨਹੀਂ ਹੈ। ਉਹਨਾਂ ਨੂੰ ਮੇਰੇ ਤੇ ਇੰਨਾ ਯਕੀਨ ਸੀ ਕਿ ਰਾਤ ਦੇ 12 ਵਜੇ ਜੇ ਤਬੀਅਤ ਖਰਾਬ ਹੋ ਗਈ ਤੇ ਮੈਂ ਇਹਨੂੰ 12 ਵਜੇ ਡਾਕਟਰ ਲੱਭਣ ਲਈ ਭੇਜਾਂਗਾ ਤਾਂ ਇਹ ਡਾਕਟਰ ਲੱਭ ਕੇ ਲੈ ਕੇ ਆਏਗੀ, ਕਿਤੋਂ ਵੀ ਲੈ ਕੇ ਆਏਗੀ। ਮੇਰਾ ਭਰਾ, ਮੈਂ, ਮੇਰੀ ਸਿਸਟਰ, ਸਾਨੂੰ ਤਿੰਨਾਂ ਨੂੰ ਘਰ ਦੇ ਬੱਚੇ ਮੰਨ ਕੇ ਵੱਡਾ ਕੀਤਾ ਗਿਆ, ਨਾ ਕਿ ਕੁੜੀ ਮੁੰਡੇ ਮੰਨ ਕੇ ਵੱਡਾ ਕੀਤਾ ਗਿਆ। ਮੇਰੇ ਕਮਰੇ 'ਚ ਮੈਨੂੰ ਉਹ ਘਰਾੜੇ ਸੁਣਦੇ ਸੀ ਤਾਂ ਮੈਂ ਸੁੱਤੀ ਰਹਿੰਦੀ ਸੀ। ਮੈਨੂੰ ਨੀਂਦ ਵਿੱਚ ਉਹਨਾਂ ਦੇ ਘਰਾੜੇ ਸੁਣਦੇ ਰਹਿੰਦੇ ਸੀ। ਜਿਵੇਂ ਹੀ ਉਹ ਆਵਾਜ਼ ਆਣੀ ਬੰਦ ਹੁੰਦੀ ਸੀ, ਮੈਂ ਆਪਣੇ ਬੈੱਡ ਤੋਂ ਉੱਤਰ ਕੇ ਉਹਨਾਂ ਦੇ ਕਮਰੇ ਜਾ ਕੇ ਉਹਨਾਂ ਨੂੰ ਦੇਖ ਕੇ ਆਂਦੀ ਸੀ। ਮੇਰਾ ਬਰਥ 79 ਦਾ ਹੈ ਤੇ ਉਸ ਟਾਈਮ ਤੇ ਪਾਪਾ ਨੇ ਲੋੜੀ ਵੰਡੀ ਸੀ ਮੇਰੀ ਅਖੰਡ ਪਾਠ ਕਰਵਾ ਕੇ ਸਾਡੇ ਪਿੰਡ ਦੇ ਵਿੱਚ। ਕੰਮਕਾਜੀ ਥਾਵਾਂ ਕਿ ਅਸੀਂ ਹਰ ਥਾਂ ਜਿੱਥੇ ਵੀ ਜਾਈਏ, ਉਹ ਇੱਕ ਫਰਕ ਅਸੀਂ ਔਰਤ ਤੇ ਮਰਦ ਦਾ ਹਮੇਸ਼ਾ ਹੀ ਦੇਖਦੇ ਹਾਂ। ਮੇਲ ਨੂੰ ਹਮੇਸ਼ਾ ਹੀ ਹਾਇਰ ਪੇ ਸਕੇਲ ਆਫਰ ਹੁੰਦਾ ਹੈ ਇੱਕ ਫੀਮੇਲ ਦੇ ਮੁਕਾਬਲੇ। ਉਹਨਾਂ ਨੂੰ ਹਮੇਸ਼ਾ ਹੀ ਹੁੰਦਾ ਹੈ ਕਿ ਇਸ ਨੂੰ ਘੱਟ ਦਿੱਤਾ ਜਾਵੇ। ਕੋਈ ਨਵੀਂ ਵਿਆਹੀ ਕੁੜੀ ਜੌਬ ਜੁਆਇਨ ਕਰਦੀ ਹੈ ਤਾਂ ਸਾਰੇ ਪਹਿਲਾਂ ਹੀ ਕਹਿੰਦੇ ਨੇ ਥੋੜੇ ਦਿਨਾਂ ਬਾਅਦ ਸ਼ੀ ਵਿਲ ਬੀ ਔਨ ਫੈਮਿਲੀ ਵੇ, ਇਹ ਕੀ ਕੰਮ ਕਰੇਗੀ। ਕਿ ਹਰ ਕਾਮਯਾਬ ਮਰਦ ਦੇ ਪਿੱਛੇ ਇੱਕ ਔਰਤ ਹੁੰਦੀ ਹੈ ਤੇ ਹਰ ਕਾਮਯਾਬ ਔਰਤ ਦੇ ਪਿੱਛੇ ਉਹ ਪਿਤਾ ਹੁੰਦਾ ਹੈ ਜਿਸਨੇ ਸਮਾਜ ਦੀ ਪਰਵਾਹ ਨਾ ਕਰਕੇ ਆਪਣੀ ਬੇਟੀ ਤੇ ਯਕੀਨ ਦਿਖਾਇਆ। ਮੈਨੂੰ ਸਮਝ ਨਹੀਂ ਲੱਗਦੀ ਕਿ ਇੰਡੀਅਨ ਪੇਰੈਂਟਸ ਆਪਣੇ ਬੇਟਿਆਂ ਨੂੰ ਇੰਨੀ ਨਫ਼ਰਤ ਕਿਉਂ ਕਰਦੇ ਨੇ ਕਿ ਉਹ ਆਪਣੀ ਬੇਟੀ ਨੂੰ ਹਰ ਮੁਸੀਬਤ ਲਈ ਤਿਆਰ ਕਰਦੇ ਨੇ। ਤੇ ਉਹ ਮੈਨੂੰ ਰਸਤੇ 'ਚ ਬੋਲ ਰਹੀ ਹੈ ਕਿ ਦੀਦੀ ਮੈਂ ਅਨਪੜ੍ਹ ਹਾਂ, ਮੈਂ ਜਾਵਾਂਗੀ ਕਿੱਥੇ, ਮੈਂ ਇਹਨੂੰ ਛੱਡ ਕੇ ਜਾ ਵੀ ਨਹੀਂ ਸਕਦੀ। ਤੇ ਮੇਰੇ ਮਾਤਾ ਪਿਤਾ ਵੀ ਇਹ ਕਹਿੰਦੇ ਨੇ ਕਿ ਤੈਨੂੰ ਇੱਥੇ ਬੈਠੀ ਨੂੰ ਅਸੀਂ ਖਰਚਾ ਦੇਈ ਜਾਵਾਂਗੇ ਪਰ ਤੂੰ ਸਾਡੇ ਘਰ ਨਾ। ਮੈਂ ਹਮੇਸ਼ਾ ਇਹ ਮੰਨਦੀ ਹਾਂ ਕਿ ਵੀ ਜਿਸ ਕੈਂਸਰ ਵਿੱਚ ਲਾਈਫ ਐਕਸਪੈਕਟੈਂਸੀ 5 ਸਾਲ ਦੀ ਸੀ, ਉਹਨਾਂ ਨੇ 20 ਸਾਲ ਉਸ ਕੈਂਸਰ ਨਾਲ ਕੱਢੇ। ਅਸੀਂ ਜਦੋਂ ਵੀ ਕਿਸੇ ਹਸਪੀਟਲ ਜਾਂਦੇ ਸੀ, ਉਹਨਾਂ ਨੂੰ ਲੈ ਕੇ ਤਬੀਅਤ ਖਰਾਬ ਹੁੰਦੀ ਸੀ, ਮੈਂ ਦੱਸਦੀ ਸੀ ਕਿ ਮਲਟੀਪਲ ਮਾਈਲੋਮਾ ਦੇ ਪੇਸ਼ੈਂਟ ਨੇ ਤੇ 20 ਇਅਰਸ ਤੋਂ ਹੀ ਇਜ਼ with the disease। ਤਾਂ ਮੈਨੂੰ ਫਰਸਟ ਕੁਐਸਚਨ ਇਹੀ ਆਉਂਦਾ ਸੀਗਾ ਕਿ ਹਾਊ ਕੈਨ ਅ ਮਲਟੀਪਲ ਮਾਈਲੋਮਾ ਪੇਸ਼ੈਂਟ ਸਰਵਾਈਵ ਫॉर ਸੋ ਲੌਂਗ। ਮੇਰੇ ਮੰਮੀ ਨੂੰ ਵੀ ਮੇਰੇ ਡੈਡ ਨੇ ਹੀ ਨੌਕਰੀ ਤੇ ਲਗਵਾਇਆ ਸੀ ਜੀ। ਉਹਨਾਂ ਨੂੰ ਵਿਆਹ ਤੋਂ ਬਾਅਦ ਟ੍ਰੇਨਿੰਗ ਦਿੱਤੀ, ਉਹਨਾਂ ਦੀ ਜੌਬ ਉਹਨਾਂ ਨੇ ਲਗਵਾਈ ਤੇ ਉਹਨਾਂ ਨੂੰ ਬੜੀ ਇੱਜ਼ਤ ਨਾਲ। ਮੈਂ ਆਪਣੇ ਪਰਿਵਾਰ ਨੂੰ ਹੀ ਆਪਣਾ ਪ੍ਰੇਰਨਾ ਸਰੋਤ ਮੰਨਦੀ ਹੈਗੀ ਹਾਂ। ਸਾਡੇ ਸਮਾਜ ਵਿੱਚ ਇਹ ਧਾਰਨਾ ਵੀ ਹੈ ਕਿ ਜੇ ਅਸੀਂ ਆਫਿਸਿਸ ਵਿੱਚ ਜਾਂਦੇ ਹਾਂ ਤਾਂ ਇਹ ਮੰਨਿਆ ਜਾਂਦਾ ਹੈ ਕਿ ਜੀ ਇੱਕ ਔਰਤ ਬੌਸ ਨਹੀਂ ਹੋ ਸਕਦੀ। ਪਰ ਇੱਕ ਵਾਰ ਕੁਝ ਗੱਲ ਹੋਈ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਗੱਲ ਨਹੀਂ ਕਰ ਸਕਦੇ, ਤਾਂ ਮੈਨੂੰ ਇਹ ਕਿਹਾ ਗਿਆ ਤੂੰ ਔਕਾਤ ਵਿੱਚ ਰਹਿ। ਤੇ ਇਹ ਗੱਲ ਉਹ ਕਦੇ ਕਿਸੇ ਮੇਲ ਨੂੰ ਨਾ ਕਹਿੰਦੇ, ਮੈਨੂੰ ਸਿਰਫ ਇਸ ਕਰਕੇ ਉਹਨਾਂ ਨੇ ਕਹੀ ਕਿ ਤੂੰ ਇੱਕ ਔਰਤ ਹੈ। ਜੋ ਅੱਜ ਦਾ ਸਮਾਜਿਕ ਢਾਂਚਾ ਹੈ, ਜਿਸ ਤਰ੍ਹਾਂ ਦਾ ਸਮਾਂ ਇਸ ਵੇਲੇ ਚੱਲ ਰਿਹਾ, ਮੁੰਡੇ ਕੁੜੀਆਂ ਦੋਨੇ ਹੀ ਐਕਸਪਲੋਇਟ ਹੋ ਰਹੇ ਨੇ ਅਲੱਗ-ਅਲੱਗ ਤਰੀਕੇ ਨਾਲ। ਰਹੀ ਗੱਲ ਚੰਗੇ ਘਰ ਦੀਆਂ ਧੀਆਂ ਕੋਰਟ ਕਚਹਿਰੀ ਨਹੀਂ ਜਾਂਦੀਆਂ, ਦੇਖੋ ਜੇ ਕੋਰਟ ਕਚਹਿਰੀ ਇੰਨੀ ਬੁਰੀ ਥਾਂ ਹੈ ਤਾਂ ਚੰਗੇ ਘਰ ਦੇ ਮੁੰਡਿਆਂ ਨੂੰ ਵੀ ਨਹੀਂ ਉੱਥੇ ਜਾਣਾ ਚਾਹੀਦਾ। ਸਤਿ ਸ਼੍ਰੀ ਅਕਾਲ। ਬੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਣਦੀਪ ਬੰਦੇਰ ਸਵਾਗਤ ਕਰਦੀ ਹਾਂ। ਦੋਸਤੋ, ਸਾਨੂੰ ਸਾਰਿਆਂ ਨੂੰ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਚੰਗਾ ਲੱਗਦਾ ਹੈ। ਅਸੀਂ ਸਾਰੇ ਕਾਮਯਾਬੀ ਚਾਹੁੰਦੇ ਹਾਂ। ਅਸੀਂ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਣਾ ਚਾਹੁੰਦੇ ਹਾਂ। ਕੋਈ ਨਹੀਂ ਚਾਹੁੰਦਾ ਕਿ ਜੋ ਉਹਨੇ ਕਮਾਇਆ ਜਾਂ ਜੋ ਉਹਨੇ ਜ਼ਿੰਦਗੀ 'ਚ ਹਾਸਲ ਕੀਤਾ ਉਹਦੀਆਂ ਅਗਲੀਆਂ ਪੁਸ਼ਤਾਂ ਉਸ ਤੋਂ ਕੁਝ ਘੱਟ ਕਰਨ। ਅਸੀਂ ਸਾਰੇ ਉਸ ਤੋਂ ਅੱਗੇ ਵਧਣਾ ਚਾਹੁੰਦੇ ਹਾਂ, ਫਿਰ ਚਾਹੇ ਉਹ ਸਾਡੀ ਕੋਈ ਕੰਮਕਾਜੀ ਥਾਂ ਹੋਵੇ ਜਾਂ ਨੌਕਰੀ। ਪਰ ਕੁਝ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਲਈ ਅਹੁਦੇ ਜਾਂ ਰੁਤਬੇ ਕੋਈ ਮਾਇਨੇ ਨਹੀਂ ਰੱਖਦੇ। ਇਹ ਉਹ ਲੋਕ ਹੁੰਦੇ ਨੇ ਜੋ ਮਾਨਸਿਕ ਸੰਤੁਸ਼ਟੀ ਨੂੰ ਸਭ ਤੋਂ ਪਹਿਲ ਦਿੰਦੇ ਨੇ। ਇਹ ਲੋਕ ਇਸ ਚੀਜ਼ ਦੀ ਪਰਵਾਹ ਨਹੀਂ ਕਰਦੇ ਕਿ ਲੋਕੀ ਕੀ ਕਹਿਣਗੇ। ਇਹਨਾਂ ਲਈ ਸਭ ਤੋਂ ਜ਼ਰੂਰੀ ਹੈ ਤਾਂ ਉਹਨਾਂ ਦੀ ਖੁਦ ਦੀ ਖੁਸ਼ੀ। ਸਾਡੇ ਨਾਲ ਜੋ ਅੱਜ ਦੇ ਮਹਿਮਾਨ ਨੇ ਉਹ ਵੀ ਇੱਕ ਇਸ ਤਰ੍ਹਾਂ ਦੀ ਹੀ ਸ਼ਖਸੀਅਤ ਨੇ ਜਿਨ੍ਹਾਂ ਨੇ ਯੂਨੀਵਰਸਿਟੀ ਵਿੱਚ ਪੜ੍ਹਾਉਣਾ ਛੱਡ ਕੇ ਸਕੂਲ ਦੇ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ। ਅਸੀਂ ਤੁਹਾਨੂੰ ਮਿਲਵਾ ਰਹੇ ਹਾਂ ਡਾਕਟਰ ਸੰਦੀਪ ਕੌਰ ਦੇ ਨਾਲ। ਡਾਕਟਰ ਸਾਹਿਬ, ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੁਹਾਡਾ। ਸ਼ੁਕਰੀਆ ਰਣਦੀਪ। ਕਿਵੇਂ ਹੋ? ਮੈਂ ਠੀਕ ਹਾਂ, ਤੁਸੀਂ ਦੱਸੋ ਕਿਵੇਂ ਹੋ? ਮੈਂ ਬਿਲਕੁਲ ਵਧੀਆ। ਤੁਹਾਨੂੰ ਮਿਲ ਕੇ ਹੋਰ ਵੀ ਜ਼ਿਆਦਾ ਵਧੀਆ ਲੱਗਿਆ। ਮੈਨੂੰ ਵੀ ਬਹੁਤ ਖੁਸ਼ੀ ਹੋ ਰਹੀ ਹੈ ਤੁਹਾਡੇ ਚੈਨਲ ਤੇ ਆ ਕੇ। ਜੀ, ਸਭ ਤੋਂ ਪਹਿਲਾਂ ਆਪਣੇ ਅਕਾਦਮਿਕ ਸਫ਼ਰ ਦੇ ਬਾਰੇ 'ਚ ਦੱਸੋ। ਤੁਸੀਂ ਕਿੱਥੋਂ ਪੜ੍ਹਾਈ ਕੀਤੀ ਤੇ ਖੁਦ ਕਿੱਥੇ ਪੜ੍ਹਾਇਆ? ਵੈਸੇ ਤਾਂ ਸਾਡਾ ਪਿਛੋਕੜ ਜਿਹੜਾ ਹੈ ਲੁਧਿਆਣਾ ਜ਼ਿਲ੍ਹੇ ਦਾ ਹੈ, ਪਰ ਮੇਰੇ ਮਾਤਾ ਪਿਤਾ ਦੋਨੇ ਗਵਰਨਮੈਂਟ ਡੈਂਟਲ ਕਾਲਜ ਐਂਡ ਹਸਪੀਟਲ ਪਟਿਆਲਾ ਵਿਖੇ ਜੌਬ ਕਰਦੇ ਸੀ। ਤਾਂ ਮੇਰੀ ਸਾਰੀ ਪੜ੍ਹਾਈ ਜਿਹੜੀ ਹੈਗੀ ਹੈ ਗ੍ਰੈਜੂਏਸ਼ਨ ਤੱਕ ਮੈਂ ਪਟਿਆਲੇ ਪੜ੍ਹੀ ਹਾਂ। ਉਸ ਤੋਂ ਬਾਅਦ ਮੈਂ ਆਪਣੀ MSc ਤੇ PhD ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੋਂ ਕੀਤੀ ਹੈ ਜੀ। PhD ਤੋਂ ਬਾਅਦ ਮਤਲਬ ਆਪਣੀ MSc ਤੋਂ ਬਾਅਦ ਵੀ ਮੈਂ 3 ਸਾਲ ਵੱਖ-ਵੱਖ ਥਾਵਾਂ ਤੇ ਪੜ੍ਹਾਇਆ ਐਜ਼ ਲੈਕਚਰਰ।
PhD ਤੋਂ ਬਾਅਦ ਮੈਂ ਗਵਰਨਮੈਂਟ ਮਹਿੰਦਰਾ ਕਾਲਜ ਪਟਿਆਲਾ ਵਿਖੇ 2 ਸਾਲ ਕੰਮ ਕੀਤਾ ਤੇ ਉਸ ਤੋਂ ਬਾਅਦ ਮੈਂ 6 ਸਾਲ ਯੂਨੀਵਰਸਿਟੀ ਵਿਖੇ ਜੌਬ ਕੀਤੀ। ਜੀ, ਹਰ ਕੋਈ ਅੱਗੇ ਵਧਣਾ ਚਾਹੁੰਦਾ ਹਾਂਜੀ। ਹੈ ਨਾ। ਸਾਨੂੰ ਹੁੰਦਾ ਕਿ ਸਕੂਲ ਤੋਂ ਕਾਲਜ, ਕਾਲਜ ਤੋਂ ਯੂਨੀਵਰਸਿਟੀ। ਤੁਸੀਂ ਯੂਨੀਵਰਸਿਟੀ ਵਿੱਚ ਪੜ੍ਹਾ ਰਹੇ ਸੀ, ਯੂਨੀਵਰਸਿਟੀ ਤੋਂ ਅਚਾਨਕ ਸਕੂਲ ਦੇ ਵਿੱਚ ਪੜ੍ਹਾਉਣਾ ਕੀ ਕਾਰਨ ਬਣਿਆ? ਰਣਦੀਪ, ਜਦੋਂ ਮੈਂ ਛੋਟੀ ਸੀ ਤਾਂ ਮਤਲਬ ਪਿਤਾ ਜੀ ਨੂੰ ਹਮੇਸ਼ਾ ਇਹ ਹੁੰਦਾ ਸੀ ਵੀ ਮੇਰੇ ਬੱਚੇ ਅੱਗੇ ਵਧਣ। ਜਿਵੇਂ ਕਿ ਤੁਸੀਂ ਕਿਹਾ ਕਿ ਹਰ ਕੋਈ ਚਾਹੁੰਦਾ ਕਿ ਸਾਡੇ ਬੱਚੇ ਸਾਡੇ ਤੋਂ ਅੱਗੇ ਜਾਣ, ਤਾਂ ਉਹ ਇੱਕ ਸੁਪਨਾ ਲੈ ਕੇ ਅਸੀਂ ਅੱਗੇ ਵਧੇ ਸੀ। ਤੇ ਮੈਂ MSc PhD ਮਾਈਕਰੋਬਾਇਓਲੋਜੀ ਵਿੱਚ ਕੀਤੀ ਹੈ। ਤਾਂ ਉਹ ਇੱਕ ਵਿਸ਼ਾ ਸੀ ਜਿਹੜਾ ਸਕੂਲ ਲੈਵਲ ਤੇ ਹੁੰਦਾ ਨਹੀਂ ਹੈ, ਤਾਂ ਉਹ ਮੈਨੂੰ ਸੀਗਾ ਕਿ ਮੈਂ ਯੂਨੀਵਰਸਿਟੀ ਜਾਂ ਕਾਲਜ ਵਿੱਚ ਹੀ ਪੜ੍ਹਾਵਾਂਗੀ। ਪਰ ਸਮੇਂ ਦੇ ਨਾਲ ਨਾਲ ਮੇਰਾ ਸਕੂਲ ਮਾਫ ਕਰਨਾ ਕਾਲਜ ਤੇ ਯੂਨੀਵਰਸਿਟੀ ਵਿੱਚ ਮੇਰਾ ਤਕਰੀਬਨ 15 ਸਾਲ ਦਾ ਐਕਸਪੀਰੀਅੰਸ ਰਿਹਾ। ਪਰ ਮਹਿਸੂਸ ਹੋਇਆ ਕਿ ਕਿਤੇ ਕੁਝ ਕਮੀ ਰਹਿ ਰਹੀ ਹੈ। ਮਾਨਸਿਕ ਸੰਤੁਸ਼ਟੀ, ਖਾਸ ਕਰਕੇ ਕੋਵਿਡ ਤੋਂ ਬਾਅਦ ਮੈਂ ਕਾਫੀ ਡਿਸਟਰਬਡ ਫੀਲ ਕੀਤਾ ਆਪਣੀ ਜੌਬ ਤੇ। ਤਾਂ ਉਸ ਤੋਂ ਬਾਅਦ ਮੇਰੇ ਕੋਲ ਇਹ ਆਫਰ ਆਈ ਸਕੂਲ ਦੀ, ਤੇ ਮੈਂ ਉਸ ਸਕੂਲ ਬਾਰੇ ਜਾਣਿਆ। ਮੇਰੀ ਇੱਕ ਫਰੈਂਡ ਜਾਣਕਾਰ, ਮਤਲਬ ਇੱਕ ਨਹੀਂ 2 ਜਾਣਕਾਰ ਉੱਥੇ ਕੰਮ ਕਰ ਰਹੇ ਸੀ, ਤੇ ਮੈਂ ਦੇਖਿਆ ਸੀ ਕਿ ਕਿਸ ਤਰ੍ਹਾਂ ਨਾਲ ਉਹ ਇੱਕ ਸਟੇਬਲ ਲਾਈਫ ਉਹਨਾਂ ਦੀ ਸੀ, ਉਹਨਾਂ ਨੂੰ ਸਿਕਿਉਰਿਟੀ ਸੀ, ਮਾਨਸਿਕ ਤੌਰ ਤੇ ਉਹ ਸੰਤੁਲਿਤ ਸੀ। ਮਤਲਬ ਅਸੀਂ ਸਭ ਆਪਣੀ ਲਾਈਫ ਵਿੱਚ ਇੱਕ ਸਿਕਿਉਰਿਟੀ ਐਂਡ ਸਟੇਬਿਲਿਟੀ ਹਰ ਕੋਈ ਭਾਲਦਾ ਹੈ, ਤੇ ਜਦੋਂ ਮਾਨਸਿਕ ਸ਼ਾਂਤੀ ਤਾਂ ਆਪਣੀ ਜ਼ਿੰਦਗੀ 'ਚ ਹਰ ਕੋਈ ਚਾਹੁੰਦਾ ਹੀ ਹੈ। ਤੇ ਮੈਂ ਉਹਨਾਂ ਨੂੰ ਦੇਖਿਆ ਤੇ ਮੈਨੂੰ ਮਹਿਸੂਸ ਕੀਤਾ ਕਿ ਕੰਮ ਤਾਂ ਮੈਂ ਕਰਨਾ ਹੀ ਹੈ। ਇਸ ਗੱਲ ਨਾਲ ਕੀ ਫਰਕ ਪੈਂਦਾ ਹੈ ਕਿ ਉਹ ਯੂਨੀਵਰਸਿਟੀ ਹੈ, ਕਾਲਜ ਹੈ ਜਾਂ ਸਕੂਲ ਹੈ। ਅਖੀਰ ਵਿੱਚ ਮੈਂ ਇੱਕ ਅਧਿਆਪਕ ਹੀ ਹਾਂ। ਇੱਕ ਅਧਿਆਪਕ ਨੇ ਆਉਣ ਵਾਲਾ ਦੇਸ਼ ਦਾ ਭਵਿੱਖ ਸਿਰਜਣਾ ਹੁੰਦਾ ਹੈ। ਉਹ ਮੈਂ ਸਕੂਲ, ਜੇ ਮੈਂ ਆਪਣਾ ਕੰਮ ਤਨਦੇਹੀ ਨਾਲ ਕਰਾਂਗੀ, ਇਮਾਨਦਾਰੀ ਨਾਲ ਕਰਾਂਗੀ, ਤਾਂ ਮੈਂ ਉਹ ਸਕੂਲ ਲੈਵਲ ਤੇ ਕਰਾਂ, ਚਾਹੇ ਕਾਲਜ ਲੈਵਲ ਤੇ ਕਰਾਂ, ਭਾਵੇਂ ਯੂਨੀਵਰਸਿਟੀ ਲੈਵਲ ਤੇ ਕਰਾਂ, ਮੈਂ ਉਹਨੂੰ ਠੀਕ ਤਰੀਕੇ ਨਾਲ ਕਰ ਸਕਦੀ ਹਾਂ। ਤੇ ਮੈਂ ਇਸੇ ਸਾਲ ਹੀ ਸਕੂਲ ਵਿੱਚ ਸ਼ਿਫਟ ਕੀਤਾ ਹੈ, ਤੇ ਮੈਂ ਬਹੁਤ ਖੁਸ਼ ਹਾਂ ਉੱਥੇ ਜਾ ਕੇ। ਉੱਥੋਂ ਦਾ ਮਾਹੌਲ, ਜੋ ਵੀ ਮੇਰੇ ਆਸ-ਪਾਸ ਲੋਕ ਨੇ, ਸਾਰੇ ਬਹੁਤ ਹੀ ਪੋਜ਼ਿਟਿਵ ਨੇ, ਤੇ ਮੈਨੂੰ ਮੇਰੇ ਫੈਸਲੇ ਦੀ ਖੁਸ਼ੀ ਹੈ ਕਿ ਮੈਂ ਉੱਥੇ ਜਾਣ ਦਾ ਫੈਸਲਾ ਲਿਆ। ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦੇ ਹੋਏ ਅਚਾਨਕ ਸਕੂਲ ਦੇ ਵਿੱਚ ਪੜ੍ਹਾਉਣ ਦਾ ਤੁਸੀਂ ਫੈਸਲਾ ਲਿਆ। ਹੁਣ ਤੁਹਾਨੂੰ ਸਕੂਲ ਦੇ ਵਿੱਚ ਪੜ੍ਹਾਉਂਦੇ ਹੋਏ ਵੀ ਵਕਤ ਹੋ ਗਿਆ ਹੈ, ਤੁਹਾਨੂੰ ਕਦੇ ਇਹ ਨਹੀਂ ਲੱਗਦਾ ਕਿ ਇਹ ਫੈਸਲਾ ਗਲਤ ਸੀ? ਜਿਵੇਂ ਤੁਹਾਨੂੰ ਹੁਣੇ ਕਿਹਾ ਕਿ ਨਹੀਂ, ਇਹ ਮੈਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਇਆ ਕਿ ਇਹ ਫੈਸਲਾ ਗਲਤ ਸੀ। ਮਾਨਸਿਕ ਸ਼ਾਂਤੀ ਜੋ ਮੈਨੂੰ ਉੱਥੇ ਜਾ ਕੇ ਮਿਲ ਰਹੀ ਹੈ, ਜੋ ਮੈਨੂੰ ਖੁਸ਼ੀ ਉੱਥੇ ਜਾ ਕੇ ਮਿਲ ਰਹੀ ਹੈ, ਖਾਸ ਕਰਕੇ ਕੋਵਿਡ ਤੋਂ ਬਾਅਦ ਦੀ ਮੈਂ ਗੱਲ ਕਰ ਰਹੀ ਹਾਂ, ਕਿ ਮੈਂ ਕੁਝ ਡਿਸਟਰਬਡ ਫੀਲ ਕਰ ਰਹੀ ਸੀ। ਮੈਨੂੰ ਮਤਲਬ ਲੱਗ ਰਿਹਾ ਸੀ ਕਿ ਕੁਝ ਮੈਨੂੰ ਅੱਗੇ ਵਧਣਾ ਚਾਹੀਦਾ ਹੈ, ਵੀ ਜਿੱਥੇ ਵੀ ਮੈਂ ਹਾਂ ਉੱਥੋਂ ਮੈਨੂੰ ਕਿਤੇ ਹੋਰ ਜਾਣਾ ਚਾਹੀਦਾ ਹੈ। ਤੇ ਮੈਨੂੰ ਮੌਕਾ ਮਿਲਿਆ ਤੇ ਮੈਂ ਇਹ ਕਦਮ ਚੁੱਕਿਆ, ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਇਹ ਕਦਮ ਚੁੱਕਿਆ। ਇੱਕ ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਾਂਗੀ ਕਿ ਅਕਸਰ ਜਦੋਂ ਅਸੀਂ ਅਜੋਕੇ ਸਿੱਖਿਆ ਪ੍ਰਬੰਧ ਦੀ ਗੱਲ ਕਰਦੇ ਹਾਂ, ਤਾਂ ਇੱਕ ਗੱਲ ਹਮੇਸ਼ਾ ਅਸੀਂ ਸੁਣਦੇ ਹਾਂ ਆਲੇ ਦੁਆਲਿਓਂ, ਜਾਂ ਤੁਸੀਂ ਖੁਦ ਅਧਿਆਪਨ ਦੇ ਨਾਲ ਜੁੜੇ ਹੋਏ ਹੋ, ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਇਹ ਸੁਣਨ ਦੇ ਵਿੱਚ ਆਉਂਦਾ ਕਿ ਅਜੋਕੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵਿੱਚ ਸਹਿਣਸ਼ੀਲਤਾ ਖਤਮ ਹੋ ਰਹੀ ਹੈ, ਜਾਂ ਸਾਡੇ ਸਾਰਿਆਂ ਦੇ ਵਿੱਚ ਹੀ ਸਹਿਣਸ਼ੀਲਤਾ ਖਤਮ ਹੋ ਰਹੀ ਹੈ। ਯੂਨੀਵਰਸਿਟੀ, ਕਾਲਜ, ਸਕੂਲ, ਤੁਹਾਡੇ ਕੋਲ 3 ਥਾਵਾਂ ਦਾ ਅਨੁਭਵ ਹੈ। ਤੁਸੀਂ ਕੀ ਫਰਕ ਵੇਖਦੇ ਹੋ? ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਸਮੇਂ ਤੇ ਹੁਣ ਦੇ ਸਮੇਂ ਦੇ ਵਿਦਿਆਰਥੀਆਂ ਦੇ ਵਿੱਚ ਕੋਈ ਬਦਲਾਅ ਆਇਆ? ਰਣਦੀਪ, ਜੇ ਮੈਂ ਕਹਾਂ ਆਪਣੇ ਸਮੇਂ, ਜੇ ਸਾਡੇ ਦੋਨਾਂ ਦੀ ਜੇ ਸਮੇਂ ਦੀ ਗੱਲ ਕਰੀਏ, ਤਾਂ ਉਸ ਸਮੇਂ ਜਿਹੜਾ ਸਾਡਾ ਐਕਸਪੋਜ਼ਰ ਸੀ ਉਹ ਕਿਤਾਬਾਂ ਤੱਕ ਸੀ। ਸਾਡਾ ਮਤਲਬ ਜੋ ਨੌਲੇਜ ਗੇਨ ਕਰਨ ਦਾ ਜ਼ਰੀਆ ਸੀ, ਕਿਤਾਬਾਂ ਪੜ੍ਹ ਲਓ, ਅਖਬਾਰ ਪੜ੍ਹ ਲਓ, ਜਾਂ ਉਸ ਤੋਂ ਬਾਅਦ ਤੁਸੀਂ TV ਦੇਖ ਲਓ। TV ਤੇ ਦੂਰਦਰਸ਼ਨ ਤੇ ਕੁਝ ਸਿੱਖਿਆਦਾਇਕ ਪ੍ਰੋਗਰਾਮ ਆਉਂਦੇ ਹੁੰਦੇ ਸੀ ਜੋ ਅਸੀਂ ਦੇਖ ਕੇ ਵੱਡੇ ਹੋਏ ਹਾਂ। ਪਰ ਅੱਜ ਦੇ ਸਟੂਡੈਂਟ ਕੋਲ ਸੋਸ਼ਲ ਮੀਡੀਆ ਦਾ ਇੰਨਾ ਵੱਡਾ ਸਮੁਦਾਇ, ਮਤਲਬ ਸਰਕਲ ਹੈ, ਜਾਂ ਸੋਸ਼ਲ ਮੀਡੀਆ ਇੰਨੇ ਲੈਵਲ ਤੇ ਅੱਜ ਦੇ ਸਟੂਡੈਂਟ ਕੋਲ ਅਵੇਲੇਬਲ ਹੈ ਕਿ ਤੁਸੀਂ ਕੋਈ ਵੀ ਚੀਜ਼ ਹੈ ਉਹਦੇ ਬਾਰੇ ਗੂਗਲ ਕਰ ਦਿਓ ਤੇ ਮਿੰਟਾਂ ਸਕਿੰਟਾਂ ਦੇ ਵਿੱਚ, ਮਤਲਬ ਸੈਕਿੰਡਸ ਦੇ ਵਿੱਚ ਤੁਹਾਡੇ ਕੋਲ ਇੰਨੀ ਜਾਣਕਾਰੀ ਅਵੇਲੇਬਲ ਹੁੰਦੀ ਹੈ। ਤਾਂ ਅੱਜ ਦਾ ਜਿਹੜਾ ਸਟੂਡੈਂਟ ਹੈ ਉਹਦੇ ਕੋਲ ਨੌਲੇਜ ਪੂਲ ਬਹੁਤ ਜ਼ਿਆਦਾ ਹੈ। ਨੌਲੇਜ ਪੂਲ ਸਾਡਾ ਜਿਹੜਾ ਸਿਰਫ ਕਿਤਾਬਾਂ ਤੋਂ ਆਉਂਦਾ ਸੀ, ਅੱਜ ਦੇ ਸਟੂਡੈਂਟ ਨੂੰ ਬਹੁਤ ਸਾਰੀਆਂ ਥਾਵਾਂ ਤੋਂ ਉਹ ਨੌਲੇਜ ਮਿਲ ਰਹੀ ਹੈ। ਪਰ ਉਸਨੂੰ ਕਿਵੇਂ ਸਮੇਟਣਾ ਹੈ, ਸਹੇਜਣਾ ਹੈ, ਸਮਝਣਾ ਹੈ, ਉਹ ਸਮਝਣ ਵਿੱਚ ਸਟੂਡੈਂਟ ਨੂੰ ਟਾਈਮ ਲੱਗਦਾ ਹੈ। ਕਿਉਂਕਿ ਜਦੋਂ ਉਹ ਨੈੱਟ ਤੇ ਜਾ ਰਿਹਾ ਹੈ ਤਾਂ ਉੱਥੇ ਪੜ੍ਹਾਈ ਦੇ ਨਾਲ ਨਾਲ ਹੋਰ ਬਹੁਤ ਕੁਝ ਅਵੇਲੇਬਲ ਹੈ।
ਤੇ ਉਹ ਭਟਕਣਾ ਕਿ ਉਹ ਆਪਣੇ ਕੰਮ ਦੀ ਗੱਲ ਨੂੰ ਛੱਡ ਕੇ ਕਿਸੇ ਗਲਤ ਪਾਸੇ ਨਾ ਜਾਵੇ ਜਾਂ ਕੋਈ ਐਸੀ ਚੀਜ਼ ਨਾ ਦੇਖੇ ਜਿਸ ਦੀ ਉਸਨੂੰ ਜ਼ਰੂਰਤ ਨਹੀਂ ਹੈਗੀ ਹੈ, ਉਹ ਸਮਝਣਾ ਸਟੂਡੈਂਟ ਲਈ ਥੋੜ੍ਹਾ ਮੁਸ਼ਕਿਲ ਵੀ ਹੈ ਤੇ ਦਿੱਕਤ ਵੀ ਆਉਂਦੀ ਹੈ ਉਹਨਾਂ ਨੂੰ। ਪਰ ਸਾਡੇ ਸਮੇਂ ਤੇ ਸਟੂਡੈਂਟ ਜਿਹੜਾ ਸੀ ਉਹ ਸਿਰਫ ਉਸ ਪਾਰਟਿਕੂਲਰ ਏਰੀਆ ਤੋਂ, ਕਿਤਾਬਾਂ ਤੇ ਅਖਬਾਰਾਂ ਤੋਂ ਹੀ ਸਿੱਖਦਾ ਸੀ ਜਾਂ ਜੋ ਟੀਚਰ ਉਸਨੂੰ ਦੱਸਦੇ ਸੀ ਉਹ ਸਿੱਖਦੇ ਸੀ। ਤਾਂ ਸਾਡੇ ਵਾਸਤੇ ਜੋ ਸਾਡਾ ਟੀਚਰ ਦੱਸਦਾ ਸੀ ਉਹ ਬਹੁਤ ਮਾਇਨੇ ਰੱਖਦਾ ਹੁੰਦਾ ਸੀ। ਅੱਜ ਦਾ ਸਟੂਡੈਂਟ ਟੀਚਰ ਨੂੰ ਕੁਐਸਚਨ ਕਰਦਾ ਹੈ। ਅੱਜ ਦਾ ਸਟੂਡੈਂਟ ਟੀਚਰ ਨੂੰ ਕੁਐਸਚਨ ਕਰਦਾ ਵੀ ਜੇ ਤੁਸੀਂ ਇਹ ਗੱਲ ਮੈਨੂੰ ਦੱਸ ਰਹੇ ਹੋ ਤਾਂ ਮੈਂ ਤਾਂ ਕਿਤੇ ਇਹ ਪੜ੍ਹਿਆ ਸੀਗਾ ਤਾਂ ਇਹਦਾ ਕੀ ਮਤਲਬ ਹੋਇਆ। ਕਈ ਵਾਰ ਸਟੂਡੈਂਟ ਤੁਹਾਨੂੰ ਗਲਤ ਠਹਿਰਾਉਣ ਤੱਕ ਵੀ ਜਾਂਦੇ ਨੇ, ਪਰ ਉੱਥੇ ਇਹੀ ਹੁੰਦਾ ਵੀ ਜੇ ਤੁਸੀਂ ਆਪਣੇ ਵਿਸ਼ੇ ਵਿੱਚ ਪਰਪੱਕ ਹੋ, ਜੇ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਹੈ, ਤੁਸੀਂ ਚੰਗੀ ਤਰ੍ਹਾਂ ਪੜ੍ਹੇ ਹੋਏ ਹੋ, ਤਾਂ ਤੁਸੀਂ ਸਟੂਡੈਂਟ ਦੀ ਕੁਐਰੀ ਨੂੰ ਸ਼ਾਂਤ ਕਰ ਸਕਦੇ ਹੋ। ਇੱਕ ਗੱਲ ਮੈਨੂੰ ਪਤਾ ਨਹੀਂ ਤੁਹਾਡੇ ਤੋਂ ਪੁੱਛਣੀ ਚਾਹੀਦੀ ਹੈ ਜਾਂ ਨਹੀਂ, ਪਰ ਤੁਸੀਂ ਤੁਹਾਡਾ ਵਿਆਹ ਹਾਲੇ ਤੱਕ ਨਹੀਂ ਹੋਇਆ, ਤੁਸੀਂ ਇਕੱਲੇ ਹੋ। ਤੁਹਾਨੂੰ ਕਦੇ ਇਹ ਲੱਗਿਆ ਕਿ ਸ਼ਾਇਦ ਤੁਸੀਂ ਇਕੱਲੇ ਸੀ, ਤੁਸੀਂ ਇਸ ਕਰਕੇ ਫੈਸਲਾ ਲੈ ਪਾਏ ਕਿ ਤੁਹਾਡੇ 'ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਸੀ ਸਮਾਜਿਕ? ਦੇਖੋ, ਇੱਕ ਮੈਰਿਡ ਫੀਮੇਲ ਜਿਹੜੀ ਹੁੰਦੀ ਹੈ, ਮਤਲਬ ਇੱਕ ਫਰਸਟ ਪ੍ਰਾਇੋਰਟੀ ਹਮੇਸ਼ਾ ਹੀ ਇਹ ਰਹਿੰਦੀ ਹੈ ਕਿ ਮੈਂ ਘਰ ਦੇ ਨੇੜੇ ਰਹਾਂ। ਫੀਮੇਲ ਕੀ ਮੇਲਸ ਵੀ ਆਪਣੀ ਫਰਸਟ ਪ੍ਰਾਇੋਰਟੀ ਇਹ ਰੱਖਦੇ ਨੇ ਕਿ ਅਸੀਂ ਇੱਕ ਪਰਿਵਾਰ ਦੇ ਨੇੜੇ ਹੀ ਰਹੀਏ। ਤੇ ਮੈਂ ਜਦੋਂ ਇਹ ਫੈਸਲਾ ਲਿਆ, ਮੇਰੀ ਫੈਮਿਲੀ ਵੀ ਇਹੀ ਚਾਹੁੰਦੀ ਸੀਗੀ ਕਿ ਮੈਂ ਘਰ ਦੇ ਨੇੜੇ ਹੀ ਰਹਾਂ, ਪਰ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਲਈ ਗਰੋਥ ਦੇ ਚਾਂਸਸ ਉੱਥੇ ਜ਼ਿਆਦਾ ਨੇ। ਉਹਨਾਂ ਨੇ ਇਸ ਗੱਲ ਨੂੰ ਸਮਝਿਆ ਤੇ ਉਹਨਾਂ ਨੇ ਮਤਲਬ ਮੇਰਾ ਸਾਥ ਦਿੱਤਾ ਇਸ ਵਿੱਚ। ਪਰ ਮੈਂ ਇਹ ਨਹੀਂ ਕਹਾਂਗੀ ਕਿ ਜੇ ਮੈਂ ਮੈਰਿਡ ਹੁੰਦੀ ਤਾਂ ਇਸ ਵੇਲੇ ਮਤਲਬ ਇਸ ਸਭ ਵਿੱਚ ਮੇਰਾ ਸਾਥ ਨਾ ਦਿੰਦੇ। ਮੇਰੇ ਨਾਲ ਬਹੁਤ ਸਾਰੀਆਂ ਐਸੀਆਂ ਕੁੜੀਆਂ ਕੰਮ ਕਰਦੀਆਂ ਨੇ ਜਿਨ੍ਹਾਂ ਦੇ ਘਰ ਦੂਰ ਨੇ, ਮਤਲਬ ਉਹ ਦੂਸਰੇ ਸ਼ਹਿਰ ਤੋਂ ਆ ਕੇ ਵੀ ਕੰਮ ਕਰਦੀਆਂ ਰਹੀਆਂ ਨੇ। ਇਸ ਸਕੂਲ ਵਿੱਚ ਨਹੀਂ, ਪਰ ਮੇਰੀ ਯੂਨੀਵਰਸਿਟੀ ਦੇ ਵਿੱਚ ਐਸੀਆਂ ਕੁੜੀਆਂ ਸੀ ਜਿਨ੍ਹਾਂ ਦਾ ਘਰ 200-300 ਕਿਲੋਮੀਟਰ ਦੂਰ ਸੀ ਤੇ ਉਹ ਹਫ਼ਤੇ ਬਾਅਦ ਹੀ ਘਰ ਜਾਂਦੀਆਂ ਸੀ। ਮਤਲਬ ਪਰਿਵਾਰ ਅੱਜ ਆਪਣੀਆਂ ਬੇਟੀਆਂ ਨੂੰ, ਬਹੂਆਂ ਨੂੰ ਘਰ ਤੋਂ ਬਾਹਰ ਜਾ ਕੇ ਕੰਮ ਕਰਨ ਵਿੱਚ ਸਹਾਇਕ ਹੋ ਰਹੇ ਨੇ। ਮੈਂ ਨਹੀਂ ਕਹਾਂਗੀ ਕਿ ਅਲਾਓ ਕਰ ਰਹੇ ਨੇ, ਉਹ ਉਹਨਾਂ ਨੂੰ ਸਮਝਦੇ ਨੇ ਕਿ ਜੇ ਉਹਨਾਂ ਨੂੰ ਘਰ ਤੋਂ ਬਾਹਰ ਜਾ ਕੇ ਕੰਮ ਕਰਨ ਦੀ ਜਾਂ ਘਰ ਤੋਂ ਦੂਰ ਰਹਿ ਕੇ ਕੰਮ ਕਰਨ ਦੀ ਜ਼ਰੂਰਤ ਹੈ ਤਾਂ ਇਸ ਵਿੱਚ ਉਹ ਉਸਦਾ ਸਾਥ ਦਿੰਦੇ ਨੇ। ਮੈਂ ਇਹ ਕਹਾਂਗੀ। ਜੀ ਸੰਦੀਪ ਜੀ, ਧੀਆਂ ਜਿਹੜੀਆਂ ਨੇ ਉਹ ਪਿਓ ਦੇ ਬਹੁਤ ਨੇੜੇ ਹੁੰਦੀਆਂ ਨੇ, ਹੈ ਨਾ। ਆਪਣੀ ਜਦੋਂ ਗੱਲ ਹੋਈ ਤੁਸੀਂ ਦੱਸਿਆ ਕਿ ਤੁਹਾਡੇ ਫਾਦਰ ਸਾਹਿਬ ਨੂੰ ਕੈਂਸਰ ਸੀ, ਤੇ ਤੁਹਾਨੂੰ ਕਦੇ ਇਹ ਨਹੀਂ ਲੱਗਦਾ, ਕਿਉਂਕਿ ਜੋ ਸਮਾਂ ਜ਼ਿੰਦਗੀ ਦਾ ਜਿਹੜਾ ਅਸੀਂ ਜਦੋਂ ਆਪਣੇ ਲਈ ਸੋਚਣਾ ਸ਼ੁਰੂ ਕਰਦੇ ਹਾਂ ਉਹ ਵੇਲੇ ਤੁਸੀਂ ਬਹੁਤ ਸਟਰਗਲ ਦੇ ਵਿੱਚ ਤੁਹਾਡਾ ਉਹ ਸਮਾਂ ਨਿਕਲਿਆ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦੇਖੋ, ਮੈਂ ਮਤਲਬ ਤੁਸੀਂ ਮੇਰੇ ਪਿਤਾ ਜੀ ਬਾਰੇ ਗੱਲ ਕੀਤੀ। ਮੇਰੇ ਪਿਤਾ ਜੀ ਮਤਲਬ 6 ਭਰਾਵਾਂ ਤੇ ਇੱਕ ਭੈਣ ਸੀ ਉਹ, ਤੇ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਸੀ। ਤੇ ਉਹਨਾਂ ਨੇ ਜੋ ਕੁਝ ਵੀ ਜੀਵਨ ਵਿੱਚ ਕਮਾਇਆ ਉਹ ਉਹਨਾਂ ਨੇ ਆਪਣੀ ਮਿਹਨਤ ਨਾਲ ਕਮਾਇਆ। ਤੇ ਉਹ ਹਮੇਸ਼ਾ ਇਹ ਕਹਿੰਦੇ ਸੀ ਕਿ ਮੈਂ ਪਿੰਡ ਇਸੇ ਕਰਕੇ ਛੱਡਿਆ ਕਿ ਮੈਂ ਚਾਹੁੰਦਾ ਕਿ ਮੇਰੇ ਬੱਚੇ ਅੱਗੇ ਵਧਣ। ਉਹਨਾਂ ਨੂੰ ਕੈਂਸਰ ਸੀ। ਮੈਂ ਅਗਲੀ ਗੱਲ ਕਹਿਣ ਤੋਂ ਪਹਿਲਾਂ ਆਪਣੇ ਪਿਤਾ ਬਾਰੇ ਕੁਝ ਦੱਸਣਾ ਜ਼ਰੂਰ ਚਾਹਾਂਗੀ ਕਿ 1993 ਵਿੱਚ ਉਹਨਾਂ ਨੂੰ ਬੋਨ ਕੈਂਸਰ ਡਿਟੈਕਟ ਹੋਇਆ ਸੀ। ਤੇ ਜਿਹੜਾ ਬੋਨ ਕੈਂਸਰ ਹੈ ਆਦਮੀਆਂ ਵਿੱਚ ਜ਼ਿਆਦਾ ਪਾਇਆ ਜਾਂਦਾ ਹੈ ਔਰਤਾਂ ਦੇ ਮੁਕਾਬਲੇ, ਤੇ ਉਹਨਾਂ ਦਾ 2nd ਸਟੇਜ ਡਾਇਗਨੋਸਿਸ ਸੀ। ਤੇ ਇਸ ਦੀ ਜਿਹੜੀ ਲਾਈਫ ਐਕਸਪੈਕਟੈਂਸੀ ਹੈ ਉਹ 5 ਸਾਲ ਦੀ ਹੁੰਦੀ ਹੈ। 2nd ਸਟੇਜ ਡਾਇਗਨੋਸਿਸ ਤੋਂ ਬਾਅਦ ਵੀ ਲਾਈਫ ਐਕਸਪੈਕਟੈਂਸੀ ਜਿਹੜੀ ਹੈ ਉਹ 5 ਸਾਲ ਦੀ ਹੁੰਦੀ ਹੈ। ਤੇ 97 ਵਿੱਚ ਪਿਤਾ ਜੀ ਨੂੰ ਅਸਹਿ ਦਰਦ ਸ਼ੁਰੂ ਹੋ ਗਿਆ ਸੀ, ਕਿਉਂਕਿ ਇਸ ਕੈਂਸਰ ਦੇ ਵਿੱਚ ਤੁਹਾਡੀਆਂ ਹੱਡੀਆਂ ਦੇ ਸਿਰੇ ਮੁੜਨ ਲੱਗ ਜਾਂਦੇ ਨੇ। ਜਦੋਂ ਹੱਡੀਆਂ ਦੇ ਸਿਰੇ ਮੁੜਦੇ ਨੇ ਤਾਂ ਤੁਹਾਨੂੰ ਬਾਡੀ ਵਿੱਚ ਬਹੁਤ ਤਕਲੀਫ ਹੁੰਦੀ ਹੈ, ਬਹੁਤ ਜ਼ਿਆਦਾ ਪੇਨ ਹੁੰਦੀ ਹੈ ਕਿ ਪੇਸ਼ੈਂਟ ਜਿਹੜਾ ਹੈ ਉਹ ਚੀਕਾਂ ਮਾਰਦਾ। ਤਾਂ ਉਸ ਟਾਈਮ ਪੀਜੀਆਈ ਦੇ ਇੱਕ ਡਾਕਟਰ ਨੇ ਕਹਿ ਦਿੱਤਾ ਕਿ 3 ਮਹੀਨੇ ਤੋਂ ਜ਼ਿਆਦਾ ਸਰਵਾਈਵ ਨਹੀਂ ਕਰਨਗੇ। ਤੇ ਮੇਰੇ ਪਿਤਾ 2013 ਵਿੱਚ ਉਹਨਾਂ ਦੀ ਡੈਥ ਹੋਈ ਹੈ। ਤੇ ਮੈਂ ਹਮੇਸ਼ਾ ਇਹ ਮੰਨਦੀ ਹਾਂ ਕਿ ਵੀ ਜਿਸ ਕੈਂਸਰ ਵਿੱਚ ਲਾਈਫ ਐਕਸਪੈਕਟੈਂਸੀ 5 ਸਾਲ ਦੀ ਸੀ, ਉਹਨਾਂ ਨੇ 20 ਸਾਲ ਉਸ ਕੈਂਸਰ ਨਾਲ ਕੱਢੇ। ਅਸੀਂ ਜਦੋਂ ਵੀ ਕਿਸੇ ਹਸਪੀਟਲ ਜਾਂਦੇ ਸੀ, ਉਹਨਾਂ ਨੂੰ ਲੈ ਕੇ ਤਬੀਅਤ ਖਰਾਬ ਹੁੰਦੀ ਸੀ, ਮੈਂ ਦੱਸਦੀ ਸੀ ਕਿ ਮਲਟੀਪਲ ਮਾਈਲੋਮਾ ਦੇ ਪੇਸ਼ੈਂਟ ਨੇ ਤੇ 20 ਇਅਰਸ ਤੋਂ ਹੀ ਇਜ਼ ਵਿਦ ਦ ਡਿਜ਼ੀਜ਼। ਤਾਂ ਮੈਨੂੰ ਫਰਸਟ ਕੁਐਸਚਨ ਇਹੀ ਆਉਂਦਾ ਸੀਗਾ ਕਿ ਹਾਊ ਕੈਨ ਅ ਮਲਟੀਪਲ ਮਾਈਲੋਮਾ ਪੇਸ਼ੈਂਟ ਸਰਵਾਈਵ ਫॉर ਸੋ ਲੌਂਗ। ਉਹ ਮੰਨਦੇ ਹੀ ਨਹੀਂ ਸੀ ਕਿ ਮਲਟੀਪਲ ਮਾਈਲੋਮਾ ਦਾ ਪੇਸ਼ੈਂਟ ਇੰਨਾ ਲੰਮਾ ਸਮਾਂ ਕੱਢ ਸਕਦਾ। ਤੇ ਮੈਂ ਹਮੇਸ਼ਾ ਇਹ ਮੰਨਦੀ ਹਾਂ ਕਿ ਮੇਰੇ ਪਿਤਾ ਉਹ ਆਦਮੀ ਸੀ ਜਿਨ੍ਹਾਂ ਨੇ ਮੌਤ ਨੂੰ ਮਾਤ ਦਿੱਤੀ। ਮਰਨਾ ਤਾਂ ਅਖੀਰ ਵਿੱਚ ਸਭ ਨੇ ਹੀ ਹੈ, ਪਰ ਮੇਰੇ ਪਿਤਾ ਲੜੇ। ਉਹਨਾਂ ਨੇ ਜਦੋਂ ਲੱਗਦਾ ਸੀ ਕਿ ਦਵਾਈ ਅਸਰ ਕਰਨਾ ਬੰਦ ਹੋ ਗਈ ਹੈ, ਉਹ ਨਵਾਂ ਡਾਕਟਰ ਲੱਭਦੇ ਸੀ। ਆਪਣਾ ਇਲਾਜ ਉਹਨਾਂ ਨੇ ਕਰਵਾਇਆ ਡਾਕਟਰਸ ਨੂੰ ਕਹਿ ਕੇ ਕਿ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ, ਤੁਸੀਂ ਦੇਖੋ, ਆਪਣੀ ਦਵਾਈ ਚੈੱਕ ਕਰੋ ਜਾਂ ਕਿਵੇਂ ਵੀ ਸੀ। ਉਹ ਲੜੇ
ਤੇ ਉਹ ਚਾਹੁੰਦੇ ਸੀਗੇ ਕਿ ਮੈਂ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਜਾਵਾਂ। ਇੰਨੀ ਬਿਮਾਰੀ ਦੇ ਬਾਵਜੂਦ ਉਹਨਾਂ ਨੇ ਸਾਨੂੰ ਵਧੀਆ ਸਿੱਖਿਆ ਦਿੱਤੀ, ਰਹਿਣ ਲਈ ਵਧੀਆ ਘਰ ਦਿੱਤਾ, ਵਧੀਆ ਭਵਿੱਖ ਦਿੱਤਾ। ਮੈਂ ਮੰਨਦੀ ਹਾਂ ਕਿ ਉਹਨਾਂ ਦੀ ਬਿਮਾਰੀ ਦਾ ਅਸਰ ਹੋਇਆ। ਅਸੀਂ ਉਹਨਾਂ ਨੂੰ ਦੇਖਦੇ ਸੀ, ਸਾਨੂੰ ਫਿਕਰ ਹੁੰਦੀ ਸੀ। ਉਹ ਸਮਾਂ ਵੀ ਸੀ ਜਦੋਂ ਰਾਤ ਨੂੰ ਸੌਂਦੇ ਸੀ ਤਾਂ ਇਹ ਨਹੀਂ ਪਤਾ ਹੁੰਦਾ ਸੀ ਵੀ ਸਵੇਰੇ ਦਿਨ ਕੈਸਾ ਚੜ੍ਹੇਗਾ। ਮਤਲਬ ਮੈਂ ਉਹੀ ਤੁਸੀਂ ਕਿਹਾ ਕਿ ਬੇਟੀਆਂ ਪਿਤਾ ਦੇ ਬਹੁਤ ਨਜ਼ਦੀਕ ਹੁੰਦੀਆਂ ਨੇ। ਉਹ ਰਾਤ ਨੂੰ ਸੌਂਦੇ ਸੀ ਤਾਂ ਘਰਾੜੇ ਮਾਰਦੇ ਸੀ। ਮੇਰੇ ਕਮਰੇ 'ਚ ਮੈਨੂੰ ਉਹ ਘਰਾੜੇ ਸੁਣਦੇ ਸੀ ਤਾਂ ਮੈਂ ਸੁੱਤੀ ਰਹਿੰਦੀ ਸੀ। ਮੈਨੂੰ ਨੀਂਦ ਵਿੱਚ ਉਹਨਾਂ ਦੇ ਘਰਾੜੇ ਸੁਣਦੇ ਰਹਿੰਦੇ ਸੀ। ਜਿਵੇਂ ਹੀ ਉਹ ਆਵਾਜ਼ ਆਣੀ ਬੰਦ ਹੁੰਦੀ ਸੀ, ਮੈਂ ਆਪਣੇ ਬੈੱਡ ਤੋਂ ਉੱਤਰ ਕੇ ਉਹਨਾਂ ਦੇ ਕਮਰੇ ਜਾ ਕੇ ਉਹਨਾਂ ਨੂੰ ਦੇਖ ਕੇ ਆਂਦੀ ਸੀ। ਮਤਲਬ ਸਾਹ ਚੱਲ ਰਹੇ ਨੇ ਨਾ, ਮਤਲਬ ਉਹ ਇੱਕ ਚੱਲਦਾ ਰਿਹਾ ਹੈ। ਪਰ ਉਹਨਾਂ ਨੇ ਹਮੇਸ਼ਾ ਇਹੀ ਕਿਹਾ ਕਿ ਤੁਸੀਂ ਅੱਗੇ ਵਧਣਾ। ਮੇਰੇ ਮਾਤਾ ਨੇ ਵੀ ਸਾਨੂੰ ਇਹੀ ਕਿਹਾ ਕਿ ਬੱਚੇ ਪੜ੍ਹੋ, ਅਸੀਂ ਤੁਹਾਨੂੰ ਪੜ੍ਹਨ ਲਈ ਇੱਥੇ ਲੈ ਕੇ ਆਏ ਹਾਂ। ਉਹ ਓਬਵੀਅਸਲੀ ਫਾਈਨੈਂਸ਼ੀਅਲ ਕੰਸਟ੍ਰੇਨਟਸ ਤੁਹਾਨੂੰ ਹੁੰਦੇ ਨੇ, ਫਿਕਰ ਹੁੰਦੀ ਹੈ। ਉਹਨੇ ਸਾਡੀ ਪੜ੍ਹਾਈ ਦੇ ਉੱਪਰ ਅਸਰ ਪਾਇਆ, ਸਾਡੀ ਪਰਫਾਰਮੈਂਸ ਦੇ ਉੱਪਰ ਅਸਰ ਪਾਇਆ। ਇਸ ਚੀਜ਼ ਨੂੰ ਮੈਂ ਡਿਨਾਈ ਨਹੀਂ ਕਰਾਂਗੀ। ਪਰ ਹਾਂ, ਜਦੋਂ ਅਸੀਂ ਉਹਨਾਂ ਦੀ ਮਿਹਨਤ ਦੇਖਦੇ ਸੀ, ਆਪਣੇ ਮਾਤਾ ਪਿਤਾ ਦੀ ਮਿਹਨਤ ਦੇਖਦੇ ਸੀ ਕਿ ਇਹ ਸਾਡੇ ਲਈ ਇਹ ਸਭ ਕੁਝ ਕਰ ਰਹੇ ਨੇ। ਉਹਨਾਂ ਨੇ ਆਪਣੀ ਬਿਮਾਰੀ ਦੇ ਬਾਵਜੂਦ ਉਹ ਸਾਨੂੰ ਵਧੀਆ ਘਰ ਦਿੱਤਾ, ਉਹਨਾਂ ਨੇ ਰਹਿਣ ਲਈ, ਸਾਨੂੰ ਵਧੀਆ ਸਕੂਲਾਂ ਵਿੱਚ, ਵਧੀਆ ਇੰਸਟੀਟਿਊਸ਼ਨਸ ਵਿੱਚ ਪੜ੍ਹਨ ਲਈ ਭੇਜਿਆ। ਉਹਨਾਂ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਮੈਂ ਬਿਮਾਰ ਹਾਂ, ਮੈਂ ਪੈਸੇ ਨਹੀਂ ਦੇ ਸਕਦਾ, ਮੈਂ ਪੈਸੇ ਜਿੱਥੋਂ ਮਰਜ਼ੀ ਲੈ ਕੇ ਆਵਾਂਗਾ ਪਰ ਤੁਸੀਂ ਪੜ੍ਹੋ। ਕਰਜ਼ਾ ਲੈ ਕੇ ਉਹਨਾਂ ਨੇ ਸਾਨੂੰ ਪੜ੍ਹਾਇਆ ਤੇ ਉਹਨਾਂ ਦੀ ਉਹ ਮਿਹਨਤ ਹੀ ਸਾਡੀ ਪ੍ਰੇਰਨਾ ਬਣੀ ਕਿ ਅਸੀਂ ਜੀਵਨ ਵਿੱਚ ਅੱਗੇ ਵਧਣਾ ਹੈ। ਤੇ ਅਸੀਂ ਤਿੰਨੇ ਭੈਣ ਭਰਾ, ਮਤਲਬ ਅਸੀਂ ਆਪਣੇ ਮਾਤਾ ਪਿਤਾ ਨੂੰ ਦੇਖ ਕੇ ਕਿ ਅਸੀਂ ਇਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ। ਅੱਜ ਪਿਤਾ ਜੀ ਨੂੰ ਗਏ ਨੂੰ 9 ਸਾਲ ਹੋ ਗਏ ਨੇ, ਡੈਡ ਨੂੰ ਗਏ ਨੂੰ, ਪਰ 9 ਸਾਲ ਬਾਅਦ ਵੀ ਅੱਜ ਵੀ ਅਸੀਂ ਇਹੀ ਕਹਿੰਦੇ ਹਾਂ ਕਿ ਅਸੀਂ ਜੋ ਕੁਝ ਵੀ ਕਰਦੇ ਹਾਂ, ਅਸੀਂ ਹਮੇਸ਼ਾ ਇਹ ਸੋਚਦੇ ਹਾਂ ਕਿ ਅੱਜ ਡੈਡੀ ਹੁੰਦੇ ਤਾਂ ਉਹ ਕਿੰਨੇ ਖੁਸ਼ ਹੁੰਦੇ, ਕਿ ਉਹਨਾਂ ਦਾ ਇੱਕ ਨਾਮ ਸੀ, ਇੱਕ ਰੁਤਬਾ ਸੀ ਸਮਾਜ ਦੇ ਵਿੱਚ, ਉਹਨਾਂ ਨੂੰ ਲੋਕ ਜਾਣਦੇ ਸੀ। ਉਹਨਾਂ ਦੀ ਡੈਥ ਦੇ 6-7 ਸਾਲ ਬਾਅਦ ਤੱਕ ਵੀ ਲੋਕ ਆਉਂਦੇ ਰਹੇ ਸਾਡੇ ਘਰ, ਜਿਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਨਹੀਂ ਰਹੇ, ਕਿ ਅਸੀਂ ਉਹਨਾਂ ਨੂੰ ਮਿਲਣ ਆਏ ਹਾਂ, ਸਰਦਾਰ ਜੀ ਨੂੰ ਮਿਲਣ ਆਏ ਹਾਂ ਜੀ। ਤੇ ਸਾਨੂੰ ਆਪਣੇ ਪਿਤਾ ਦੇ ਰੁਤਬੇ ਦਾ ਧਿਆਨ ਹੈ ਤੇ ਅਸੀਂ ਜਦੋਂ ਵੀ ਕੁਝ ਕਰਦੇ ਹਾਂ ਇਹੀ ਸੋਚਦੇ ਹਾਂ ਕਿ ਅਸੀਂ ਜੇ ਅੱਗੇ ਵਧਾਂਗੇ, ਸਾਡੇ ਪਿਤਾ ਦਾ ਨਾਮ ਰੌਸ਼ਨ ਹੋਏਗਾ, ਸਾਡੇ ਮਾਤਾ ਪਿਤਾ ਦੀ ਮਿਹਨਤ ਨੂੰ ਫਲ ਮਿਲੇਗਾ। ਜਿਹੜਾ ਉਹਨਾਂ ਨੇ ਦੁੱਖ ਤਕਲੀਫਾਂ ਝੱਲ ਕੇ ਸਾਨੂੰ ਪੜ੍ਹਾਇਆ ਲਿਖਾਇਆ ਹੈ, ਅਸੀਂ ਉਹਨੂੰ ਅੱਗੇ ਲੈ ਕੇ ਜਾਣਾ। ਸਾਡੇ ਪ੍ਰੇਰਨਾ ਸਰੋਤ ਸਾਡੇ ਮਾਤਾ ਪਿਤਾ ਹੀ ਨੇ। ਮੇਰੇ ਵਾਸਤੇ ਹੀ ਨਹੀਂ, ਮੇਰੇ ਭਰਾ ਵਾਸਤੇ, ਮੇਰੀ ਭੈਣ ਵਾਸਤੇ, ਤਿੰਨਾਂ ਵਾਸਤੇ ਹੀ ਇਹ ਚੀਜ਼ ਹੈ ਜੀ। ਸੰਦੀਪ, ਮੈਂ ਜਿੰਨਾ ਤੁਹਾਨੂੰ ਜਾਣਦੀ ਹਾਂ, ਤੁਸੀਂ ਬਹੁਤ ਬੋਲਡ ਹੋ। ਹਾਂਜੀ, ਆਪਣੀ ਗੱਲ ਕਾਫੀ ਤੁਸੀਂ ਖੁੱਲ੍ਹ ਕੇ ਰੱਖਦੇ ਹੋ, ਹਾਂਜੀ, ਹੈ ਨਾ। ਅਕਸਰ ਇਸ ਚੀਜ਼ ਦੀ ਨਾ ਕੁੜੀਆਂ ਦੇ ਵਿੱਚ ਬਹੁਤ ਕਮੀ ਪਾਈ ਜਾਂਦੀ ਹੈ। ਉਹ ਆਪਣੀ ਗੱਲ ਖੁੱਲ੍ਹ ਕੇ ਨਹੀਂ ਕਰ ਪਾਉਂਦੀਆਂ, ਇੱਥੋਂ ਤੱਕ ਕਿ ਵਿਆਹ ਵਰਗਾ ਜਿਹੜਾ ਸੰਜੀਦਾ ਵਿਸ਼ਾ ਹੁੰਦਾ ਹੈ ਨਾ। ਆਪਣੀ ਗੱਲ ਹੋ ਰਹੀ ਸੀ, ਤੁਸੀਂ ਕਿਹਾ ਕਿ ਮੈਂ ਇਹ ਨਹੀਂ ਸੀ ਸੋਚਿਆ ਕਿ ਮੈਂ ਵਿਆਹ ਨਹੀਂ ਕਰਾਵਾਂਗੀ, ਪਰ ਮੈਨੂੰ ਕੋਈ ਪਰਫੈਕਟ ਮੈਚ ਜਦੋਂ ਮਿਲੇਗਾ ਮੈਂ ਉਦੋਂ ਹੀ ਕਰਾਵਾਂਗੀ। ਹਾਂਜੀ ਜੀ, ਹੈ ਨਾ। ਤਾਂ 21-22 ਸਾਲ ਦੀਆਂ ਬੱਚੀਆਂ ਹੀ ਅਸੀਂ ਕਹਿ ਸਕਦੇ ਹਾਂ, ਹੈ ਨਾ, ਆਮ ਤੌਰ 'ਤੇ ਵਿਆਹ ਹੋ ਜਾਂਦੇ ਆ। ਤੁਹਾਨੂੰ ਕੀ ਲੱਗਦਾ ਹੈ ਕਿ ਵਿਆਹ ਜਿਹੜਾ ਹੈ ਕਿੰਨਾ ਕੁ ਜ਼ਰੂਰੀ ਹੈ? ਵਿਆਹ ਜ਼ਿੰਦਗੀ ਦੀ ਪ੍ਰਾਇੋਰਟੀ ਤਾਂ ਨਹੀਂ ਹੋ ਸਕਦਾ? ਦੇਖੋ, ਵਿਆਹ ਜ਼ਿੰਦਗੀ ਦਾ ਇੱਕ ਹਿੱਸਾ ਹੈ। ਵਿਆਹ ਜ਼ਿੰਦਗੀ ਦਾ ਇੱਕ ਹਿੱਸਾ ਹੈ, ਵਿਆਹ ਜ਼ਿੰਦਗੀ ਨਹੀਂ ਹੈ। ਇਹ ਮੰਨ ਕੇ ਤੁਸੀਂ ਜਿਵੇਂ ਕਿ 21-22 ਸਾਲਾਂ ਦੀ ਉਮਰ ਵਿੱਚ ਕੁੜੀਆਂ ਦੇ ਵਿਆਹ ਹੋ ਜਾਂਦੇ ਨੇ। ਮੇਰੇ ਮਾਤਾ ਜੀ ਸਾਨੂੰ ਕਹਿੰਦੇ ਸੀ, ਬੱਚੇ ਪੜ੍ਹ ਲਓ, ਜ਼ਿੰਦਗੀ 'ਚ ਕੁਝ ਬਣ ਜਾਓ, ਵਿਆਹ ਤਾਂ ਹੋ ਹੀ ਜਾਏਗਾ। ਤੇ ਜੇ ਵਿਆਹ ਨਹੀਂ ਵੀ ਹੋਏਗਾ, ਤੁਸੀਂ ਆਪਣੇ ਪੈਰਾਂ 'ਤੇ ਖੜੇ ਹੋਵੋਗੇ ਤਾਂ ਆਪਣਾ ਖਿਆਲ ਖੁਦ ਰੱਖ ਤਾਂ ਸਕੋਗੇ। ਮੇਰੇ ਮੰਮੀ ਨੂੰ ਵੀ ਮੇਰੇ ਡੈਡ ਨੇ ਹੀ ਨੌਕਰੀ 'ਤੇ ਲਗਵਾਇਆ ਸੀ। ਉਹਨਾਂ ਨੂੰ ਵਿਆਹ ਤੋਂ ਬਾਅਦ ਟ੍ਰੇਨਿੰਗ ਦਿੱਤੀ, ਉਹਨਾਂ ਦੀ ਜੌਬ ਉਹਨਾਂ ਨੇ ਲਗਵਾਈ ਤੇ ਉਹਨਾਂ ਨੂੰ ਬੜੀ ਇੱਜ਼ਤ ਨਾਲ। ਮੈਂ ਆਪਣੇ ਪਰਿਵਾਰ ਨੂੰ ਹੀ ਆਪਣਾ ਪ੍ਰੇਰਨਾ ਸਰੋਤ ਮੰਨਦੀ ਹੈਗੀ ਹਾਂ ਕਿ ਮੇਰੇ ਪਰਿਵਾਰ ਦੇ ਮਾਹੌਲ ਨੇ ਮੇਰੀ ਸ਼ਖਸੀਅਤ ਨੂੰ ਉਭਾਰਨ ਵਿੱਚ, ਜਾਂ ਜੋ ਕੁਝ ਵੀ ਮੈਂ ਹਾਂ, ਮੇਰੇ ਪਰਿਵਾਰ ਨੇ ਉਹਦੇ ਵਿੱਚ ਬਹੁਤ ਵੱਡਾ ਰੋਲ ਨਿਭਾਇਆ ਹੈ। ਮੇਰੇ ਪਿਤਾ ਜੀ, ਮੇਰੇ ਮੰਮੀ, ਮੇਰੇ ਤਾਇਆ ਜੀ, ਚਾਚਾ ਜੀ, ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਪਿਆਰ ਦਿੱਤਾ, ਜਿਸ ਤਰ੍ਹਾਂ ਉਹਨਾਂ ਨੇ ਇਹ ਮੰਨਿਆ ਕਿ ਹਾਂ ਸਾਡਾ ਬੱਚਾ ਜੇ ਹੁਸ਼ਿਆਰ ਹੈ, ਪੜ੍ਹਨ ਵਿੱਚ ਅੱਛਾ ਹੈ, ਤਾਂ ਅਸੀਂ ਉਹਨੂੰ ਅੱਗੇ ਵਧਣ ਵਿੱਚ ਮਦਦ ਕਰੀਏ। ਕਿ ਉਹਨਾਂ ਨੇ ਕਦੇ ਇਹ ਨਹੀਂ ਕਿਹਾ ਕਿ ਤੂੰ ਕੁੜੀ ਹੈ ਤਾਂ ਤੂੰ ਪਿੱਛੇ ਹਟ ਜਾ, ਤੂੰ ਇਹ ਨਹੀਂ ਕੰਮ ਕਰ ਸਕਦੀ। ਮਤਲਬ ਜਿਵੇਂ ਦੱਸਿਆ ਕਿ ਡੈਡ ਨੂੰ ਕੈਂਸਰ ਸੀ, ਤਾਂ ਉਹਨਾਂ ਨੂੰ ਮੇਰੇ 'ਤੇ ਇੰਨਾ ਯਕੀਨ ਸੀ ਕਿ ਰਾਤ ਦੇ 12 ਵਜੇ ਜੇ ਤਬੀਅਤ ਖਰਾਬ ਹੋ ਗਈ ਤਾਂ ਮੈਂ ਇਹਨੂੰ 12 ਵਜੇ ਡਾਕਟਰ ਲੱਭਣ ਲਈ ਭੇਜਾਂਗਾ ਤਾਂ ਇਹ ਡਾਕਟਰ ਲੱਭ ਕੇ ਲੈ ਕੇ ਆਏਗੀ, ਕਿਤੋਂ ਵੀ ਲੈ ਕੇ ਆਏਗੀ। ਉਹਨਾਂ ਨੂੰ ਮੇਰੇ 'ਤੇ ਇੰਨਾ ਯਕੀਨ ਸੀ ਤੇ ਉਹਨਾਂ ਨੇ ਮੈਨੂੰ ਉਸ ਤਰੀਕੇ ਨਾਲ ਬਣਾਇਆ ਸੀ ਕਿ ਤੂੰ ਬੇਟੀ ਨਹੀਂ ਹੈ, ਤੂੰ ਇਸ ਘਰ ਦਾ ਬੱਚਾ ਹੈ। ਮੈਂ ਫਸਟ ਬੌਰਨ ਹਾਂ, ਮੈਂ ਘਰ ਦਾ ਬੱਚਾ। ਇਹ ਨਹੀਂ ਸੀ ਮੈਂ ਘਰ ਦੀ ਬੇਟੀ ਹਾਂ। ਮੇਰਾ ਭਰਾ, ਮੈਂ, ਮੇਰੀ ਸਿਸਟਰ, ਸਾਨੂੰ ਤਿੰਨਾਂ ਨੂੰ ਘਰ ਦੇ ਬੱਚੇ ਮੰਨ ਕੇ ਵੱਡਾ ਕੀਤਾ ਗਿਆ, ਨਾ ਕਿ ਕੁੜੀ ਮੁੰਡੇ ਮੰਨ ਕੇ ਵੱਡਾ ਕੀਤਾ ਗਿਆ। ਮੇਰਾ ਬਰਥ 79 ਦਾ ਹੈ ਤੇ ਉਸ ਟਾਈਮ 'ਤੇ ਪਾਪਾ ਨੇ ਲੋਹੜੀ ਵੰਡੀ ਸੀ ਮੇਰੀ ਅਖੰਡ ਪਾਠ ਕਰਵਾ ਕੇ ਸਾਡੇ ਪਿੰਡ ਦੇ ਵਿੱਚ ਜੀ। ਮੈਂ ਉਹਨਾਂ ਬਾਰੇ ਕੀ ਕਹਾਂ ਕਿ ਸ਼ਾਇਦ ਇਹ ਐਪੀਸੋਡ ਮੇਰੇ 'ਤੇ ਨਾ ਹੋ ਕੇ ਜੇ ਮੇਰੇ ਪਾਪਾ 'ਤੇ ਹੁੰਦਾ ਤਾਂ ਮੈਂ ਬਹੁਤ ਜ਼ਿਆਦਾ ਗੱਲਾਂ ਕਰਦੀ ਉਹਨਾਂ ਬਾਰੇ। ਕਿ ਮੈਂ ਇਸ ਗੱਲ ਦਾ ਹਮੇਸ਼ਾ ਹੀ ਪ੍ਰਾਊਡ ਫੀਲ ਕੀਤਾ ਹੈ ਕਿ 79 ਦੇ ਵਿੱਚ ਪਿੰਡ ਤੋਂ ਆਇਆ ਇੱਕ ਆਦਮੀ
ਜਿਨ੍ਹਾਂ ਨੇ ਆਪਣੇ, ਉਹ ਪੰਜਾਬ ਤੋਂ ਪਹਿਲੇ ਵਿਅਕਤੀ ਸੀ ਜਿਹੜੇ ਲਖਨਊ ਡੈਂਟਲ ਮਕੈਨਿਕ ਦਾ ਕੋਰਸ ਕਰਨ ਗਏ ਸੀਗੇ। ਉਹਨਾਂ ਨੇ ਆਪਣਾ ਘਰ ਆਪ ਬਣਾਇਆ ਤੇ ਸਭ ਕੁਝ ਕੀਤਾ। ਸਾਡੇ ਪਰਿਵਾਰ ਵਿੱਚ ਉਹ ਇਸ ਲਾਈਨ ਵਿੱਚ ਪਹਿਲੇ ਵਿਅਕਤੀ ਆਏ ਸੀ ਤੇ ਉਹਨਾਂ ਨੇ ਲੋਹੜੀ ਵੰਡੀ ਸੀ, ਮੇਰੀ ਅਖੰਡ ਪਾਠ ਕਰਵਾ ਕੇ ਲੋਹੜੀ ਵੰਡੀ ਸੀ। ਤੇ ਮੈਨੂੰ ਹਮੇਸ਼ਾ ਹੀ ਬਹੁਤ ਖੁਸ਼ੀ ਹੁੰਦੀ ਹੈ ਇਸ ਗੱਲ ਦੀ, ਮੈਂ ਬੜੀ ਪ੍ਰਾਊਡਲੀ ਸਭ ਨੂੰ ਦੱਸਦੀ ਹਾਂ। ਤੇ ਜੋ ਉਹਨਾਂ ਦੀ ਇੱਕ ਮਤਲਬ ਸੋਚ ਸੀ ਤੇ ਜੋ ਉਹਨਾਂ ਦਾ ਇੱਕ ਸਪੋਰਟ ਸੀ, ਤੇ ਨਾਲ ਹੀ ਮੈਂ ਸਾਰੀ ਫੈਮਿਲੀ ਨੂੰ ਹੀ ਕਹਾਂਗੀ, ਮੇਰੇ ਚਾਚਾ ਜੀ, ਤਾਇਆ ਜੀ, ਸਾਰੇ ਹੀ ਬੜੇ ਸਪੋਰਟਿਵ ਸੀ ਇਸ ਮਾਮਲੇ ਵਿੱਚ। ਜੇ ਬੱਚਾ ਪੜ੍ਹ ਰਿਹਾ ਤਾਂ ਪੜ੍ਹਨ ਦਿਓ। ਸਭ ਨੇ ਹੀ ਆਪਣੇ ਬੱਚਿਆਂ ਨੂੰ ਪੜ੍ਹਨ ਭੇਜਿਆ, ਜੋ ਜਿੰਨਾ ਪੜ੍ਹਨਾ ਚਾਹੁੰਦਾ ਸੀ ਉੱਥੇ ਤੱਕ ਪੜ੍ਹਾਇਆ। ਕਦੇ ਕਿਸੇ ਨੇ ਪੁੱਛ ਨਹੀਂ ਕੀਤਾ ਕਿ ਤੂੰ ਇਸ ਤੋਂ ਅੱਗੇ ਪੜ੍ਹ, ਤੂੰ ਇਸ ਤੋਂ ਘੱਟ ਪੜ੍ਹ। ਜਿੱਥੇ ਤੱਕ ਬੱਚਾ ਪੜ੍ਹਨਾ ਚਾਹੁੰਦਾ ਸੀ, ਹਰੇਕ ਦੀ ਆਪਦੀ ਸੋਚ ਹੁੰਦੀ ਹੈ, ਉੱਥੇ ਤੱਕ ਉਹਨਾਂ ਨੇ ਸਾਨੂੰ ਪੜ੍ਹਾਇਆ ਹੈ। ਜੀ ਸੰਦੀਪ ਜੀ, ਅਕਸਰ ਅਸੀਂ ਦੇਖਦੇ ਹਾਂ ਕਿ ਸਮਾਜ ਦੇ ਵਿੱਚ ਨਾ ਜੋ ਸਟੀਰੀਓਟਾਈਪ ਲੋਕਾਂ ਦੇ ਨਾਲ ਵਿਚਰਨਾ ਹੈ ਨਾ ਬਹੁਤ ਮੁਸ਼ਕਿਲ ਹੁੰਦਾ, ਖਾਸ ਕਰਕੇ ਕੁੜੀਆਂ ਦੇ ਲਈ। ਬਹੁਤ ਤਰ੍ਹਾਂ ਦਾ ਜਿਹੜਾ ਸਮਾਜਿਕ ਪ੍ਰੈਸ਼ਰ ਹੈ, ਦਬਾਅ ਉਹਨਾਂ ਨੂੰ ਝੱਲਣਾ ਪੈਂਦਾ ਹੈ ਨਾ। ਪਰਿਵਾਰਾਂ ਦਾ ਕਈ ਵਾਰ ਬੱਚੀਆਂ ਬਹੁਤ ਕੁਝ ਕਰਨਾ ਚਾਹੁੰਦੀਆਂ ਅੱਗੇ, ਪਰ ਉਹਨਾਂ ਨੂੰ ਉਵੇਂ ਦੇ ਮੌਕੇ ਨਹੀਂ ਮਿਲਦੇ, ਜਾਂ ਫਿਰ ਉਹ ਆਪਣੀ ਗੱਲ ਮਤਲਬ ਜਿਵੇਂ ਨਾ ਸਾਨੂੰ ਸਹਿਣ ਦੀ ਆਦਤ ਪੈ ਜਾਂਦੀ ਹੈ। ਕੀ ਕਹਿਣਾ ਚਾਹੋਗੇ ਉਹਨਾਂ ਦੇ ਲਈ? ਦੇਖੋ, ਮੈਂ ਬਾਰ-ਬਾਰ ਆਪਣੀ ਫੈਮਿਲੀ ਦਾ ਹੀ ਐਗਜ਼ਾਮਪਲ ਤੁਹਾਨੂੰ ਦੇ ਰਹੀ ਹਾਂ ਕਿ ਪਹਿਲਾ ਵਿਸ਼ਵਾਸ ਮਾਤਾ ਪਿਤਾ ਨੂੰ ਆਪਣੇ ਬੱਚੇ ਵਿੱਚ ਦਿਖਾਉਣਾ ਚਾਹੀਦਾ ਹੈ। ਸਮਾਜ ਕੀ ਕਹੇਗਾ, ਇਸ ਗੱਲ ਨਾਲ ਕੀ ਫਰਕ ਪੈਂਦਾ ਜੇ ਤੁਹਾਨੂੰ ਆਪਣੇ ਬੱਚੇ ਤੇ ਯਕੀਨ ਹੈ। ਜਿਵੇਂ ਕਿ ਮੈਂ ਤੁਹਾਨੂੰ ਥੋੜੀ ਦੇਰ ਪਹਿਲਾਂ ਕਿਹਾ ਕਿ ਮੇਰੇ ਪਿਤਾ ਜੀ ਕਹਿੰਦੇ ਸੀ ਰਾਤ ਦੇ 12 ਵਜੇ ਵੀ ਮੈਨੂੰ ਡਾਕਟਰ ਲੱਭਣ ਭੇਜਾਂਗਾ ਤਾਂ ਇਹ ਲੱਭ ਕੇ ਲੈ ਕੇ ਆਏਗੀ। ਮੈਨੂੰ ਇੰਨਾ ਯਕੀਨ ਹੈ ਮੇਰੀ ਬੇਟੀ ਤੇ, ਮੈਂ ਉਹਨੂੰ ਇਸ ਕਾਬਿਲ ਬਣਾਇਆ। ਤੁਸੀਂ ਆਪਣੇ ਬੱਚੇ ਤੇ ਵਿਸ਼ਵਾਸ ਰੱਖੋ, ਉਹਨੂੰ ਇਸ ਕਾਬਿਲ ਬਣਾਓ ਕਿ ਹਾਂ ਉਹ 4 ਲੋਕਾਂ ਵਿੱਚ ਖੜ ਕੇ ਗੱਲ ਕਰ ਸਕੇ, ਆਪਣੀ ਗੱਲ ਕਹਿ ਸਕੇ। ਜਦ ਤੁਸੀਂ ਘਰ ਵਿੱਚ ਹੀ ਉਸ ਨੂੰ ਗੱਲ ਕਹਿਣ ਤੋਂ ਰੋਕ ਦਿੰਦੇ ਹੋ ਕਿ ਤੂੰ ਕੁੜੀ ਹੈ, ਤੂੰ ਨਹੀਂ ਬੋਲ ਸਕਦੀ, ਜਾਂ ਕਈ ਵਾਰ ਮੁੰਡਿਆਂ ਨੂੰ ਵੀ ਦਬਾ ਲੈਂਦੇ ਨੇ ਕਿ ਨਹੀਂ ਅਸੀਂ ਕਹਿ ਰਹੇ ਹਾਂ, ਅਸੀਂ ਕਰ ਰਹੇ ਹਾਂ, ਇਹ ਠੀਕ ਹੈ, ਤੁਸੀਂ ਆਪਣੇ ਬੱਚੇ ਦੀ ਗੱਲ ਸੁਣ ਵੀ ਨਹੀਂ ਰਹੇ, ਤਾਂ ਬੱਚਾ ਬਾਹਰ ਨਿਕਲ ਕੇ, ਕੋਈ ਵੀ ਵਿਅਕਤੀ ਬਾਹਰ ਨਿਕਲ ਕੇ ਕਿਸ ਤਰ੍ਹਾਂ ਗੱਲ ਕਰੇਗਾ ਜੇ ਉਹਨੂੰ ਘਰ ਵਿੱਚ ਹੀ ਬੋਲਣ ਦਾ ਮੌਕਾ ਨਹੀਂ ਮਿਲ ਰਿਹਾ। ਚੈਰਿਟੀ ਬਿਗਨਸ ਐਟ ਹੋਮ। ਪਹਿਲਾ ਵਿਸ਼ਵਾਸ ਤੁਹਾਨੂੰ ਆਪਣੇ ਬੱਚੇ ਅੰਦਰ ਦਿਖਾਉਣਾ ਪਏਗਾ, ਤਾਂ ਹੀ ਭਾਵੇਂ ਉਹ ਬੇਟਾ ਹੈ ਭਾਵੇਂ ਬੇਟੀ ਹੈ, ਬਾਹਰ ਨਿਕਲ ਕੇ ਉਹ ਆਪਣੇ ਆਪ ਨੂੰ ਐਕਸਪ੍ਰੈਸ ਕਰ ਪਾਏਗਾ, ਲੋਕਾਂ ਵਿੱਚ ਖੜ ਪਾਏਗਾ, ਆਪਣੀ ਇੱਕ ਜਗ੍ਹਾ ਬਣਾ ਪਾਏਗਾ। ਮੇਰਾ ਮੰਨਣਾ ਤਾਂ ਇਹ ਹੈ। ਜੀ, ਤੁਹਾਡੇ ਕੋਲ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਅਹੁਦਿਆਂ ਤੇ ਕੰਮ ਕਰਨ ਦਾ ਅਨੁਭਵ ਰਿਹਾ ਹੈ। ਹਾਂਜੀ, ਇੱਕ ਚੀਜ਼ ਤੁਹਾਡੇ ਤੋਂ ਜਾਣਨੀ ਚਾਹਾਂਗੀ ਮੈਂ ਜ਼ਰੂਰ, ਤੁਹਾਨੂੰ ਕਦੇ ਇਹ ਲੱਗਿਆ ਕਿ ਸਮਾਜ ਵਿੱਚ ਕੰਮਕਾਜੀ ਮਹਿਲਾਵਾਂ ਲਈ ਜ਼ਿਆਦਾ ਮੁਸ਼ਕਿਲਾਂ ਨਹੀਂ, ਜਾਂ ਔਰਤ ਤੇ ਮਰਦ ਲਈ ਜਿਹੜੇ ਦੋਹਰੇ ਮਾਪਦੰਡ ਉਹ ਵਰਤੇ ਜਾਂਦੇ ਆ ਕੰਮਕਾਜੀ ਥਾਵਾਂ 'ਤੇ? ਮੈਂ ਇਹ ਕਹਾਂਗੀ ਕਿ ਕੰਮਕਾਜੀ ਥਾਵਾਂ ਕਿ ਅਸੀਂ ਹਰ ਥਾਂ ਵੀ ਜਿੱਥੇ ਵੀ ਜਾਈਏ, ਉਹ ਇੱਕ ਫਰਕ ਅਸੀਂ ਔਰਤ ਤੇ ਮਰਦ ਦਾ ਹਮੇਸ਼ਾ ਹੀ ਦੇਖਦੇ ਹਾਂ। ਦੋਹਰੇ ਮਾਪਦੰਡ ਦੀ ਜੇ ਗੱਲ ਕਰੀਏ ਕਿ ਸਰਕਾਰੀ ਨੌਕਰੀ ਵਿੱਚ ਤਾਂ ਚਲੋ ਉਹਨਾਂ ਨੇ ਇੱਕ ਤਨਖਾਹ ਫਿਕਸ ਕੀਤੀ ਹੋਈ ਹੈ, ਪਰ ਜੇ ਅਸੀਂ ਉਂਝ ਬਾਹਰ ਨਿਕਲ ਕੇ ਦੇਖੀਏ ਤਾਂ ਇੱਕ ਮੇਲ ਨੂੰ ਹਮੇਸ਼ਾ ਹੀ ਹਾਇਰ ਪੇ ਸਕੇਲ ਆਫਰ ਹੁੰਦਾ ਹੈ ਇੱਕ ਫੀਮੇਲ ਦੇ ਮੁਕਾਬਲੇ। ਉਹਨਾਂ ਨੂੰ ਹਮੇਸ਼ਾ ਹੀ ਹੁੰਦਾ ਹੈ ਕਿ ਇਸ ਨੂੰ ਘੱਟ ਦਿੱਤਾ ਜਾਵੇ। ਤੇ ਸਾਰੀਆਂ ਥਾਵਾਂ ਤੇ ਨਹੀਂ, ਪਰ ਬਹੁਤ ਸਾਰੀਆਂ ਥਾਵਾਂ ਤੇ ਅਜੇ ਵੀ ਇਹ ਚੱਲ ਰਿਹਾ ਹੈ ਕਿ ਇੱਕ ਫੀਮੇਲ ਨੂੰ ਘੱਟ ਪੇ ਆਫਰ ਹੁੰਦੀ ਹੈ ਕਿ ਤੂੰ ਕੁੜੀਆਂ ਤੈਨੂੰ ਇੰਨੇ ਕੁ ਹੀ ਇੰਨੇ ਕੁ ਪੈਸਿਆਂ ਨਾਲ ਇਹਦਾ ਸਰ ਜਾਏਗਾ, ਇਹਨੂੰ ਜ਼ਿਆਦਾ ਦੇ ਕੇ ਕੀ ਕਰਨਾ ਹੈ। ਜਾਂ ਉਹਦੀ ਕਾਬਲੀਅਤ ਨੂੰ ਇਸ ਗੱਲ ਤੇ ਨਹੀਂ, ਇਹ ਨਹੀਂ ਦੇਖਦੇ ਕਿ ਉਹ ਪੜ੍ਹੀ ਲਿਖੀ ਹੈ, ਉਹਦੇ 'ਚ ਕਾਬਲੀਅਤ ਹੈ, ਇਹ ਔਰਤ ਹੈ, ਇਹ ਤੋਂ ਇਹ ਕੰਮ ਨਹੀਂ ਹੋਣਾ। ਤੇ ਉਸ ਤੋਂ ਬਾਅਦ ਸਾਡੇ ਸਮਾਜ ਵਿੱਚ ਇਹ ਧਾਰਨਾ ਵੀ ਹੈ ਕਿ ਜੇ ਅਸੀਂ ਆਫਿਸਿਸ ਵਿੱਚ ਜਾਂਦੇ ਹਾਂ ਤਾਂ ਇਹ ਮੰਨਿਆ ਜਾਂਦਾ ਹੈ ਕਿ ਜੀ ਇੱਕ ਔਰਤ ਬੌਸ ਨਹੀਂ ਹੋ ਸਕਦੀ। ਮੈਂ ਵੱਖ-ਵੱਖ ਥਾਵਾਂ ਤੇ ਕੰਮ ਕੀਤਾ ਹੈ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਯੂਨੀਵਰਸਿਟੀ ਵਿੱਚ ਹਾਂ ਵੀ ਕੰਮ ਕੀਤਾ ਹੈ, ਤਾਂ ਇੱਕ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਦੀ ਚੋਣ ਹੋਣੀ ਸੀ, ਤਾਂ ਉਸ ਟਾਈਮ ਕੈਂਡੀਡੇਟਸ ਦੇ ਜਦੋਂ ਨਾਮ ਆਏ ਤਾਂ 2 ਫੀਮੇਲਸ ਦੇ ਨਾਮ ਵੀ ਆਏ। ਤਾਂ ਸਭ ਨੇ ਕਿਹਾ ਕਿ ਫੀਮੇਲਸ ਵਾਈਸ ਚਾਂਸਲਰ ਨਹੀਂ ਬਣ ਸਕਦੀਆਂ, ਕਿ ਇੱਥੋਂ ਦਾ ਜੋ ਸੈਟਅਪ ਹੈ, ਜੋ ਇੱਥੋਂ ਦਾ ਸੈਟਅਪ ਹੈ ਉਹ ਇਹੀ ਕਹਿੰਦਾ ਹੈ ਕਿ ਇਹ ਲੋਕ ਇੱਕ ਫੀਮੇਲ ਤੋਂ ਆਰਡਰਸ ਨਹੀਂ ਲੈ ਸਕਦੇ। ਮੈਂ ਆਪਣੇ ਵਰਕ ਪਲੇਸ ਤੇ ਵੀ ਇਹ ਫੀਲ ਕੀਤਾ ਕਿ ਮੇਰੀ ਕਾਬਲੀਅਤ ਨੂੰ ਦੇਖ ਕੇ, ਮੇਰੀ ਮਿਹਨਤ ਨੂੰ ਦੇਖ ਕੇ ਮੇਰੀ ਯੂਨੀਵਰਸਿਟੀ ਵਾਲਿਆਂ ਨੇ ਮੈਨੂੰ ਕੁਝ ਰਿਸਪੌਂਸਿਬਿਲਿਟੀਜ਼ ਦਿੱਤੀਆਂ, ਪਰ ਮੇਰੇ ਖੁਦ ਦੇ ਡਿਪਾਰਟਮੈਂਟ ਵਿੱਚ ਕੁਝ ਮੇਲ, ਸਾਰੇ ਨਹੀਂ, ਕੁਝ ਮੇਲਸ ਨੂੰ ਇਸ ਗੱਲ ਤੋਂ ਬਹੁਤ ਪ੍ਰੋਬਲਮ ਸੀ ਕਿ ਇੱਕ ਫੀਮੇਲ ਹੈ, ਇੱਕ ਫੀਮੇਲ ਉਹਨਾਂ ਨੂੰ ਲੀਡ ਕਰ ਰਹੀ ਹੈ, ਉਹਨਾਂ ਨੂੰ ਲੀਡ ਕਰ ਰਹੀ ਹੈ। ਔਖਾ ਲੱਗਦਾ ਹੈ ਕਿ ਮੈਨੂੰ ਆਰਡਰ ਨਹੀਂ ਦੇ ਸਕਦੀ। ਮੈਂ ਅਸਿਸਟੈਂਟ ਪ੍ਰੋਫੈਸਰ ਸੀ, ਇੱਕ ਐਸੋਸੀਏਟ ਪ੍ਰੋਫੈਸਰ ਸੀ, ਉਹਨਾਂ ਨੇ ਮੈਨੂੰ ਮਤਲਬ ਆਫੀਸ਼ੀਅਲੀ ਮੇਰੇ ਕੋਲ ਅੱਜ ਵੀ ਉਹ ਮੇਲਸ ਪਈਆਂ ਨੇ ਕਿ ਜਦੋਂ ਕੋਵਿਡ ਦੇ ਦੌਰਾਨ ਮੇਰੇ ਤੇ ਜ਼ਿੰਮੇਵਾਰੀ ਸੀ ਕਿ ਮੈਂ ਸਭ ਤੋਂ ਉਹਨਾਂ ਦੀ ਵਰਕ ਦੀ ਰਿਪੋਰਟ ਲਵਾਂ, ਤੇ ਮੈਂ ਉਹਨਾਂ ਤੋਂ ਰਿਪੋਰਟ ਮੰਗਦੀ ਸੀ, ਉਹ ਰਿਪੋਰਟ ਟਾਈਮ ਸਿਰ ਨਹੀਂ ਭੇਜਦੇ ਸੀ,
ਤਾਂ ਮੈਂ ਉਹਨਾਂ ਨੂੰ ਇੱਕ ਬੜੀ ਪੋਲਾਈਟਲੀ ਕਿਹਾ ਕਿ ਸਰ ਤੁਹਾਡੇ ਅਹੁਦੇ ਦੇ ਮੁਤਾਬਕ, ਤੁਹਾਡੇ ਰੁਤਬੇ ਦੇ ਮੁਤਾਬਕ ਤੁਸੀਂ ਟਾਈਮ ਸਿਰ ਜੇ ਰਿਪੋਰਟ ਭੇਜੋਗੇ ਅੱਛਾ ਰਹੇਗਾ, ਕਿ ਨਹੀਂ ਤਾਂ ਡਿਪਾਰਟਮੈਂਟ ਦੀ ਰੈਪੂਟੇਸ਼ਨ ਵੀ ਖਰਾਬ ਹੁੰਦੀ ਹੈ। ਤੇ ਉਸਨੇ ਮੈਨੂੰ ਮੇਲ ਕੀਤੀ ਕਿ ਤੂੰ ਇੱਕ ਅਸਿਸਟੈਂਟ ਪ੍ਰੋਫੈਸਰ ਹੈ ਤਾਂ ਅਸਿਸਟੈਂਟ ਪ੍ਰੋਫੈਸਰ ਬਣ ਕੇ ਰਹਿ, ਮੈਨੂੰ ਤੂੰ ਆਰਡਰ ਨਹੀਂ ਦੇ ਸਕਦੀ। ਜਦ ਕਿ ਮੈਂ ਸਿਰਫ ਆਪਣੇ ਹੈੱਡ ਦੇ ਆਰਡਰਸ ਕਨਵੇ ਕਰ ਰਹੀ ਸੀ ਕਿ ਰਿਪੋਰਟ ਟਾਈਮ ਤੇ ਦੇ ਦਿਓ, ਕਿ ਮੈਂ ਕੰਪਾਈਲ ਕਰਨਾ ਕੰਮ ਤੇ ਮੈਨੂੰ ਅੱਗੇ ਭੇਜਣ ਵਿੱਚ ਤਕਲੀਫ ਮੁਸ਼ਕਿਲ ਹੁੰਦੀ ਹੈ, ਜੋ ਕੰਮ ਲੇਟ ਹੁੰਦਾ ਤਾਂ ਮੈਨੂੰ ਕੁਐਸ਼ਨਿੰਗ ਹੁੰਦੀ ਹੈ, ਪਲੀਜ਼ ਤੁਸੀਂ ਟਾਈਮ ਤੇ ਭੇਜ ਦਿਓ। ਬਟ ਉਹ ਸਿਰਫ ਇਸ ਕਰਕੇ ਨਹੀਂ ਭੇਜਦੇ ਸੀ ਕਿਉਂਕਿ ਮੈਂ ਇੱਕ ਔਰਤ ਹਾਂ। ਕਿ ਜਦੋਂ ਬਾਅਦ ਵਿੱਚ ਉਹਨਾਂ ਨੇ ਮੈਨੂੰ ਕੁਐਸਚਨ ਵੀ ਮਤਲਬ ਕੋਈ ਗੱਲ ਹੋਈ, ਮਤਲਬ ਹੀ ਕੈਪਟ ਔਨ ਡੂਇੰਗ ਦਿਸ ਤੇ ਮੈਂ ਆਪਣੇ ਮੇਰੇ ਸਮੇਂ ਨੂੰ ਸਾਰੇ ਕਹਿੰਦੇ ਸੀ ਕਿ ਤੂੰ ਨਾ ਮੂੰਹ ਲੱਗਿਆ ਕਰ, ਤੂੰ ਆਪਣਾ ਸਾਈਡ ਤੇ ਰਹਿ। ਮੈਂ ਵੀ ਇਹੀ ਸੋਚਦੀ ਸੀ ਕਿ ਮੈਂ ਆਪਣਾ ਕੰਮ ਕਰਨਾ, ਬਹਿਸ ਕਰੇ ਦਾ ਕੋਈ ਫਾਇਦਾ ਨਹੀਂ ਹੈ। ਪਰ ਇੱਕ ਵਾਰ ਕੁਝ ਗੱਲ ਹੋਈ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਗੱਲ ਨਹੀਂ ਕਰ ਸਕਦੇ, ਤਾਂ ਮੈਨੂੰ ਇਹ ਕਿਹਾ ਗਿਆ ਤੂੰ ਔਕਾਤ ਵਿੱਚ ਰਹਿ। ਤੇ ਇਹ ਗੱਲ ਉਹ ਕਦੇ ਕਿਸੇ ਮੇਲ ਨੂੰ ਨਾ ਕਹਿੰਦੇ, ਮੈਨੂੰ ਸਿਰਫ ਇਸ ਕਰਕੇ ਉਹਨਾਂ ਨੇ ਕਹੀ ਕਿ ਤੂੰ ਇੱਕ ਔਰਤ ਹੈ, ਤੂੰ ਔਕਾਤ ਵਿੱਚ ਰਹਿ। ਤੇ ਮੈਂ ਸਿਰਫ ਇਹੀ ਕਿਹਾ ਕਿ ਮੈਨੂੰ ਪਤਾ ਹੈ ਕਿ ਮੈਂ ਕਿੱਥੇ ਹਾਂ, ਔਕਾਤ ਤੁਸੀਂ ਵੀ ਆਪਣੀ ਲਿਮਿਟ ਵਿੱਚ ਰਹੋ, ਮੈਂ ਵੀ ਆਪਣੀ ਲਿਮਿਟ ਵਿੱਚ ਤਾਂ ਹੀ ਰਹਿ ਕੇ ਗੱਲ ਕਰਾਂਗੀ ਜੇ ਤੁਸੀਂ ਆਪਣੀ ਲਿਮਿਟ ਵਿੱਚ ਰਹੋਗੇ। ਕਿ ਉਹ ਦੋਹਰੇ ਮਾਪਦੰਡ ਜਾਂ ਉਹ ਵਿਤਕਰੇ ਦਾ ਸਾਹਮਣਾ ਤੁਹਾਨੂੰ ਕਰਨਾ ਹੀ ਪੈਂਦਾ। ਜਿਹੜੀ ਗੱਲ ਤੁਹਾਡੀ ਸੀਗੀ ਕਿ ਹਾਂਜੀ ਸਾਨੂੰ ਮਤਲਬ ਲੋਕੀ ਡਿਸਕ੍ਰਿਮੀਨੇਸ਼ਨ ਕਰਦੇ ਨੇ ਕਿ ਔਰਤ ਹੈ ਤਾਂ ਇਹ ਉਸ ਤਰੀਕੇ ਨਾਲ ਕੰਮ ਨਹੀਂ ਕਰ ਪਾਏਗੀ, ਪਰ ਜੇ ਤੁਹਾਡੇ ਅੰਦਰ ਕੰਮ ਕਰਨ ਦਾ ਜਜ਼ਬਾ ਹੈ, ਜੇ ਤੁਹਾਡੇ ਅੰਦਰ ਕਾਬਲੀਅਤ ਹੈ ਤਾਂ ਤੁਹਾਨੂੰ ਮੌਕਾ ਵੀ ਮਿਲਦਾ ਹੈ। ਹਰ ਥਾਂ ਨਹੀਂ ਹੁੰਦਾ ਪਰ ਬਹੁਤੀਆਂ ਥਾਵਾਂ ਤੇ ਹੁੰਦਾ ਹੀ ਹੈ। ਬਹੁਤੀਆਂ ਥਾਵਾਂ ਤੇ ਇਹੀ ਮੰਨਿਆ ਜਾਂਦਾ ਹੈ ਕਿ ਔਰਤ ਨਹੀਂ ਬੋਲ ਸਕਦੀ, ਇਹਦੇ ਅੰਦਰ ਇਹ ਇੱਕ ਅੱਛੀ ਲੀਡਰ ਨਹੀਂ ਸਾਬਿਤ ਹੋ ਸਕਦੀ, ਇਹਨੂੰ ਸਿਰਫ ਡੈਸਕ ਜੌਬ ਹੀ ਦੇਵੋ, ਉਹਨੂੰ ਇੰਨਾ ਕੀ ਕੰਮ ਦੇਵੋ ਜਿੰਨਾ ਇਹ ਕਰ ਸਕੇ, ਜਾਂ ਇਹਦੇ ਬਾਰੇ ਇਹਨੂੰ ਤਾਂ ਬੱਚਿਆਂ ਦੀ ਪੈ ਜਾਣੀ ਹੈ। ਜੇ ਕੋਈ ਨਵੀਂ ਵਿਆਹੀ ਕੁੜੀ ਜੌਬ ਜੁਆਇਨ ਕਰਦੀ ਹੈ ਤਾਂ ਸਾਰੇ ਪਹਿਲਾਂ ਹੀ ਕਹਿੰਦੇ ਨੇ ਥੋੜੇ ਦਿਨਾਂ ਬਾਅਦ ਸ਼ੀ ਵਿਲ ਬੀ ਔਨ ਫੈਮਿਲੀ ਵੇ, ਇਹ ਕੀ ਕੰਮ ਕਰੇਗੀ ਜੀ। ਮਤਲਬ ਮੈਂ ਇਹ ਕਿਸੇ ਇੰਸਟੀਟਿਊਸ਼ਨ ਦੀ ਹੀ ਗੱਲ ਦੱਸ ਰਹੀ ਹਾਂ ਕਿ ਉੱਥੇ ਕਿਸੇ ਅਸਿਸਟੈਂਟ ਪ੍ਰੋਫੈਸਰ ਨੇ ਜੁਆਇਨ ਕੀਤਾ, ਸ਼ੀ ਵਾਜ਼ ਨਿਊਲੀ ਮੈਰਿਡ, ਤਾਂ ਉਹਨਾਂ ਨੇ ਕਿਹਾ ਤੁਸੀਂ ਕੁੜੀ ਲੈ ਆਏ ਹੋ, ਦੱਸ ਥੋੜੇ ਦਿਨਾਂ ਬਾਅਦ ਤਾਂ ਇਹਨੇ ਫੈਮਿਲੀ ਵੇ ਤੇ ਚਲੇ ਜਾਣਾ, ਤੁਹਾਡੀ ਤਾਂ ਪੋਸਟ ਫੇਰ ਖਾਲੀ ਦੀ ਖਾਲੀ। ਮਤਲਬ ਔਰਤ ਬਾਰੇ ਹੀ ਕਿਹਾ ਜਾਂਦਾ ਕਿ ਹੋਰ ਨਹੀਂ ਤਾਂ ਇਹ ਬੱਚੇ ਜੰਮਣ ਬੈਠ ਜਾਏਗੀ, ਕੰਮ ਤਾਂ ਇਹ ਤੋਂ ਹੋਣਾ ਨਹੀਂ, ਇਹਨੂੰ ਫੈਮਿਲੀ ਹੀ ਚਾਹੀਦੀ ਹੈ। ਜਦ ਕਿ ਤੁਹਾਡੀ ਗੱਲ ਉਹ ਸਹੀ ਹੈ ਕਿ ਔਰਤ ਲਈ ਮੁਸ਼ਕਿਲਾਂ ਨੇ, ਘਰ ਵਿੱਚ ਵੀ ਮੁਸ਼ਕਿਲਾਂ ਨੇ। ਇੱਕ WhatsApp ਤੇ ਬੜਾ ਮੈਸੇਜ ਸ਼ੇਅਰ ਹੁੰਦਾ ਹੈ ਕਿ ਉਹਦੇ ਵਿੱਚ ਔਰਤ ਤੇ ਮਰਦ ਉਹ ਰੇਸ ਟਰੈਕ ਬਣਿਆ ਹੋਇਆ ਹੈ ਤੇ ਉਹਦੇ ਵਿੱਚ ਉਹਨਾਂ ਦੋਨਾਂ ਨੇ ਆਫਿਸ ਜਾਣ ਲਈ ਉਹ ਤਿਆਰ ਖੜੇ ਨੇ। ਉਹ ਰੇਸ ਟਰੈਕ ਨੂੰ ਰੋਡ ਟੂ ਆਫਿਸ ਦਿਖਾਇਆ ਗਿਆ ਤੇ ਆਦਮੀ ਵਾਲੀ ਸਾਈਡ ਤੇ ਉਹ ਟਰੈਕ ਬਿਲਕੁਲ ਖਾਲੀ ਹੈ, ਜਦ ਕਿ ਔਰਤ ਵਾਲੀ ਸਾਈਡ ਤੇ ਬਰਤਨ ਵੀ ਪਏ ਨੇ, ਕੱਪੜੇ ਵੀ ਪਏ ਨੇ, ਵਿੱਚ ਬੱਚੇ ਵੀ ਪਏ ਨੇ, ਡਰੈਸਸ ਵੀ ਪਈਆਂ ਨੇ, ਪੂਰੀ ਚੀਜ਼। ਮਤਲਬ ਉਹਨਾਂ ਨੇ ਸਾਰੇ ਘਰ ਦੇ ਕੰਮ ਕਰਕੇ ਫੇਰ ਅੱਗੇ ਆਫਿਸ ਜਾਣਾ ਹੈ, ਜਦ ਕਿ ਮਰਦ ਨੇ ਸਿਰਫ ਤਿਆਰ ਹੋਣਾ ਤੇ ਉਹਨੇ ਆਫਿਸ ਜਾਣਾ। ਮਤਲਬ ਉਹ ਇੱਕ ਜਿਹੜਾ ਹੈ ਰਸਤਾ ਆਫਿਸ ਤੱਕ ਜਾਣ ਦਾ, ਇੱਕ ਔਰਤ ਤੇ ਮਰਦ ਦਾ ਬਿਲਕੁਲ ਵੱਖਰਾ ਸੰਦੀਪ ਜੀ, ਤੁਸੀਂ ਇਹ ਜੋ ਗੱਲ ਕਰ ਰਹੇ ਹੋ, ਇਹ ਗੱਲ ਨਾ ਮੈਂ ਇੱਕ ਯੂਨੀਵਰਸਿਟੀ ਦੇ ਪ੍ਰੋਫੈਸਰ ਦੇ ਮੂੰਹੋਂ ਸੁਣੀ। ਉਹਨਾਂ ਕਿਹਾ ਕਿ ਅਸੀਂ PhD ਲਈ ਨਾ, ਉਹ ਕਹਿੰਦੇ ਕਿ ਮੈਂ ਬਹੁਤ ਘੱਟ ਐਨਰੋਲ ਕਰਕੇ ਖੁਸ਼ ਹਾਂ ਕਿ ਕੁੜੀਆਂ ਮੇਰੇ ਕੋਲ PhD ਕਰਨ। ਕਹਿੰਦੇ ਕਿ ਬੜੀ ਦਿੱਕਤ ਆਉਂਦੀ ਹੈ ਜਦੋਂ ਕੁੜੀਆਂ PhD ਕਰਨ ਆਉਂਦੀਆਂ ਨੇ, ਕਿਉਂਕਿ ਵਿਆਹ ਹੋ ਜਾਂਦੇ ਹੈ, ਉਸ ਤੋਂ ਬਾਅਦ ਬੱਚੇ ਹੋ ਜਾਂਦੇ ਹੈ ਤੇ ਉਹ ਕਹਿੰਦੇ ਕਿ ਸਾਡਾ ਕੰਮ ਵੀ ਲਟਕ ਜਾਂਦਾ ਹੈ ਤੇ ਇਸ ਕਰਕੇ ਮੁੰਡੇ ਠੀਕ ਨੇ ਇਸ ਮਾਮਲੇ ਦੇ ਵਿੱਚ, ਹੈ ਨਾ। ਤੇ ਬੜੀ ਹੈਰਾਨੀ ਹੁੰਦੀ ਹੈ ਸਾਨੂੰ ਜਦੋਂ ਅਸੀਂ ਪੜ੍ਹੇ ਲਿਖੇ ਵਰਗ, ਜਦੋਂ ਅਸੀਂ ਮੰਨਦੇ ਹਾਂ ਕਿ ਅਧਿਆਪਕ, ਹੈ ਨਾ, ਜਿਨ੍ਹਾਂ ਨੇ ਅਸੀਂ ਕਹਿੰਦੇ ਹਾਂ ਕਿ ਸਮਾਜ ਦੇ ਨਿਰਮਾਤਾ ਨੇ ਇਹ, ਹਾਂਜੀ, ਉਹ ਲੋਕ ਜਦੋਂ ਇਸ ਤਰ੍ਹਾਂ ਦੀ ਵਿਚਾਰਧਾਰਾ ਰੱਖਦੇ ਨੇ ਤਾਂ ਤੁਹਾਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਸਮਾਜ ਦੇ ਵਿੱਚ ਵਿਚਰ ਰਹੇ ਹਾਂ। ਬਿਲਕੁਲ, ਜਿਹੜੀ ਗੱਲ ਮੈਂ ਤੁਹਾਨੂੰ ਕਹੀ ਕਿ ਔਰਤ ਹੈ ਤਾਂ ਉਹ ਫੀਮੇਲ ਹੈ ਤਾਂ ਸ਼ੀ ਵਿਲ ਬੀ ਔਨ ਫੈਮਿਲੀ ਵੇ, ਇਹ ਤਾਂ ਫੈਮਿਲੀ ਵਿੱਚ ਹੀ ਰੁਲ ਕੇ ਰਹਿ ਜਾਏਗੀ, ਇਸ ਕਰਕੇ ਇਹਨੂੰ ਕੋਈ ਫਾਇਦਾ ਨਹੀਂ। ਜਦ ਕਿ ਅੱਜ ਜੇ ਅਸੀਂ ਦੇਖੀਏ ਤਾਂ ਕੁੜੀਆਂ ਜ਼ਿਆਦਾ ਪੜ੍ਹ ਰਹੀਆਂ ਨੇ, ਜ਼ਿਆਦਾ ਡੈਡੀਕੇਸ਼ਨ ਨਾਲ ਕੰਮ ਕਰਦੀਆਂ ਨੇ। ਤੇ PhD ਤਾਂ ਇੱਕ ਐਸਾ ਟੌਪਿਕ ਹੈ, ਜਦੋਂ ਤੁਸੀਂ PhD ਕਰਨ ਜਾਂਦੇ ਹੋ ਉਹਦੇ ਵਿੱਚ ਕਦੇ ਇਹ ਨਹੀਂ ਹੁੰਦਾ ਕਿ ਤੁਸੀਂ 3 ਸਾਲਾਂ ਵਿੱਚ PhD, ਜਿਹੜੀ ਇੱਕ ਲਿਮਿਟ ਮਿਨੀਮਮ ਡਿਊਰੇਸ਼ਨ ਹੈ PhD ਦੀ, ਦੈਟ ਇਜ਼ 3 years, 3 ਸਾਲਾਂ ਵਿੱਚ PhD ਹੋ ਹੀ ਜਾਏਗੀ। ਐਸੇ ਵੀ ਮੁੰਡੇ ਨੇ ਜਿਹੜੇ 10-10 ਸਾਲ ਤੋਂ PhD ਕਰ ਰਹੇ ਨੇ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਮੇਲ ਹੋ ਫੀਮੇਲ ਹੋ, ਤੁਹਾਡੇ ਟੌਪਿਕ ਦੇ ਉੱਤੇ ਤੁਹਾਡੀ ਖੁਦ ਦੀ ਉਹਦੇ ਵਿੱਚ ਇੰਟਰਸਟ ਕਿੰਨਾ ਹੈ ਤੇ ਸਰਕਮਸਟਾਂਸਿਸ ਦੇ ਉੱਤੇ ਹੀ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਡਾਟਾ ਜਦੋਂ ਮਿਲ ਜਾਏਗਾ, ਰਿਜ਼ਲਟਸ ਆ ਜਾਣਗੇ, ਤੁਹਾਡੀ PhD ਹੋ ਜਾਏਗੀ। ਜਾਂ ਤੁਹਾਡੇ ਗਾਈਡ ਉੱਪਰ ਕਿ ਉਹ ਕਿੰਨੀ ਜਲਦੀ ਕਿਸ ਤਰੀਕੇ ਨਾਲ ਤੁਹਾਨੂੰ ਕੰਮ ਕਰਵਾਉਂਦਾ ਹੈ। ਕਈ ਵਾਰ ਤੁਹਾਡਾ ਆਪਣਾ ਗਾਈਡ ਹੀ ਕੰਮ ਲਟਕਾ ਦਿੰਦਾ ਹੈ।
ਕਈ ਵਾਰ ਤੁਹਾਡਾ ਆਪਣਾ ਗਾਈਡ ਕੰਮ ਲਟਕਾ ਰਿਹਾ ਹੈ ਜਾਂ ਤੁਹਾਡਾ ਰਿਸਰਚ ਟੌਪਿਕ ਹੀ ਐਸਾ ਹੈ ਜਿਸ ਵਿੱਚ ਤੁਹਾਨੂੰ ਜਲਦੀ ਜਲਦੀ ਰਿਜ਼ਲਟ ਹੀ ਨਹੀਂ ਮਿਲ ਰਹੇ, ਤਾਂ ਉਹਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਨਾ ਕਿ ਉਹ ਔਰਤ ਸੀ ਇਸ ਕਰਕੇ ਕੰਮ ਲੇਟ ਹੋ ਗਿਆ ਤੇ ਮਰਦ ਹੁੰਦਾ ਤਾਂ ਛੇਤੀ ਕਰ ਲੈਂਦਾ। ਪਰ ਉਹੀ ਸਾਡੇ ਸਮਾਜ ਦਾ ਜੋ ਬਣਤਰ ਹੈ ਜਾਂ ਜੋ ਸਾਡੀ ਸੋਚ ਹੈ ਉਹ ਬਣੀ ਹੀ ਇਸ ਤਰ੍ਹਾਂ ਹੋਈ ਹੈ ਕਿ ਨਹੀਂ ਕੁੜੀ ਹੈ ਤਾਂ ਇਹ ਤੋਂ ਕਿੱਥੇ ਹੋਣਾ। ਉਹ ਸਭ ਤੋਂ ਵੱਡੀ ਗੱਲ ਇਹ ਹੈ ਵੀ ਕੁੜੀ ਹੈ ਤਾਂ ਇਹ ਕਿੱਥੋਂ ਕਰ ਲੇਗੀ, ਇਹਨੂੰ ਟਿਕਾ ਕੇ ਰੱਖੋ। ਪਰ ਮੈਂ ਹਮੇਸ਼ਾ ਹੀ ਜਿਹੜੀ ਗੱਲ ਮੈਂ ਪਹਿਲਾਂ ਵੀ ਕਹੀ ਹੈ, ਮੈਂ ਆਪਣੇ ਪਰਿਵਾਰ ਵਿੱਚ ਦੇਖੀ ਹੈ ਕਿ ਪਹਿਲਾਂ ਯਕੀਨ ਤੁਸੀਂ ਮਾਤਾ ਪਿਤਾ ਨੇ ਆਪਣੇ ਬੱਚੇ ਤੇ ਕਰਨਾ ਹੈ। ਜਦ ਤੁਸੀਂ ਉਸ ਤੇ ਯਕੀਨ ਕਰੋਗੇ ਉਹ ਹਰ ਮੁਸ਼ਕਿਲ ਦਾ ਸਾਹਮਣਾ ਕਰ ਲੇਗਾ, ਹਰ ਇਮਤਿਹਾਨ ਵਿੱਚ ਉਹ ਸਫਲ ਹੋ ਜਾਏਗਾ। ਪਰ ਜੇ ਤੁਸੀਂ ਉਹਨੂੰ ਇਹ ਕਹੀ ਜਾਓਗੇ ਕਿ ਤੂੰ ਕੁੜੀ ਹੈ, ਤੂੰ ਮੁੰਡਾ ਹੈ, ਤਾਂ ਇਹ ਮੁੰਡਾ ਹੈ ਤਾਂ ਇਹ ਕਰ ਸਕਦਾ, ਤੂੰ ਕੁੜੀ ਹੈ ਤੂੰ ਨਹੀਂ ਕਰ ਸਕਦੀ, ਬਸ ਫਿਰ ਉੱਥੇ ਹੀ ਹੌਸਲੇ ਢਹਿ ਜਾਂਦੇ ਨੇ। ਅੱਛਾ ਸੰਦੀਪ ਜੀ, ਜਿਵੇਂ ਅਸੀਂ ਕੰਮਕਾਜੀ ਥਾਵਾਂ ਦੀ ਗੱਲ ਕਰ ਰਹੇ ਹਾਂ ਨਾ, ਜਿੰਨਾ ਕਿ ਮੇਰਾ ਅਨੁਭਵ ਰਿਹਾ ਹੈ ਕੰਮਕਾਜੀ ਥਾਵਾਂ ਦਾ, ਤਾਂ ਔਰਤਾਂ ਲਈ ਨਾ ਇੱਕ ਵੱਖਰਾ ਕੋਟਾ ਉਹਨਾਂ ਨੇ ਰੱਖਿਆ ਹੁੰਦਾ ਕਿ ਜੇ ਕੋਈ ਵੱਡਾ ਇਵੈਂਟ ਜਾਂ ਕੁਝ ਵੀ ਹੋ ਰਿਹਾ ਕਿਸੇ ਵਿਭਾਗ ਦੇ ਵਿੱਚ ਹੈ ਨਾ, ਤਾਂ ਔਰਤਾਂ ਲਈ ਕੁਝ ਗਿਣੇ ਚੁਣੇ ਕੰਮ ਨੇ ਕਿ ਇਹ ਡੈਕੋਰੇਸ਼ਨ ਦੇਖ ਲੈਣਗੀਆਂ, ਇਹ ਹਲਕੇ ਫੁਲਕੇ ਜਿਹੜੇ ਕੰਮ ਨੇ ਹੈ ਨਾ ਉਹ ਇਹ ਦੇਖ ਲੈਣਗੀਆਂ, ਤੇ ਇਹ ਜਿਹੜੇ ਬਾਕੀ ਕੰਮ ਨੇ ਉਹ ਇਹਨਾਂ ਦੇ ਵੱਸ ਦੇ ਨਹੀਂ ਹੈਗੇ। ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ? ਦੇਖੋ ਅਗੇਨ ਉਹੀ ਹੈ ਕਿ ਜੇ ਤੁਹਾਨੂੰ ਘਰੇ ਉਹ ਐਕਸਪੋਜ਼ਰ ਨਹੀਂ ਮਿਲ ਰਿਹਾ, ਸਾਡੇ ਘਰਾਂ ਵਿੱਚ ਵੀ ਤਾਂ ਇਹੀ ਹੁੰਦਾ ਕਿ ਘਰ ਦਾ ਕੰਮ ਤਾਂ ਤੁਸੀਂ ਦੇਖ ਲਓ, ਬਾਹਰ ਦੇ ਅਸੀਂ ਦੇਖ ਲਵਾਂਗੇ, ਕਿਉਂਕਿ ਸਾਨੂੰ ਉਸ ਤਰੀਕੇ ਨਾਲ ਟ੍ਰੇਨ ਹੀ ਨਹੀਂ ਕੀਤਾ ਜਾਂਦਾ। ਸਾਨੂੰ ਉਸ ਤਰੀਕੇ ਨਾਲ ਕਦੇ ਟ੍ਰੇਨ ਹੀ ਨਹੀਂ ਕੀਤਾ ਗਿਆ ਕਿ ਤੁਸੀਂ ਬਾਹਰ ਜਾ ਕੇ ਘਰ ਦੇ ਵਾਸਤੇ, ਮਤਲਬ ਚਲੋ ਰਾਸ਼ਨ ਵਗੈਰਾ ਤਾਂ ਆਮ ਲੈ ਹੀ ਆਉਂਦੀਆਂ ਨੇ ਔਰਤਾਂ ਵੀ, ਪਰ ਜੇ ਘਰੇ ਫੰਕਸ਼ਨ ਹੋ ਰਿਹਾ ਤਾਂ ਟੈਂਟ ਵਾਲੇ ਨਾਲ ਜਾਂ ਕੇਟਰਿੰਗ ਵਾਲੇ ਨਾਲ ਤੁਹਾਨੂੰ ਗੱਲ ਕਰਨ ਲਈ ਅੱਗੇ ਕੀਤਾ ਹੀ ਨਹੀਂ ਜਾਂਦਾ, ਘਰ ਦੇ ਮੇਲਸ ਹੀ ਕਰਦੇ ਨੇ। ਤੇ ਰਹੀ ਗੱਲ ਡੈਕੋਰੇਸ਼ਨ ਦੀ, ਤਾਂ ਮੈਨੂੰ ਹਮੇਸ਼ਾ ਲੱਗਦਾ ਕਿ ਐਸਥੈਟਿਕ ਸੈਂਸ ਜਿਹੜੀ ਹੈਗੀ ਉਹ ਫੀਮੇਲਸ ਵਿੱਚ ਵੈਸੇ ਹੀ ਜ਼ਿਆਦਾ ਹੈ। ਸਜਣਾ ਸੰਵਰਨਾ ਸਾਨੂੰ ਕੁੜੀਆਂ ਨੂੰ ਜ਼ਿਆਦਾ ਆਉਂਦਾ ਹੈ ਮੁੰਡਿਆਂ ਦੇ ਮੁਕਾਬਲੇ। ਮਤਲਬ ਇਹ ਨਹੀਂ ਹੈ ਕਿ ਸਜਣਾ ਸੰਵਰਨਾ ਤੋਂ ਮੈਂ ਇਹ ਕਹਿ ਰਹੀ ਹਾਂ ਕਿ ਲਿਪਸਟਿਕ, ਬਟ ਸਾਨੂੰ ਇੱਕ ਚੰਗੀ ਤਰ੍ਹਾਂ ਕੱਪੜੇ ਪਾਉਣ ਦਾ ਢੰਗ ਜਿਹੜਾ ਹੈ ਜਾਂ ਸਲੀਕਾ ਜਿਹੜਾ ਹੈ ਉਹ ਔਰਤਾਂ ਵਿੱਚ ਮੁੰਡਿਆਂ ਦੇ ਮੁਕਾਬਲੇ ਹਮੇਸ਼ਾ ਹੀ ਜ਼ਿਆਦਾ ਰਿਹਾ ਹੈ। ਭਾਵੇਂ ਉਹ ਜਿਹੜੀ ਕੁਦਰਤੀ ਬਣਤਰ ਹੈ ਉਸ ਨੂੰ ਮੰਨ ਲਈਏ ਕਿ ਨੇਚਰ ਨੇ ਜੇ ਦੋ ਨਰ ਤੇ ਮਾਦਾ ਬਣਾਏ ਨੇ, ਉਹ ਇੱਕ ਦੂਜੇ ਦੇ ਪੂਰਕ ਬਣਾਏ ਨੇ, ਤੇ ਦੋਨਾਂ ਵਿੱਚ ਜਿਹੜੀਆਂ ਵੀ ਉਹਨੇ ਕੁਆਲਿਟੀਜ਼ ਪਾਈਆਂ ਨੇ, ਜੋ ਵੀ ਕੈਰੈਕਟਰਿਸਟਿਕਸ ਦਿੱਤੇ ਨੇ, ਉਹ ਕਿਸੇ ਰੀਜ਼ਨ ਕਰਕੇ ਹੀ ਦਿੱਤੇ ਨੇ। ਤੇ ਐਸਥੈਟਿਕਲੀ ਅਸੀਂ ਫੀਮੇਲਸ ਥੋੜ੍ਹੀਆਂ ਵੈਲ ਐਂਡੋਰਡ ਹਾਂ, ਵੀ ਸਾਨੂੰ ਚੀਜ਼ਾਂ ਨੂੰ ਰੱਖਣ ਦਾ ਤਰੀਕਾ ਪਤਾ ਹੈ, ਸਾਨੂੰ ਪਤਾ ਹੈ ਕਿ ਘਰ ਨੂੰ ਕਿਸ ਤਰ੍ਹਾਂ ਸਜਾਇਆ ਜਾਂਦਾ ਹੈ, ਜੋ ਕਿ ਮੁੰਡਿਆਂ ਨੂੰ ਘਰ ਵਿੱਚ ਟ੍ਰੇਨਿੰਗ ਵੀ ਨਹੀਂ ਦਿੱਤੀ ਜਾਂਦੀ। ਇਹ ਵੀ ਮੰਨ ਲਓ ਕਿ ਉਹਨਾਂ ਨੂੰ ਨਹੀਂ ਦੱਸਿਆ ਜਾਂਦਾ ਕਿ ਘਰ ਨੂੰ ਸਾਫ਼ ਕਿਸ ਤਰ੍ਹਾਂ ਰੱਖਣਾ ਹੈ। ਉਹ ਜਿੱਥੇ ਤੌਲੀਆ ਸੁੱਟ ਕੇ ਚਲੇ ਗਏ, ਜਿੱਥੇ ਕੱਪੜਾ ਸੁੱਟ ਕੇ ਚਲੇ ਗਏ, ਉੱਥੇ ਹੀ ਪਿਆ ਰਹਿੰਦਾ ਹੈ। ਪਹਿਲਾ ਸਕੂਲ ਸਾਡਾ ਘਰ ਹੁੰਦਾ ਹੈ, ਤੇ ਉਹ ਵਿਤਕਰਾ ਘਰ ਤੋਂ ਹੀ ਸ਼ੁਰੂ ਹੁੰਦਾ ਹੈ, ਤੇ ਉਹ ਵੱਧਦਾ ਪੂਰੇ ਸਮਾਜ ਵਿੱਚ ਫੈਲ ਕੇ ਫਿਰ ਸਾਡੇ ਆਫਿਸਿਸ ਤੱਕ ਤਾਂ ਪਹੁੰਚਿਆ ਹੀ ਹੋਇਆ ਹੈ ਕਿ ਉਹ ਜੇ ਘਰ ਵਿੱਚ ਤੁਹਾਨੂੰ ਉਸ ਤਰੀਕੇ ਨਾਲ ਤੁਸੀਂ ਨਹੀਂ, ਮਤਲਬ ਤੁਹਾਡੇ ਤੇ ਜ਼ਿੰਮੇਵਾਰੀ ਪਾਈ ਜਾਵੇ, ਜਦੋਂ ਅਸੀਂ ਘਰ ਵਿੱਚ ਆਪਣੀ ਬੇਟੀਆਂ ਨੂੰ ਉਹ ਜ਼ਿੰਮੇਵਾਰੀਆਂ ਦੇਣ ਲੱਗ ਜਾਵਾਂਗੇ ਕਿ ਹਾਂ ਇਹ ਬਾਹਰ ਜਾ ਕੇ ਕੇਟਰਰ ਅਰੇਂਜ ਕਰ ਸਕਦੀ ਹੈ, ਹਲਵਾਈ ਅਰੇਂਜ ਕਰ ਸਕਦੀ ਹੈ, ਜਾਂ ਘਰ ਦੇ ਵਾਸਤੇ ਜੇ ਅਸੀਂ ਕੋਈ ਆਰਕੀਟੈਕਟ ਅਰੇਂਜ ਕਰ ਸਕਦੇ, ਕੁਝ ਵੀ ਐਸਾ ਕੰਮ ਹੈ ਜਿੱਥੇ ਗੱਲਬਾਤ ਕਰਨੀ ਹੈ, ਤਾਂ ਆਫਿਸਿਸ ਵਿੱਚ ਵੀ ਆਪਣੇ ਆਪ ਆ ਜਾਏਗਾ। ਸ਼ੁਰੂਆਤ ਤਾਂ ਘਰ ਤੋਂ ਹੀ ਹੋਏਗੀ। ਮੈਂ ਆਪਣੀ ਜ਼ਿੰਦਗੀ ਦਾ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਹਾਂ ਕਿ ਮੈਂ ਜੋ ਵੀ ਹਾਂ, ਜਾਂ ਉਂਝ ਵੀ ਅਸੀਂ ਕਹਿੰਦੇ ਹਾਂ ਕਿ ਹਰ ਇੱਕ ਉਹ ਕਹਾਵਤ ਹੈ ਕਿ ਹਰ ਕਾਮਯਾਬ ਮਰਦ ਦੇ ਪਿੱਛੇ ਇੱਕ ਔਰਤ ਹੁੰਦੀ ਹੈ, ਤੇ ਹਰ ਕਾਮਯਾਬ ਔਰਤ ਦੇ ਪਿੱਛੇ ਉਹ ਪਿਤਾ ਹੁੰਦਾ ਹੈ ਜਿਸਨੇ ਸਮਾਜ ਦੀ ਪਰਵਾਹ ਨਾ ਕਰਕੇ ਆਪਣੀ ਬੇਟੀ ਤੇ ਯਕੀਨ ਦਿਖਾਇਆ। ਜੀ। ਤੇ ਸਾਡੇ ਇਤਿਹਾਸ ਵਿੱਚ ਐਸੀਆਂ ਬਹੁਤ ਸਾਰੀਆਂ ਕਹਾਣੀਆਂ ਨੇ ਜਿਹਦੇ ਵਿੱਚ ਉਹ ਪਿਤਾ ਹੀ ਸੀ ਜਿਸਨੇ ਆਪਣੀ ਬੇਟੀ ਨੂੰ ਅੱਗੇ ਵੱਲ ਧਕੇਲਿਆ, ਪੁਸ਼ ਕੀਤਾ ਕਿ ਆਪਣੀ ਜ਼ਿੰਦਗੀ 'ਚੋਂ ਅੱਗੇ ਵਧੇ। ਉਹਨਾਂ ਨੇ ਵਿਸ਼ਵਾਸ ਦਿਖਾਇਆ ਕਿ ਮੇਰੀ ਬੇਟੀ ਅੱਗੇ ਵੱਧ ਸਕਦੀ ਹੈ, ਤੇ ਉਹਦੇ 'ਚੋਂ ਸਾਰੇ ਗੁਣ ਨੇ, ਉਹ ਸਾਰੇ ਕੰਮ ਕਰ ਸਕਦੀ ਹੈ ਜੋ ਇੱਕ ਮੁੰਡਾ ਕਰ ਸਕਦਾ। ਤੁਸੀਂ ਸਮਾਜਿਕ ਬਦਲਾਅ ਦੀ, ਸਮਾਜਿਕ ਮਾਹੌਲ ਦੀ ਗੱਲ ਕੀਤੀ ਹੈ ਨਾ, ਮੈਨੂੰ ਲੱਗਦਾ ਕਿ ਸਮੇਂ ਦੇ ਨਾਲ ਨਾ ਹੁਣ ਇਹ ਬਦਲਾਅ ਆਪਣੇ ਆਪ ਹੀ ਆ ਰਿਹਾ ਬੱਚਿਆਂ ਦੇ ਵਿੱਚ, ਹੈ ਨਾ, ਕਿਉਂਕਿ ਅਸੀਂ ਜਿਵੇਂ ਆਪਣੇ ਮਦਰ ਨੂੰ ਦੇਖਿਆ ਕਿ ਉਹ ਖਾਣਾ ਵੀ ਖੁਦ ਬਣਾਉਂਦੇ ਸੀ ਤੇ ਉਸ ਤੋਂ ਬਾਅਦ ਉਹ ਸਰਵ ਵੀ ਸਾਰਿਆਂ ਨੂੰ ਖੁਦ ਕਰਦੇ ਸੀ, ਹੈ ਨਾ। ਜਦੋਂ ਸਾਡੀ ਵਾਰੀ ਆਈ ਤਾਂ ਅਸੀਂ ਖਾਣਾ ਬਣਾ ਦਿੰਦੇ ਹਾਂ ਤੇ ਸਾਨੂੰ ਹੁੰਦਾ ਕਿ ਸਾਰੇ ਰਲ ਮਿਲ ਕੇ ਆਪਾਂ ਕਿਚਨ ਦਾ ਕੰਮ ਸਮੇਟ ਲੈਂਦੇ ਹਾਂ, ਹੈ ਨਾ। ਹੁਣ ਜਦੋਂ ਆਪਾਂ ਅਗਲੀ ਜਨਰੇਸ਼ਨ ਦੀ ਗੱਲ ਕਰਦੇ ਹਾਂ, ਹੈ ਨਾ, ਤਾਂ ਮੇਰੀ ਬੱਚੀ ਮੈਨੂੰ ਕਹਿੰਦੀ ਹੈ ਕਿ ਤੁਸੀਂ ਸਾਰਾ ਦਿਨ ਕਿਚਨ ਦੇ ਵਿੱਚ ਨਾ ਖੜੇ ਰਿਹਾ ਕਰੋ, ਜਦੋਂ ਜਿਹਨੂੰ ਕਿਸੇ ਨੂੰ ਭੁੱਖ ਲੱਗੇਗੀ ਉਹ ਖੁਦ ਵੀ ਬਣਾ ਸਕਦਾ ਹੈ। ਜੀ ਬਿਲਕੁਲ, ਹੈ ਨਾ। ਤਾਂ ਇਹ ਤਾਂ ਜਿਹੜਾ ਹੈ ਜਿਹਨੂੰ ਅਸੀਂ ਕਹਿੰਦੇ ਚਾਹੇ ਜਨਰੇਸ਼ਨ ਗੈਪ ਕਹਿ ਲਓ ਜਾਂ, ਹੈ ਨਾ, ਕਿਉਂਕਿ ਜਦੋਂ ਅਸੀਂ ਇਸ ਚੀਜ਼ ਨੂੰ, ਜੇ ਅਸੀਂ ਇਹਦੀ ਡੀਪਲੀ ਸਟੱਡੀ ਕਰਦੇ ਹਾਂ ਤਾਂ ਹਾਲਾਂਕਿ ਮੰਨਦੇ ਨਹੀਂ ਅਸੀਂ ਇਸ ਚੀਜ਼ ਨੂੰ, ਪਰ ਹਰ ਨਵੀਂ ਜਨਰੇਸ਼ਨ ਜਿਹੜੀ ਹੈ ਉਹ ਪੁਰਾਣੀ ਤੋਂ ਜਾਂ ਪਿਛਲੀ ਜਨਰੇਸ਼ਨ ਤੋਂ
ਵਧੀਆ ਹੀ ਹੁੰਦੀ ਹੈ। ਹਾਂਜੀ ਬਿਲਕੁਲ, ਹੈ ਨਾ, ਉਹਦੇ ਕੋਲ ਕੁਛ ਨਾ ਕੁਛ ਜਿਹੜੀ ਜਾਣਕਾਰੀ ਹੈ, ਨੌਲੇਜ ਹੈ, ਉਹ ਇਸ ਪੱਖ ਤੋਂ ਸਾਡੇ ਨਾਲੋਂ ਕੁਝ ਨਾ ਕੁਝ ਜ਼ਿਆਦਾ ਹੀ ਹੋਏਗੀ। ਚਾਹੇ ਹੁਣ ਅਸੀਂ ਫੋਨ ਦੀ ਹੀ ਗੱਲ ਲੈ ਲਈਏ, ਹੈ ਨਾ, ਅਸੀਂ ਲੈਂਡਲਾਈਨ ਫੋਨ ਦੇਖੇ ਆਪਣੇ ਬਚਪਨ ਦੇ ਵਿੱਚ, ਹੈ ਨਾ, ਉਹ ਵੀ 5ਵੀਂ 6ਵੀਂ 'ਚ ਸੀ ਜਦੋਂ ਲੈਂਡਲਾਈਨ ਫੋਨ ਦੇਖੇ। ਤਾਂ ਹੁਣ ਨਿੱਕੇ ਨਿੱਕੇ ਬੱਚੇ ਜਿਹੜਾ ਪੂਰਾ ਮੋਬਾਈਲ ਉਹਨਾਂ ਨੂੰ ਆਪਰੇਟ ਕਰਨਾ ਵੀ ਆਉਂਦਾ, ਕਿਵੇਂ ਕਰਨਾ, ਹੈ ਨਾ। ਤਾਂ ਇਹ ਬਦਲਾਅ ਤਾਂ ਜਿਹੜਾ ਆ ਹੀ ਰਿਹਾ ਹੈ ਸਮੇਂ ਦੇ ਨਾਲ। ਪਰ ਫਿਰ ਵੀ ਮੈਨੂੰ ਲੱਗਦਾ ਕਿ ਕਈ ਸਾਰੇ ਜਿਹੜੇ ਪੱਖ ਨੇ ਨਾ, ਕਿ ਫਿਰ ਉਹੀ ਗੱਲ ਕਿ ਘਰ ਦਾ ਮਾਹੌਲ ਬਹੁਤ ਜ਼ਿਆਦਾ, ਇਹ ਗੱਲ ਘਰ ਦੇ ਮਾਹੌਲ 'ਤੇ ਨਿਰਭਰ ਕਰਦੀ ਹੈ ਕਿ ਤੁਹਾਡਾ ਬੱਚਾ ਅੱਗੇ ਕੀ ਬਣੇਗਾ, ਜਾਂ ਉਹਦੀ ਮਾਨਸਿਕਤਾ 'ਤੇ ਜਿਹੜਾ ਅਸਰ ਹੈ ਉਹ ਤੁਹਾਡੇ ਘਰ ਦੇ ਮਾਹੌਲ ਦਾ ਜ਼ਰੂਰ ਹੁੰਦਾ। ਜੇ ਤੁਹਾਡਾ ਘਰ ਦਾ ਮਾਹੌਲ ਸਹੀ ਨਹੀਂ ਹੈ, ਤੁਹਾਡਾ ਬੱਚਾ ਜੇ ਤੁਹਾਨੂੰ ਆਪਸ 'ਚ ਲੜਦੇ ਝਗੜਦੇ ਵੇਖ ਰਿਹਾ, ਜਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੁਝ ਸਹਿਣ ਕਰਦੇ ਹੋਏ ਵੇਖ ਰਿਹਾ, ਹੈ ਨਾ, ਤਾਂ ਉਹ ਕਦੇ ਵੀ ਸਟਰੋਂਗ ਨਹੀਂ ਹੋ ਪਾਏਗਾ। ਤੇ ਤੁਸੀਂ ਕਿਚਨ ਦੀ ਗੱਲ ਕੀਤੀ, ਮੈਂ ਤੁਹਾਨੂੰ ਇੱਥੇ ਇੱਕ ਛੋਟਾ ਜਿਹੀ ਕਹਾਣੀ ਨਹੀਂ ਹੈ, ਕਿਸੇ ਨੇ ਲਿਖਿਆ ਸੀ ਕਿ ਇੰਡੀਆ ਤੋਂ ਬਾਹਰ ਸੀ, ਮੈਂ ਪੜ੍ਹਿਆ ਸੀ ਕਿਤੇ, ਉਹ ਕਹਿੰਦੇ ਮੈਨੂੰ ਸਮਝ ਨਹੀਂ ਲੱਗਦੀ ਕਿ ਇੰਡੀਅਨ ਪੇਰੈਂਟਸ ਜਿਹੜੇ ਨੇ ਆਪਣੇ ਮੁੰਡਿਆਂ ਨੂੰ ਇੰਨੀ ਨਫ਼ਰਤ ਕਿਉਂ ਕਰਦੇ ਨੇ। ਦੇਖੋ ਸਾਡੇ ਵਾਸਤੇ ਉਹ ਪਿਆਰ ਹੈ ਆਪਣੇ ਬੇਟੇ ਲਈ ਕਿ ਅਸੀਂ ਉਹਨੂੰ ਬਿਠਾ ਕੇ ਰੋਟੀ ਪਲੇਟ 'ਚ ਪਾ ਕੇ ਦੇ ਰਹੇ, ਉਹਦੇ ਮੂੰਹ ਵਿੱਚ ਬੁਰਕੀਆਂ ਪਾ ਰਹੇ ਨੇ ਕਿ ਉਹ ਪੈਰ ਵੀ ਜ਼ਮੀਨ ਤੇ ਨਾ ਰੱਖੇ। ਉਹ ਕਹਿੰਦੇ ਕਿ ਮੈਨੂੰ ਸਮਝ ਨਹੀਂ ਲੱਗਦੀ ਕਿ ਇੰਡੀਅਨ ਪੇਰੈਂਟਸ ਆਪਣੇ ਬੇਟਿਆਂ ਨੂੰ ਇੰਨੀ ਨਫ਼ਰਤ ਕਿਉਂ ਕਰਦੇ ਨੇ ਕਿ ਉਹ ਆਪਣੀ ਬੇਟੀ ਨੂੰ ਹਰ ਮੁਸੀਬਤ ਲਈ ਤਿਆਰ ਕਰਦੇ ਨੇ। ਉਹਨੂੰ ਰੋਟੀ ਵੀ ਪਕਾਉਣੀ ਆਉਂਦੀ, ਉਹਨੂੰ ਜੇ ਪੜ੍ਹਾ ਲਿਖਾ ਰਹੇ ਨੇ ਤਾਂ ਨੌਕਰੀ ਵੀ ਕਰਦੀ ਹੈ। ਵੀ ਸਾਨੂੰ ਜਦੋਂ ਤਿਆਰ ਕੀਤਾ ਜਾਂਦਾ, ਕਿਹਾ ਜਾਂਦਾ ਕਿ ਤੁਸੀਂ ਇੰਡੀਪੈਂਡੈਂਟ ਹੋਣਾ, ਬਟ ਕਿਚਨ ਦਾ ਕੰਮ ਸਾਡੇ ਲਈ ਸਿੱਖਣਾ ਮੈਂਡੇਟਰੀ ਹੋ ਜਾਂਦਾ ਕਿ ਤੁਸੀਂ ਸਿੱਖਣਾ ਹੀ ਹੈ ਕਿ ਬੇਟੀ ਹਰ ਮੁਸੀਬਤ ਦਾ ਸਾਹਮਣਾ ਕਰ ਲੈਂਦੀ ਹੈ। ਬੇਟੀ ਉਹਨੂੰ ਲਿਖਣਾ ਪੜ੍ਹਨਾ ਵੀ ਆਉਂਦਾ ਹੈ, ਅੱਜ ਕੱਲ੍ਹ ਕੁੜੀਆਂ ਵਹੀਕਲਸ ਵੀ ਚਲਾ ਰਹੀਆਂ ਨੇ, ਹਵਾਈ ਜਹਾਜ਼ ਚਲਾ ਰਹੀਆਂ ਨੇ, ਤਾਂ ਉਹਨੂੰ ਕਿਚਨ ਦਾ ਕੰਮ ਵੀ ਆਉਂਦਾ। ਅਤੇ ਮੁੰਡਾ ਇੰਨਾ ਕੁ ਉਹ ਹੁੰਦਾ ਹੈ ਕਿ ਉਹਨੂੰ ਚਾਹ ਤੱਕ ਨਹੀਂ ਬਣਾਉਣੀ ਆਉਂਦੀ। ਕਹਿੰਦੇ ਉਹ ਆਪਣੇ ਬੇਟੇ ਨੂੰ ਤਿਆਰ ਕਿਉਂ ਨਹੀਂ ਕਰਦੇ ਜ਼ਿੰਦਗੀ ਦਾ ਸਾਹਮਣਾ ਕਰਨ ਲਈ। ਜਦ ਤੁਸੀਂ ਆਪਣੀ ਬੇਟੀਆਂ ਨੂੰ ਜ਼ਿੰਦਗੀ ਦਾ ਸਾਹਮਣਾ ਕਰਨ ਲਈ ਤਿਆਰ ਕਰ ਰਹੇ ਹੋ, ਜਦੋਂ ਵੀ ਸਾਨੂੰ ਕੋਈ ਵੀ ਕੰਮ ਸਿਖਾਇਆ ਜਾਂਦਾ, ਹੀ ਕਹਿੰਦਾ ਪੁੱਤ ਅੱਗੇ ਜਾ ਕੇ ਤੇਰੇ ਕੰਮ ਆਊਗਾ। ਬਿਲਕੁਲ। ਕੀ ਉਹ ਮੁੰਡੇ ਦੇ ਕੰਮ ਨਹੀਂ ਆਏਗਾ? ਕਿ ਉਹ ਮੁੰਡੇ ਦੇ ਕੰਮ ਨਹੀਂ ਆਏਗਾ। ਅੱਜ ਹਰ ਕੋਈ ਆਪਣਾ ਘਰ ਛੱਡ ਕੇ ਬਾਹਰ ਰਹਿਣ ਜਾ ਰਿਹਾ, ਹਰ ਥਾਂ ਤੁਹਾਨੂੰ ਮੇਡ ਤਾਂ ਮਿਲੇਗੀ ਨਹੀਂ, ਜਾਂ ਹਰ ਥਾਂ ਤੁਹਾਡੇ ਮਦਰ ਤੁਹਾਡੇ ਨਾਲ ਨਹੀਂ ਜਾਣਗੇ। ਅਤੇ ਅਕਸਰ ਮੁੰਡਿਆਂ ਨੂੰ ਚਾਹ ਤੱਕ ਨਹੀਂ ਬਣਾਉਣੀ ਆਉਂਦੀ ਹੁੰਦੀ ਜੀ, ਮਤਲਬ ਹੱਦ ਮੈਗੀ ਬਣਾ ਸਕਦੇ ਨੇ, ਚਾਵਲ ਵੀ ਨਹੀਂ ਉਬਾਲਣੇ ਆਉਂਦੇ ਹੁੰਦੇ। ਅਤੇ ਉੱਥੇ ਜਾ ਕੇ ਉਹ ਤੰਗ ਹੀ ਹੁੰਦੇ ਨੇ ਵੀ ਹੁਣ ਅਸੀਂ ਕੀ ਕਰੀਏ, ਵੀ ਸਾਨੂੰ ਨਹੀਂ ਆਉਂਦਾ, ਅਸੀਂ ਰੋਟੀ ਕਿੱਥੋਂ ਖਾਈਏ। ਜਦ ਕਿ ਕੁੜੀ ਕਿਤੇ ਵੀ ਜਾਏਗੀ, ਉਹਨੂੰ ਪਤਾ ਹੈ ਕਿ ਮੈਂ ਖਾਣਾ ਕਿਸ ਤਰ੍ਹਾਂ ਬਣਾਉਣਾ, ਅਤੇ ਆਪਣੇ ਲਈ ਉਹ ਖਾਣਾ ਅਰੇਂਜ ਕਰ ਲੈਂਦੀ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਅਸੀਂ ਆਪਣੇ ਬੇਟੇ ਨੂੰ ਰਾਈਟਸ ਦੇ ਰਹੇ ਹਾਂ ਅਤੇ ਬੇਟੀ ਨੂੰ ਕੰਮ ਦੇ ਰਹੇ ਹਾਂ, ਅਸੀਂ ਆਪਣੇ ਬੱਚਿਆਂ ਨਾਲ ਦੋਨਾਂ ਨਾਲ ਹੀ ਵਿਤਕਰਾ ਕਰ ਰਹੇ ਹਾਂ। ਉਹ ਬਦਲਾਵ ਜਿਹੜਾ ਹੈ ਉਹ ਘਰ ਤੋਂ ਲੈ ਕੇ ਆਓ ਕਿ ਆਪਣੇ ਬੇਟੇ ਨੂੰ ਵੀ ਘਰ ਦੇ ਕੰਮ ਸਿਖਾਓ ਕਿ ਬੇਟੇ ਤੇਰੇ ਜਾ ਕੇ ਅੱਗੇ ਇਹ ਵੀ ਕੰਮ ਆਏਗਾ। ਇੰਡੀਪੈਂਡੈਂਟ ਹੋਣਾ, ਮੇਰੀ ਨਜ਼ਰਾਂ ਵਿੱਚ ਇੰਡੀਪੈਂਡੈਂਟ ਹੋਣਾ ਸਿਰਫ ਫਾਈਨੈਂਸ਼ੀਅਲ ਇੰਡੀਪੈਂਡੈਂਸ ਨਹੀਂ ਹੁੰਦਾ ਕਿ ਤੁਹਾਡੇ ਹੱਥ ਵਿੱਚ ਪੈਸਾ ਤਾਂ ਤੁਸੀਂ ਇੰਡੀਪੈਂਡੈਂਟ ਹੋ। ਜੇ ਤੁਸੀਂ ਆਪਣੇ ਲਈ ਚਾਹ ਦਾ ਕੱਪ ਨਹੀਂ ਬਣਾ ਸਕਦੇ, ਉਹਦੇ ਲਈ ਵੀ ਤੁਹਾਨੂੰ ਕਿਸੇ ਦੇ ਵੱਲ ਦੇਖਣਾ ਪੈ ਰਿਹਾ, ਕਾਹਦੀ ਇੰਡੀਪੈਂਡੈਂਸ ਹੈ ਉਹ? ਪੈਸਾ ਤੁਹਾਨੂੰ ਹਰ ਥਾਂ ਤੁਹਾਨੂੰ ਕੋਈ ਚਾਹ ਬਣਾ ਕੇ ਦੇਣ ਵਾਲਾ ਨਹੀਂ ਮਿਲੇਗਾ, ਜਾਂ ਹਰ ਥਾਂ ਬਾਜ਼ਾਰ ਤੋਂ ਤੁਸੀਂ ਖਰੀਦ ਕੇ ਚਾਹ ਦਾ ਕੱਪ ਨਹੀਂ ਪੀ ਸਕਦੇ। ਤਾਂ ਜਦੋਂ ਘਰ ਦਾ ਕੰਮ ਸਿਖਾਉਣਾ ਹੈ, ਆਪਣੀ ਬੇਟੀ ਅਤੇ ਬੇਟੇ ਦੋਨਾਂ ਨੂੰ ਨਾਲ ਸਿਖਾਓ ਕਿ ਬੱਚੇ ਇਹ ਤੁਹਾਨੂੰ ਅੱਗੇ ਜਾ ਕੇ ਹੈਲਪ ਕਰੇਗਾ, ਤੁਹਾਡੀ ਜ਼ਿੰਦਗੀ ਵਧੀਆ ਕਰਨ ਵਿੱਚ ਇਹ ਸਹਾਈ ਹੋਣਗੇ, ਤੁਹਾਨੂੰ ਆਪਣਾ ਚੰਗਾ ਜੀਵਨ ਜੀਣ ਵਿੱਚ ਇਹ ਸਭ ਸਹਾਈ ਹੋਏਗਾ। ਸੰਦੀਪ ਜੀ, ਤੁਸੀਂ ਘਰ ਦੇ ਕੰਮ ਦੀ ਗੱਲ ਕੀਤੀ ਹੈ ਨਾ, ਪਰ ਜੇ ਅਸੀਂ ਕੰਮਕਾਜੀ ਥਾਵਾਂ ਨੂੰ ਵੀ ਵੇਖਦੇ ਹਾਂ ਤਾਂ ਅੱਜ ਦੇ ਸਮੇਂ ਦੇ ਵਿੱਚ ਵਧੇਰੇ ਕਰਕੇ ਜਿਹੜੀਆਂ ਔਰਤਾਂ ਨੇ ਉਹ ਕੰਮਕਾਜੀ ਨੇ, ਹੈ ਨਾ, ਪਰ ਉੱਥੇ ਜਦੋਂ ਉਹਨਾਂ ਨਾਲ ਕੁਝ ਵੀ ਗਲਤ ਹੁੰਦਾ, ਹੈ ਨਾ, ਜਾਂ ਕਿਸੇ ਵੀ ਤਰ੍ਹਾਂ ਦਾ ਧੱਕਾ ਉਹਨਾਂ ਦੇ ਨਾਲ ਜਿਹੜਾ ਹੈ ਕੰਮਕਾਜੀ ਥਾਵਾਂ ਦੇ ਉੱਤੇ ਹੋ ਰਿਹਾ, ਤਾਂ ਉਹਨਾਂ ਨੂੰ ਜਾਂ ਤਾਂ ਪਤਾ ਨਹੀਂ ਹੁੰਦਾ ਕਿ ਅਸੀਂ ਲੀਗਲੀ ਸਾਡੇ ਕੋਲ ਕਿਹੜੇ ਕਾਨੂੰਨ ਨੇ, ਹੈ ਨਾ, ਅਸੀਂ ਕੀ ਐਕਸ਼ਨ ਲੈ ਸਕਦੇ ਹਾਂ ਇਹਦੇ ਖਿਲਾਫ, ਜਾਂ ਫਿਰ ਉੱਥੇ ਵੀ ਉਹ ਪ੍ਰੈਸ਼ਰਾਈਜ਼ ਰਹਿੰਦੀਆਂ ਨੇ ਉਹੀ ਕਿ ਸਟੀਰੀਓਟਾਈਪ ਇੱਕ ਸੋਚ ਦੇ ਨਾਲ ਰਹਿਣਾ ਬਹੁਤ ਔਖਾ ਕਿ ਲੋਕ ਕੀ ਕਹਿਣਗੇ ਜੇ ਅਸੀਂ ਆਵਾਜ਼ ਉਠਾਈ। ਜਾਂ ਇੱਕ ਨਾ ਬੜਾ ਉਹ ਬਣਿਆ ਹੋਇਆ ਕਿ ਚੰਗੇ ਘਰਾਂ ਦੀਆਂ ਜਿਹੜੀਆਂ ਧੀਆਂ ਨੇ ਜਾਂ ਨੂੰਹਾਂ ਨੇ, ਹੈ ਨਾ, ਉਹ ਥਾਣੇ ਕਚਹਿਰੀਆਂ 'ਚ ਨਹੀਂ ਜਾਂਦੇ, ਜਦਕਿ ਉਹ ਥਾਵਾਂ ਉਹਨਾਂ ਦੀ ਮਦਦ ਦੇ ਲਈ ਨੇ। ਕੀ ਕਹਿਣਾ ਚਾਹੋਗੇ ਉਹਨਾਂ ਕੁੜੀਆਂ ਦੇ ਬਾਰੇ 'ਚ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਪੜ੍ਹੀਆਂ ਲਿਖੀਆਂ ਨੇ, ਸਭ ਕੁਝ ਪਤਾ ਹੈ, ਪਰ ਫਿਰ ਵੀ ਚੁੱਪ ਨੇ, ਜੇ ਮਤਲਬ ਗਲਤ ਸਹਿਣ ਕਰ ਰਹੀਆਂ ਨੇ? ਦੇਖੋ, ਮੈਜੋਰਿਟੀ ਥਾਵਾਂ 'ਤੇ ਤਾਂ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਅਸੀਂ ਕੀ ਕਰ ਸਕਦੇ ਹਾਂ।
ਜਿੱਥੇ ਅਸੀਂ ਹੁਣ ਨੈਸ਼ਨਲ ਐਜੂਕੇਸ਼ਨ ਪੋਲਿਸੀ ਇਹਨੇ ਚੇਂਜਸ ਆਏ ਨੇ, ਸ਼ਾਇਦ ਸਾਡੀ ਐਜੂਕੇਸ਼ਨ ਪੋਲਿਸੀ ਨੂੰ ਇੱਕ ਐਸਾ ਕੋਰਸ ਵੀ ਸ਼ੁਰੂ ਕਰ ਦੇਣਾ ਚਾਹੀਦਾ ਜਿਹਦੇ ਵਿੱਚ ਔਰਤਾਂ ਨੂੰ ਤੇ ਬੱਚਿਆਂ ਨੂੰ, ਮਤਲਬ ਜਨਰਲ ਔਰਤਾਂ ਨੂੰ ਛੱਡ ਦੀ ਗੱਲ ਨਾ ਕਰੀਏ, ਜਨਰਲ ਸਾਰੇ ਬੱਚਿਆਂ ਨੂੰ ਇਹ ਦੱਸਿਆ ਜਾਵੇ ਕਿ ਲੀਗਲ ਅਧਿਕਾਰ ਕਿਹੜੇ-ਕਿਹੜੇ ਹੈਗੇ ਨੇ। ਲਾਅ ਪੜ੍ਹਨ, ਭਾਵੇਂ ਉਹ ਲਾਅ ਪੜ੍ਹਨ ਭਾਵੇਂ ਨਾ ਪੜ੍ਹਨ, ਪਰ ਉਹਨਾਂ ਨੂੰ ਇਹ ਦੱਸਿਆ ਜਾਵੇ ਕਿ ਜੇ ਤੁਹਾਨੂੰ ਕੋਈ ਐਕਸਪਲੋਇਟ ਕਰਦਾ ਹੈ ਕਿਸੇ ਵੀ ਲੈਵਲ ਤੇ, ਜੋ ਅੱਜ ਦਾ ਸਮਾਜਿਕ ਢਾਂਚਾ ਹੈ, ਜਿਸ ਤਰ੍ਹਾਂ ਦਾ ਸਮਾਂ ਇਸ ਵੇਲੇ ਚੱਲ ਰਿਹਾ, ਮੁੰਡੇ ਕੁੜੀਆਂ ਦੋਨੇ ਹੀ ਐਕਸਪਲੋਇਟ ਹੋ ਰਹੇ ਨੇ ਅਲੱਗ-ਅਲੱਗ ਤਰੀਕੇ ਨਾਲ, ਤੇ ਉਹਨਾਂ ਨੂੰ ਇਹ ਪਤਾ ਦੱਸਿਆ ਜਾਵੇ ਕਿ ਜੇ ਤੁਹਾਡੇ ਨਾਲ ਕੋਈ ਧੱਕਾ ਕਰਦਾ ਹੈ, ਤੁਹਾਨੂੰ ਕੋਈ ਹਰਾਸ ਕਰਦਾ ਹੈ, ਜਾਂ ਤੁਹਾਡੇ ਨਾਲ ਇਸ ਤਰੀਕੇ ਦੀ ਮਤਲਬ ਐਕਸਪਲੋਇਟੇਸ਼ਨ ਹੋ ਰਹੀ ਹੈ, ਤਾਂ ਤੁਸੀਂ ਕਿੱਥੇ ਜਾ ਸਕਦੇ ਹੋ, ਤੇ ਕਾਨੂੰਨ ਵਿੱਚ ਕੀ ਸਾਡੇ ਵਾਸਤੇ ਫੈਸਿਲਿਟੀਜ਼ ਅਵੇਲੇਬਲ ਹੈਗੀਆਂ ਨੇ ਲਾਅ ਦੇ ਵਿੱਚ ਕਿ ਅਸੀਂ ਅਪਰੋਚ ਕਰ ਸਕਦੇ ਹਾਂ। ਰਹੀ ਗੱਲ ਚੰਗੇ ਘਰ ਦੀਆਂ ਧੀਆਂ ਕੋਰਟ ਕਚਹਿਰੀ ਨਹੀਂ ਜਾਂਦੀਆਂ, ਦੇਖੋ ਜੇ ਕੋਰਟ ਕਚਹਿਰੀ ਇੰਨੀ ਬੁਰੀ ਥਾਂ ਹੈ ਤਾਂ ਚੰਗੇ ਘਰ ਦੇ ਮੁੰਡਿਆਂ ਨੂੰ ਵੀ ਨਹੀਂ ਉੱਥੇ ਜਾਣਾ ਚਾਹੀਦਾ। ਜੋ ਸਾਡੇ ਵਾਸਤੇ ਗਲਤ ਹੈ ਉਹਨਾਂ ਵਾਸਤੇ ਵੀ ਗੰਦੀ ਜਗ੍ਹਾ ਜਾਂ ਗਲਤ ਜਗ੍ਹਾ ਤਾਂ ਗਲਤ ਹੀ ਰਹੇਗੀ, ਇਰਰਿਸਪੈਕਟਿਵ ਆਫ ਦਾ ਫੈਕਟ ਕਿ ਤੁਸੀਂ ਇੱਕ ਫੀਮੇਲ ਹੋ ਜਾਂ ਤੁਸੀਂ ਮੇਲ ਹੋ। ਤੇ ਜਦੋਂ ਮਤਲਬ ਅੱਜ ਦੀ ਡੇਟ ਵਿੱਚ ਕੁੜੀਆਂ ਪੁਲਿਸ ਵਿੱਚ ਭਰਤੀ ਹੋ ਰਹੀਆਂ ਨੇ, IPS ਆਫਿਸਰ ਬਣ ਰਹੀਆਂ ਨੇ, IAS ਆਫਿਸਰ ਬਣ ਰਹੀਆਂ ਨੇ, ਜੱਜ ਬਣ ਰਹੀਆਂ ਨੇ, ਤੇ ਜਦੋਂ ਉਹ ਕੰਮ ਕਰਨ ਜਾ ਸਕਦੀਆਂ ਨੇ ਤਾਂ ਉਹ ਆਪਣੇ ਰਾਈਟਸ ਲਈ ਕਿਉਂ ਨਹੀਂ ਜਾ ਸਕਦੀਆਂ? ਜੀ ਠੀਕ ਹੈ, ਮਤਲਬ ਘਰ ਵਿੱਚੋਂ ਆਦਮੀ ਚਲੇ ਜਾਂਦੇ ਨੇ। ਮੇਰੇ ਨਾਨੀ ਜੀ ਸ਼ੀ ਵਾਜ਼ ਅ ਵਿਡੋ, ਠੀਕ ਹੈ। ਮੇਰੇ ਇੱਕ ਦੀਦੀ ਨੇ, ਜੀਜਾ ਜੀ ਬਹੁਤ ਸਾਲ ਉਹਨਾਂ ਨੂੰ ਅੱਜ ਗਿਆ ਨੂੰ 25 ਸਾਲ ਹੋ ਗਏ ਨੇ, ਇਕੱਲਿਆਂ ਨੇ ਹੀ ਉਹਨਾਂ ਨੇ ਸਾਰੇ ਕੰਮ ਕੀਤੇ ਨੇ, ਆਪਣੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਸਭ ਕੁਝ ਕੀਤਾ ਹੈ। ਮਤਲਬ ਜਦੋਂ ਹਸਬੈਂਡ ਦੀ ਡੈਥ ਹੋ ਗਈ ਹੈ, ਜੇ ਉਸ ਤੋਂ ਬਾਅਦ ਉਹ ਸਾਰੀ ਜ਼ਿੰਮੇਵਾਰੀ ਚੱਕ ਸਕਦੇ ਨੇ ਤਾਂ ਹਸਬੈਂਡ ਦੇ ਹੁੰਦੇ ਹੋਏ ਕਿਉਂ ਨਹੀਂ ਚੱਕ ਸਕਦੇ? ਜਾਂ ਜੇ ਉਹਨਾਂ ਨਾਲ ਕੁਝ ਗਲਤ ਹੋ ਰਿਹਾ ਤਾਂ ਉਦੋਂ ਕਿਉਂ ਨਹੀਂ ਜਾ ਸਕਦੇ? ਕਿਉਂ ਅਸੀਂ ਮਤਲਬ ਇੱਕ ਵਿਡੋ ਲੇਡੀ ਜੇ ਜਾ ਰਹੀ ਹੈ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਠੀਕ ਹੈ ਜੀ, ਹੁਣ ਉਹਦੇ ਤਾਂ ਕੋਈ ਬੰਦਾ ਨਹੀਂ ਹੈਗਾ ਤਾਂ ਉਹਨੂੰ ਤਾਂ ਜਾਣਾ ਹੀ ਪਏਗਾ, ਤਾਂ ਉਦੋਂ ਕੋਰਟ ਕਚਹਿਰੀ ਚੰਗੀ ਹੋ ਜਾਂਦੀ ਹੈ ਉਹਦੇ ਵਾਸਤੇ। ਅਖੀਰ ਸਾਡੀ ਸੋਚ ਹੀ ਐਸੀ ਬਣੀ ਹੋਈ ਹੈ ਜੀ, ਸਾਡੇ ਲਈ ਉਹ ਬਣੇ ਹੋਏ ਨੇ। ਜੇ ਸਾਨੂੰ ਸਾਡੇ ਅਧਿਕਾਰਾਂ ਦੀ ਜਾਣਕਾਰੀ ਹੋਏਗੀ ਤਾਂ ਅਸੀਂ ਅੱਗੇ ਵਧਾਂਗੇ। ਪਰ ਮੁੱਖ ਦੀ ਗੱਲ ਹਰ ਵਾਰ ਮੈਂ ਤੁਹਾਨੂੰ ਬਾਰ-ਬਾਰ ਇਹੀ ਕਹਿ ਰਹੀ ਹੈਗੀ ਹਾਂ ਕਿ ਵਿਸ਼ਵਾਸ ਆਪਣੇ ਬੱਚੇ ਵਿੱਚ ਘਰ ਤੋਂ ਹੀ ਜਗੇਗਾ। ਜਦੋਂ ਮਾਤਾ ਪਿਤਾ ਨੂੰ ਇਹ ਪਤਾ ਹੋਏਗਾ ਕਿ ਮਤਲਬ ਜਦੋਂ ਬੱਚੇ ਨੂੰ ਇਹ ਪਤਾ ਹੋਏਗਾ ਕਿ ਮੇਰੇ ਮਾਤਾ ਪਿਤਾ ਮੇਰੇ ਤੇ ਵਿਸ਼ਵਾਸ ਦਿਖਾ ਰਹੇ ਨੇ ਤੇ ਮੈਂ ਇੱਕ ਕਦਮ ਚੱਕਾਂਗੀ ਤਾਂ ਮੇਰੇ ਨਾਲ ਉਹ ਖੜੇ ਨੇ, ਤੇ ਖੁਦ ਤੇ ਯਕੀਨ ਹੋਏਗਾ ਕਿ ਮੈਂ ਇਸ ਮੁਸ਼ਕਿਲ ਦਾ ਸਾਹਮਣਾ ਕਰ ਸਕਦੀ ਹਾਂ। ਸਾਡੇ ਘਰ ਦੇ ਨੇੜੇ ਇੱਕ ਘਰ ਹੈ, ਲੜਕੀ ਪੜ੍ਹੀ ਲਿਖੀ ਨਹੀਂ ਹੈ ਜੀ, ਹਸਬੈਂਡ ਉਸਦੇ ਕੰਮ ਨਹੀਂ ਕਰਦੇ, ਕੁਝ ਖਾਸ ਕੰਮ ਨਹੀਂ ਕਰਦੇ, ਨਸ਼ੇ ਵਿੱਚ ਹੀ ਨੇ, ਤੇ ਲੜਦੇ ਝਗੜਦੇ ਰਹਿੰਦੇ ਨੇ। ਉਹ ਦੋ ਬੇਟੇ ਨੇ, ਬੇਟੇ ਵੀ ਆਪਣੀ ਪੜ੍ਹਾਈ ਛੱਡ ਕੇ ਕੰਮ ਹੀ ਕਰ ਰਹੇ ਨੇ ਕਿ ਅਸੀਂ ਆਪਣੀ ਮਦਰ ਦੀ ਮਦਦ ਕਰ ਸਕੀਏ। ਤੇ ਇੱਕ ਦਿਨ ਉਸਨੇ ਇੰਨਾ ਮਾਰਿਆ ਕੁੱਟਿਆ ਕਿ ਉਹਨੂੰ ਮਤਲਬ ਚਾਕੂ ਲੈ ਕੇ ਉਹ ਮਾਰਨ ਤੱਕ ਜਾ ਰਿਹਾ ਸੀ, ਤਾਂ ਉਹਦੇ ਸੱਟ ਲੱਗੀ। ਚੀਕਾਂ ਸੁਣ ਕੇ ਅਸੀਂ ਬਾਹਰ ਨਿਕਲੇ, ਮੈਂ ਉਹਨੂੰ ਹਸਪੀਟਲ ਲੈ ਕੇ ਗਈ। ਮਤਲਬ ਖੂਨ ਇੰਨਾ ਬੁਰੀ ਤਰ੍ਹਾਂ ਵਹਿ ਰਿਹਾ ਸੀ, ਮੈਂ ਥੱਲੇ ਚਾਦਰ ਰੱਖੀ, ਸਾਰੀ ਚਾਦਰ ਮਤਲਬ ਉਹ ਭਰ ਗਈ ਸੀ ਖੂਨ ਨਾਲ। ਤੇ ਉਹ ਮੈਨੂੰ ਰਸਤੇ 'ਚ ਬੋਲ ਰਹੀ ਹੈ ਕਿ ਦੀਦੀ ਮੈਂ ਅਨਪੜ੍ਹ ਹਾਂ, ਮੈਂ ਜਾਵਾਂਗੀ ਕਿੱਥੇ, ਮੈਂ ਇਹਨੂੰ ਛੱਡ ਕੇ ਜਾ ਵੀ ਨਹੀਂ ਸਕਦੀ। ਤੇ ਮੇਰੇ ਮਾਤਾ ਪਿਤਾ ਵੀ ਇਹ ਕਹਿੰਦੇ ਨੇ ਕਿ ਤੈਨੂੰ ਇੱਥੇ ਬੈਠੀ ਨੂੰ ਅਸੀਂ ਖਰਚਾ ਦੇਈ ਜਾਵਾਂਗੇ, ਪਰ ਤੂੰ ਸਾਡੇ ਘਰ ਨਾ। ਉਹ ਬੈਠੀ। ਪਰ ਸੰਦੀਪ, ਇਹ ਤੁਸੀਂ ਗੱਲ ਕਰ ਰਹੇ ਹੋ ਕਿ ਉਹ ਪੜ੍ਹੇ ਲਿਖੇ ਨਹੀਂ, ਹੈ ਨਾ। ਬਹੁਤ ਹੈਰਾਨੀ ਸਾਨੂੰ ਹੁੰਦੀ ਹੈ ਕਿ ਜਦੋਂ ਅਸੀਂ ਪੜ੍ਹੇ ਲਿਖੀਆਂ ਜਿਹੜੀਆਂ ਮਹਿਲਾਵਾਂ ਨੇ, ਹੈ ਨਾ, ਥੋੜ੍ਹੇ ਦਿਨ ਪਹਿਲਾਂ ਵਿਮਨ ਕਮਿਸ਼ਨ ਦੇ ਚੇਅਰਪਰਸਨ ਨੇ ਮਨੀਸ਼ਾ ਗੁਲਾਟੀ ਜੀ, ਹਾਂਜੀ, ਉਹਨਾਂ ਦੀ ਇੱਕ ਇੰਟਰਵਿਊ ਮੈਂ ਸੁਣ ਰਹੀ ਸੀ, ਤੇ ਉਹ ਕਹਿੰਦੇ ਕਿ ਮੇਰੇ ਕੋਲ ਜੱਜ ਦੀ ਵਾਈਫ ਦਾ ਫੋਨ ਆਉਂਦਾ, ਮੇਰੇ ਕੋਲ ਕਿਸੇ ਉੱਚ ਅਹੁਦੇ 'ਤੇ ਤੈਨਾਤ ਪੁਲਿਸ ਅਧਿਕਾਰੀ ਦੀ ਪਤਨੀ ਦਾ ਮੇਰੇ ਕੋਲ ਫੋਨ ਆਇਆ ਕਿ ਮੈਡਮ ਮੇਰੀ ਮਦਦ ਕਰੋ। ਇੱਕ 70,000 ਕਮਾ ਰਹੀ ਹੈ ਮਹੀਨੇ ਦਾ ਲੇਡੀ, ਉਹਦੇ ਕਹਿੰਦੇ ਮੇਰੇ ਕੋਲ ਕਾਲ ਆਈ ਕਿ ਉਹ ਘਰੇਲੂ ਹਿੰਸਾ ਤੋਂ ਪੀੜਤ ਹੈ, ਸਾਡੀ ਮਦਦ ਕਰੋ। ਤੇ ਗੱਲ ਫਿਰ ਉਹੀ ਕਿ ਆਰਥਿਕਤਾ ਇੱਕ ਪੱਖ ਹੈ ਹਾਂਜੀ ਤੁਹਾਡਾ, ਹੈ ਨਾ। ਤੁਸੀਂ ਆਪਣੀਆਂ ਬੱਚੀਆਂ ਨੂੰ ਬੋਲਡ ਨਹੀਂ ਬਣਾ ਪਾਏ ਜੀ, ਤੁਸੀਂ ਉਹਨਾਂ ਨੂੰ ਸਿਖਾ ਨਹੀਂ ਪਾਏ ਕਿ ਗਲਤ ਹੈ। ਤੇ ਇਹ ਹਰ ਮਾਂ ਦਾ ਫਰਜ਼ ਹੈ, ਮੈਨੂੰ ਲੱਗਦਾ ਪਿਓ ਨਾਲੋਂ ਕਿਤੇ ਜ਼ਿਆਦਾ ਹਰ ਮਾਂ ਦਾ ਫਰਜ਼ ਹੈ ਹਾਂਜੀ, ਕਿ ਤੁਸੀਂ ਆਪਣੇ ਬੱਚੇ ਨੂੰ ਸਿਖਾਓ ਕਿ ਤੁਹਾਡੇ ਨਾਲ ਜੇ ਗਲਤ ਹੋ ਰਿਹਾ ਤਾਂ ਉਹਦੇ ਲਈ ਆਵਾਜ਼ ਉਠਾਉਣੀ ਹੈ ਨਾ। ਇੱਕ ਵਾਰ ਮੇਰੀ ਇੱਕ ਬਹੁਤ ਵਿਦਵਾਨ ਇਨਸਾਨ ਦੇ ਨਾਲ ਗੱਲ ਹੋਈ, ਤਾਂ ਉਹ ਮੈਨੂੰ ਉਹਨਾਂ ਦੀ ਗੱਲ ਬੜੀ ਵਧੀਆ ਲੱਗੀ। ਉਹ ਕਹਿੰਦੇ ਕਿ ਅਸੀਂ ਕਹਿੰਦੇ ਹਾਂ ਨਾ ਕਿ ਸਮਾਜ ਦੇ ਵਿੱਚ ਦਹੇਜ ਪ੍ਰਥਾ ਹੈ ਜਾਂ ਦਾਜ, ਕੁੜੀਆਂ ਦੇ ਵਿਆਹ 'ਚ ਬਹੁਤ ਦਾਜ ਦੇਣਾ ਪੈਂਦਾ। ਉਹ ਕਹਿੰਦੇ ਸ਼ਾਇਦ ਇਸੇ ਲਈ ਦਿੰਦੇ ਆ ਕਿ ਉਹ ਆਪਣਾ ਹੱਕ ਨਾ ਮੰਗ ਲੈਣ, ਹਾਂਜੀ, ਹੈ ਨਾ। ਤੇ ਦਹੇਜ ਦੇ ਨਾਮ 'ਤੇ ਉਹਨਾਂ ਨੂੰ ਫਰਨੀਚਰ ਮਿਲਦਾ, ਹਾਂਜੀ, ਉਹ ਸਮਾਨ ਮਿਲਦਾ ਜਿਹੜਾ 10 ਸਾਲ ਬਾਅਦ ਵੈਸੇ ਹੀ ਐਕਸਪਾਇਰ ਹੋ ਜਾਣਾ।
ਤੇ ਜੇ ਮਰਦ ਜਿਹੜਾ ਹੈ ਨਾ, ਹਾਲਾਂਕਿ ਔਰਤ ਤੇ ਮਰਦ ਮਿਲ ਕੇ ਸਮਾਜ ਨੂੰ ਚਲਾਉਂਦੇ ਨੇ, ਪਰ ਉਹ ਸਿਰਫ ਕਹਿਣ ਲਈ ਗੱਡੀ ਦੇ ਦੋ ਪਹੀਏ ਨਾ ਹੋਣ, ਹਕੀਕਤ 'ਚ ਹੋਣ। ਤੁਸੀਂ ਜਿਹੜੀ ਗੱਲ ਕਹੀ ਕਿ ਉਹ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਨੇ ਬਟ ਉਹ ਆਵਾਜ਼ ਨਹੀਂ ਉਠਾ ਪਾਉਂਦੀਆਂ, ਉਹਦਾ ਇੱਕ ਰੀਜ਼ਨ ਇਹ ਵੀ ਹੈ ਕਿ ਉਹਨਾਂ ਨੇ ਆਪਣੀਆਂ ਮਾਤਾਵਾਂ ਨੂੰ ਉਹ ਸਭ ਸਹਿੰਦੇ ਹੋਏ ਦੇਖਿਆ ਜੀ। ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਪਿਤਾ ਉਹਨਾਂ ਦੀ ਮਦਰ ਦੀ ਰਿਸਪੈਕਟ ਨਹੀਂ ਕਰਦੇ। ਉਹਨਾਂ ਨੇ ਦੇਖਿਆ ਕਿ ਜਦੋਂ ਪਿਤਾ ਜੀ ਮੰਮੀ ਨੂੰ ਡਾਂਟ ਰਹੇ ਨੇ ਜਾਂ ਉਹਨਾਂ ਤੇ ਹੱਥ ਚੱਕ ਰਹੇ ਨੇ, ਉਹ ਚੁੱਪਚਾਪ ਉਸ ਗੱਲ ਨੂੰ ਸਹਿ ਰਹੀਆਂ ਨੇ। ਤਾਂ ਉਹ ਡੀਪਲੀ ਇਨਰੂਟ ਹੋ ਜਾਂਦਾ ਸਾਡੇ ਮਾਈਂਡਸੈਟ ਦੇ ਵਿੱਚ ਕਿ ਘਰਾਂ 'ਚ ਤਾਂ ਇਹ ਗੱਲਾਂ ਹੁੰਦੀਆਂ ਹੀ ਨੇ ਤੇ ਔਰਤ ਨੂੰ ਸਹਿਣਾ ਹੀ ਪੈਂਦਾ। ਤੇ ਜਦੋਂ ਕੁੜੀਆਂ ਜਾ ਕੇ ਪੇਰੈਂਟਸ ਨੂੰ ਦੱਸਦੀਆਂ ਵੀ ਨੇ, ਜਿਵੇਂ ਮੈਂ ਦੱਸਿਆ ਕਿ ਕਹਿੰਦੇ ਇੱਥੇ ਬੈਠੀ ਰਹੇ, ਇੱਥੇ ਬੈਠੀ ਨੂੰ ਰੋਟੀ ਦੇ ਦਾਂਗੇ ਪਰ ਘਰੇ ਨਾ ਆਈ, ਕਿ ਅਸੀਂ ਤੈਨੂੰ ਘਰੇ ਨਹੀਂ ਬਿਠਾ ਸਕਦੇ, ਤੂੰ ਉੱਥੇ ਤੜਫੀ ਜਾ ਕਲਪੀ ਜਾ, ਪਰ ਅਸੀਂ ਤੈਨੂੰ ਘਰ ਨਹੀਂ, ਕਿ ਸਾਡੀ ਬਦਨਾਮੀ ਹੋਏਗੀ। ਉਹੀ ਹੈ ਕਿ ਅਸੀਂ ਆਪਣੇ ਬੱਚੇ 'ਚੋਂ ਕੌਨਫੀਡੈਂਸ ਹੀ ਨਹੀਂ ਸ਼ੋ ਕਰਦੇ ਜਾਂ ਅਸੀਂ ਉਸਨੂੰ ਹੌਸਲਾ ਹੀ ਨਹੀਂ ਦਿੰਦੇ ਕਿ ਅਸੀਂ ਤੇਰੇ ਨਾਲ ਖੜੇ ਹਾਂ। ਤੇ ਉਹ ਜਦੋਂ ਦੇਖਦੀਆਂ ਨੇ, ਉਹ ਜਦੋਂ ਆਪਦੇ ਘਰਦਿਆਂ ਨੂੰ ਵੀ ਕਹਿੰਦੀਆਂ ਹੋਣਗੀਆਂ ਕਿ ਹਾਂਜੀ ਕਿ ਸਾਡੇ ਨਾਲ ਇਸ ਤਰ੍ਹਾਂ ਹੋ ਰਿਹਾ, ਤਾਂ ਫੈਮਿਲੀ ਵੀ ਇਹੀ ਕਹਿੰਦੀ ਹੋਏਗੀ ਕਿ ਬੇਟੇ ਸਹਿ ਲਓ, ਤੁਸੀਂ ਸੌਟ ਆਊਟ ਕਰ ਲਓ, ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਇਸ ਚੀਜ਼ ਨੂੰ ਸੌਟ ਆਊਟ ਕਰ ਲਓ। ਜਦੋਂ ਫੈਮਿਲੀ ਦੀ ਸਪੋਰਟ ਨਹੀਂ ਹੁੰਦੀ ਉਸ ਟਾਈਮ ਹੀ ਤੁਸੀਂ ਕਮਜ਼ੋਰ ਪੈਂਦੇ ਹੋ। ਮੈਨੂੰ ਇਹ ਲੱਗਦਾ ਹੈ ਕਿ ਜੇ ਮੈਂ ਹਮੇਸ਼ਾ ਹੀ ਆਪਣੀ ਫੈਮਿਲੀ ਨੂੰ ਇੱਕ ਬਹੁਤ ਵੱਡੀ ਸਪੋਰਟ ਪਾਇਆ ਹੈ, ਆਪਣੀ ਮੇਰੇ ਪਹਿਲਾਂ ਡੈਡ ਸੀ, ਮੰਮੀ ਸੀ, ਹੁਣ ਮੇਰਾ ਬ੍ਰਦਰ ਹੈ, ਉਹ ਹਮੇਸ਼ਾ ਹੀ ਸਪੋਰਟ ਕਰਦੇ ਨੇ ਕਿ ਹਾਂਜੀ ਜੋ ਤੇਰਾ ਦਿਲ ਕਰਦਾ ਹੈ, ਜੇ ਤੈਨੂੰ ਆਪਣੀ ਜ਼ਿੰਦਗੀ ਵਿੱਚ ਇਹ ਫੈਸਲਾ ਸਹੀ ਲੱਗਦਾ ਹੈ ਤੂੰ ਕਰ, ਤੇਰੀ ਜ਼ਿੰਦਗੀ ਹੈ, ਤੂੰ ਆਪਣੇ ਤਰੀਕੇ ਨਾਲ ਜੀ। ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਕੁਝ ਗਲਤ ਵੀ ਕਰ ਸਕਦੀ ਹਾਂ, ਜਿੱਥੇ ਮੈਂ ਗਲਤ ਹੋਵਾਂਗੀ ਉਹ ਮੈਨੂੰ ਕਹਿਣਗੇ ਕਿ ਤੂੰ ਇੱਥੇ ਗਲਤ ਹੈ, ਪਰ ਇਹ ਕਹਿਣਾ ਕਿ ਹਾਂ ਸਾਨੂੰ ਤੇਰੇ ਤੇ ਯਕੀਨ ਹੈ, ਤੂੰ ਵੱਧ ਅੱਗੇ, ਅਸੀਂ ਤੇਰੇ ਨਾਲ ਖੜੇ ਹਾਂ, ਬਹੁਤ ਵੱਡੀ ਗੱਲ, ਬਹੁਤ ਜ਼ਰੂਰੀ ਹੈ। ਹਾਂਜੀ, ਮੇਰੇ ਪਰਿਵਾਰ ਵਿੱਚ ਜੋ ਰਿਸਟ੍ਰਿਕਸ਼ਨਸ ਮੇਰੇ ਤੇ ਸੀਗੀਆਂ ਉਹ ਮੇਰੇ ਬ੍ਰਦਰ ਤੇ ਵੀ ਸੀ। ਜੇ ਰਾਤ ਨੂੰ ਮੈਂ ਬਾਹਰ ਨਹੀਂ ਜਾ ਸਕਦੀ ਤਾਂ ਮੇਰਾ ਬ੍ਰਦਰ ਵੀ ਨਹੀਂ ਜਾ ਸਕਦਾ ਸੀ। ਉਹ ਵੱਡਾ ਹੋਇਆ, ਉਹ ਜਾਣ ਲੱਗ ਗਿਆ ਦੋਸਤਾਂ ਕੋਲ, ਜਦੋਂ ਉਹਨੇ ਜੌਬ ਜੁਆਇਨ ਕਰ ਲਈ ਤਾਂ ਮੰਮੀ ਉੱਥੇ ਵੀ ਰੌਲਾ ਪਾਉਂਦੇ ਹੁੰਦੇ ਸੀ, ਨਹੀਂ ਜਾਣਾ ਮਤਲਬ ਨਹੀਂ ਜਾਣਾ, ਤੂੰ ਇਸ ਟਾਈਮ ਤੱਕ ਮੈਨੂੰ ਘਰ ਵਾਪਸ ਚਾਹੀਦਾ। ਤੇ ਸਾਡੇ ਪਰਿਵਾਰ ਵਿੱਚ ਜਦੋਂ ਮੈਂ ਉਹ ਵਿਤਕਰਾ ਨਹੀਂ ਦੇਖਿਆ, ਜੋ ਵੀ ਮੇਰੇ ਅੰਦਰ ਬੋਲਡਨੈਸ ਹੈ ਜਾਂ ਮੇਰੇ ਅੰਦਰ ਜੋ ਵੀ ਕੌਨਫੀਡੈਂਸ ਹੈ ਉਹ ਮੇਰੇ ਪਰਿਵਾਰ ਦਾ ਹੀ ਦਿੱਤਾ ਹੋਇਆ ਹੈ। ਜੀ ਸੰਦੀਪ ਜੀ, ਮੇਰੇ ਨਾ ਇੱਕ ਜਾਣਕਾਰ ਨੇ, ਬਜ਼ੁਰਗ ਨੇ ਆਂਟੀ ਉਹ ਇਸ ਵੇਲੇ, ਤੇ ਉਹ ਇੱਕ ਦਿਨ ਮੇਰੇ ਨਾਲ ਗੱਲ ਕਰ ਰਹੇ ਸੀ ਤੇ ਉਹ ਕਹਿੰਦੇ ਕਿ ਮੈਂ ਨਾ ਜਦੋਂ ਤੁਹਾਡੇ ਪ੍ਰੋਗਰਾਮ ਸੁਣਦੀ ਹਾਂ ਤਾਂ ਮੈਨੂੰ ਕਹਿੰਦੇ ਕਿ ਬੜਾ ਚੰਗਾ ਲੱਗਦਾ ਕਿ ਤੁਹਾਡੇ ਕੋਲ ਤੁਹਾਡੀ ਗੱਲ ਕਹਿਣ ਦਾ ਹੱਕ ਹੈ, ਤੁਸੀਂ ਆਪਣੀ ਗੱਲ ਸੁਣ ਪਾ ਰਹੇ ਹੋ, ਹੈ ਨਾ। ਉਹਨਾਂ ਨੇ ਸਾਰੀ ਜ਼ਿੰਦਗੀ ਬਹੁਤ ਔਖ 'ਚ ਕੱਟੀ ਹੈ, ਹੁਣ ਉਹਨਾਂ ਦੇ ਬੱਚੇ ਵੱਡੇ ਹੋ ਗਏ ਨੇ, ਜ਼ਿੰਦਗੀ ਸੁਧਰ ਗਈ ਆ ਉਹਨਾਂ ਦੀ, ਹੈ ਨਾ, ਸਭ ਕੁਝ ਸੀ ਘਰ ਦੇ ਵਿੱਚ, ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਸੀ, ਪਰ ਘਰੇਲੂ ਹਿੰਸਾ ਦਾ ਉਹ ਸ਼ਿਕਾਰ ਰਹੇ, ਬਹੁਤ ਜ਼ਿਆਦਾ ਉਹਨਾਂ ਨੇ ਕੁੱਟਮਾਰ ਜਿਹੜੀ ਆ ਉਹ ਝੱਲੀ ਹੈ ਨਾ। ਤੇ ਉਹ ਕਹਿੰਦੇ ਕਿ ਇੱਕ ਵਾਰ ਉਹਨਾਂ ਦੇ ਵਿਆਹ ਨੂੰ ਜਦੋਂ ਥੋੜ੍ਹਾ ਹੀ ਵੇਲਾ ਹੋਇਆ ਸੀ ਤਾਂ ਕਹਿੰਦੇ ਕਿ ਮੈਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਮੇਰੇ ਇਨ-ਲॉज ਦੇ ਵੱਲੋਂ, ਤੇ ਕਹਿੰਦੇ ਕਿ ਮੇਰੇ ਜਿਹੜੇ ਉਹਨਾਂ ਦੇ ਪੇਰੈਂਟਸ ਸੀਗੇ ਉਹ ਇਨ-ਲॉज ਦੇ ਮੁਕਾਬਲੇ ਉਨੇ ਸਮਰੱਥ ਨਹੀਂ ਸੀਗੇ, ਤੇ ਕਹਿੰਦੇ ਕਿ ਮੇਰੇ ਫਾਦਰ ਥੋੜ੍ਹੇ ਪੜ੍ਹੇ ਲਿਖੇ ਸੀ, ਉਹਨਾਂ ਨੂੰ ਜਿੰਨਾ ਵੀ ਪਤਾ ਸੀ, ਉਸ ਵੇਲੇ ਜਿਹੜੇ ਪ੍ਰਧਾਨ ਮੰਤਰੀ ਸੀ ਸ਼੍ਰੀਮਤੀ ਇੰਦਰਾ ਗਾਂਧੀ ਜੀ, ਕਹਿੰਦੇ ਕਿ ਮੇਰੇ ਫਾਦਰ ਸਾਹਿਬ ਨੇ ਉਹਨਾਂ ਨੂੰ ਚਿੱਠੀ ਲਿਖਤੀ ਕਿ ਮੇਰੀ ਕੁੜੀ ਨੂੰ ਬਹੁਤ ਤੰਗ ਕੀਤਾ ਜਾ ਰਿਹਾ ਹੈ। ਤੇ ਕਹਿੰਦੇ ਕਿ 2 ਪੁਲਿਸ ਮੁਲਾਜ਼ਮ ਥੋੜ੍ਹੇ ਦਿਨ ਬਾਅਦ ਸਾਡੇ ਘਰੇ ਆਏ, ਤੇ ਕਹਿੰਦੇ ਕਿ ਉਹਨਾਂ ਨੇ ਘਰੇ ਆ ਕੇ ਪੁੱਛਿਆ, ਨਾਮ ਪੁੱਛਿਆ ਉਹਨਾਂ ਦਾ ਕਿ ਤੁਸੀਂ ਹੋ, ਤੇ ਕਹਿੰਦੇ ਕਿ ਫਿਰ ਕਿਹਾ ਕਿ ਦੱਸੋ ਤੁਹਾਨੂੰ ਕੌਣ ਪਰੇਸ਼ਾਨ ਕਰਦਾ ਹੈ ਨਾ। ਤੇ ਕਹਿੰਦੇ ਕਿ ਮੇਰੇ ਮਦਰ ਮੇਰੇ ਅੱਗੇ ਹੱਥ ਬੰਨ੍ਹ ਕੇ ਖੜ ਗਏ ਪਿਛਲੇ ਕਮਰੇ ਦੇ ਵਿੱਚ ਮੈਨੂੰ ਲਿਜਾ ਕੇ, ਹੈ ਨਾ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੇਰੇ ਅੱਗੇ ਹੱਥ ਬੰਨ੍ਹਦੀਆਂ, ਇਹਨਾਂ ਨੂੰ ਕੁਛ ਵੀ ਨਾ ਕਹੀਂ ਕਿ ਤੇਰੇ ਪਿਓ ਨੇ ਐਵੇਂ ਹੀ ਜਜ਼ਬਾਤੀ ਹੋ ਕੇ ਚਿੱਠੀ ਲਿਖਤੀ, ਹੈ ਨਾ। ਤੇ ਕਹਿੰਦੇ ਕਿ ਮੈਂ ਉਸ ਵੇਲੇ ਆਪਣੇ ਮਾਂ ਪਿਓ ਦੀ ਇੱਜ਼ਤ ਮੇਰੇ ਹੱਥ ਦੇ ਵਿੱਚ ਸੀ, ਹੈ ਨਾ। ਮੈਨੂੰ ਉਹਨਾਂ ਦੀ ਇਹ ਗੱਲ ਸੁਣ ਕੇ ਨਾ ਮੈਨੂੰ ਖੁਦ ਨੂੰ ਇਹ ਮਹਿਸੂਸ ਹੋਇਆ ਕਿ ਅਸੀਂ ਸਿਰਫ ਸੁਣਦੇ ਹਾਂ ਕਿ ਔਰਤ ਦੀ ਦੁਸ਼ਮਣ ਨਹੀਂ ਹੈ, ਪਰ ਉਹ ਉਹਨੂੰ ਮਾਨਸਿਕ ਤੌਰ 'ਤੇ ਇਸ ਤਰ੍ਹਾਂ ਦਾ ਜਾਂ ਉਹਦੇ ਵਿੱਚ ਕੋਈ ਸਮਾਜਿਕ ਪ੍ਰੈਸ਼ਰ ਆ ਉਹਦੇ ਪਿੱਛੇ ਜਾਂ ਕੀ ਹੈ ਨਾ, ਕਿ ਜਿੱਥੇ ਕਿਤੇ ਮਰਦ ਕੁਝ ਕਰ ਸਕਦਾ ਏ ਜਾਂ ਕਰ ਰਿਹਾ ਉਹਦੇ ਲਈ, ਹੈ ਨਾ, ਉੱਥੇ ਵੀ ਰੋਕ ਦਿੱਤਾ ਜਾਂਦਾ ਉਸ ਚੀਜ਼ ਨੂੰ, ਉੱਥੇ ਵੀ ਦਬਾ ਦਿੱਤਾ ਜਾਂਦਾ ਹੈ। ਤੇ ਇਹ ਸਿਲਸਿਲਾ ਉਹਨਾਂ ਦੇ ਨਾਲ ਜੋ ਹੋਇਆ ਉਹ ਆਖਰੀ ਨਹੀਂ ਸੀ, ਹੈ ਨਾ। ਅੱਜ ਤੱਕ ਬਹੁਤ ਸਾਰੀਆਂ ਜਿਹੜੀਆਂ ਮਹਿਲਾਵਾਂ ਉਹ ਸਭ ਕੁਝ ਚੱਲ ਰਹੀਆਂ ਨੇ, ਇਹਨਾਂ ਦੇ ਨਾਲ ਇਹ ਸਭ ਕੁਝ ਹੋ ਰਿਹਾ ਹੈ। ਤੁਹਾਡੀ ਜ਼ਿੰਦਗੀ, ਤੁਸੀਂ ਮੈਨੂੰ ਜੋ ਜਿੰਨਾ ਕੁ ਮੈਂ ਤੁਹਾਨੂੰ ਜਾਣਦੀ ਹਾਂ, ਹੈ ਨਾ, ਬਹੁਤ ਤੁਸੀਂ ਬੋਲਡ ਹੋ, ਖੁੱਲ੍ਹ ਕੇ ਜ਼ਿੰਦਗੀ ਨੂੰ ਜਿਉਂਦੇ ਹੋ, ਮਾਣਦੇ ਹੋ ਨਾ। ਅਖੀਰ 'ਚ ਤੁਹਾਨੂੰ ਇੱਕ ਗੱਲ ਪੁੱਛਾਂਗੀ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਕਾਸ਼ ਹੈ ਕਿ ਕਾਸ਼ ਐਵੇਂ ਹੁੰਦਾ ਤਾਂ ਜਾਂ ਇਹ ਹੁੰਦਾ? ਦੇਖੋ, ਮੇਰੀ ਜ਼ਿੰਦਗੀ ਦਾ ਕਾਸ਼ ਸਿਰਫ ਇਹ ਹੈ ਕਿ ਕਾਸ਼ ਅੱਜ ਡੈਡੀ ਹੁੰਦੇ। ਸ਼ਾਇਦ ਉਹ ਮੇਰਾ ਤੇ ਮੇਰੇ ਭਰਾ ਦਾ ਦੋਨਾਂ ਦਾ ਹੀ ਹੈ, ਕਾਸ਼ ਅੱਜ ਡੈਡੀ ਹੁੰਦੇ। ਕਿ ਅਸੀਂ ਜਦੋਂ ਮਤਲਬ 2013 ਵਿੱਚ
ਉਹ ਗਏ ਨੇ ਫਰਵਰੀ 2013 ਵਿੱਚ ਗਏ ਨੇ। ਮਾਰਚ 2013 ਵਿੱਚ ਮੇਰੇ ਬ੍ਰਦਰ ਦੀ ਜੌਬ ਲੱਗੀ। ਉਹਨਾਂ ਨੂੰ ਬਸ ਇੰਨਾ ਪਤਾ ਸੀ ਕਿ ਇਹਦੀ ਨੌਕਰੀ ਲੱਗ ਜਾਣੀ ਹੈ। ਮਾਰਚ 2013 ਵਿੱਚ ਹੀ ਮੇਰੀ PhD ਕੰਪਲੀਟ ਹੋਈ। ਉਹਨਾਂ ਦਾ ਇੱਕ ਸੁਪਨਾ ਸੀ ਕਿ ਮੇਰੇ ਬੱਚਿਆਂ ਨੂੰ ਮੈਂ ਕਾਮਯਾਬ ਹੁੰਦੇ ਦੇਖਾਂ। ਮੇਰੀ PhD ਪੂਰਾ ਹੋਣ, ਮਤਲਬ ਮੈਂ PhD ਆਪਣੇ ਲਈ ਤਾਂ ਕੀਤੀ ਹੀ ਕੀਤੀ, ਬਟ ਮੇਰੇ ਪਿਤਾ ਜੀ ਦਾ ਸੁਪਨਾ ਸੀ ਕਿ ਮੇਰਾ ਬੱਚਾ ਉੱਚੀ ਤੋਂ ਉੱਚੀ ਸਿੱਖਿਆ ਗ੍ਰਹਿਣ ਕਰੇ। ਤਾਂ ਉਹ ਸੁਪਨੇ ਅਸੀਂ ਉਹਨਾਂ ਦੇ ਜਿਹੜੇ, ਕਾਸ਼ ਉਹ ਆਪਣੀ ਅੱਖਾਂ ਨਾਲ ਉਹਨਾਂ ਦੇ ਸਾਹਮਣੇ ਇਹ ਸੁਪਨੇ ਪੂਰੇ ਹੁੰਦੇ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ। ਉਹ ਦੇਖਦੇ ਕਿ ਮੇਰੇ ਬੱਚੇ ਅੱਜ ਮੇਰੇ ਨਾਮ ਨੂੰ ਅੱਗੇ ਲੈ ਕੇ ਜਾ ਰਹੇ ਨੇ। ਸਾਡੀ ਜ਼ਿੰਦਗੀ ਦਾ ਕਾਸ਼, ਮੇਰਾ ਤੇ ਮੇਰੇ ਭਰਾ ਦੋਨਾਂ ਦੀ ਜ਼ਿੰਦਗੀ ਦਾ ਕਾਸ਼ ਇਹੀ ਹੈ, ਕਾਸ਼ ਅੱਜ ਉਹ ਹੁੰਦੇ। ਮੈਂ ਜ਼ਿੰਦਗੀ 'ਚ ਸਿਰਫ 2 ਬੰਦਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਦੇਣਾ ਚਾਹੁੰਦੀ ਸੀ, ਇੱਕ ਮੇਰੇ ਪਿਤਾ ਜੀ, ਇੱਕ ਮੇਰੇ ਨਾਨੀ ਜੀ। ਮੇਰੇ ਬਰਥ ਤੋਂ 6 ਮਹੀਨੇ ਪਹਿਲਾਂ ਨਾਨਾ ਜੀ ਦੀ ਡੈਥ ਹੋ ਗਈ ਸੀ ਰੋਡ ਐਕਸੀਡੈਂਟ ਦੇ ਵਿੱਚ। ਤਾਂ ਮੇਰੀ ਨਾਨੀ ਨੇ, ਮਤਲਬ ਮੇਰੇ ਮੰਮੀ ਹੋਣੀ 4 ਭੈਣ ਭਰਾ ਨੇ, 2 ਭੈਣਾਂ 2 ਭਰਾ, ਤੇ ਸਿਰਫ ਮੰਮੀ ਮੈਰਿਡ ਸੀ। ਤੇ ਨਾਨੀ ਜੀ ਨੇ ਉਸ ਤੋਂ ਬਾਅਦ ਆਪਣੇ ਬਾਕੀ 3 ਬੱਚਿਆਂ ਨੂੰ ਪਾਲਿਆ, ਉਹਨਾਂ ਨੂੰ ਵੱਡੇ ਕੀਤਾ, ਵਿਆਹ ਕੀਤੇ ਜਾਂ ਕੁਝ ਵੀ ਹੈ, ਪਰ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਸਟਰਗਲ ਕੀਤੀ। ਤੇ ਉਹਨਾਂ ਦਾ ਇੱਕ ਬਹੁਤ ਵੱਡਾ ਸਹਾਰਾ ਸੀ। ਮਤਲਬ ਇੱਕ ਹੁੰਦੀ ਹੈ ਕਿ ਮੈਂਟਲ ਸਪੋਰਟ ਹੁੰਦੀ ਹੈ ਕਿ ਨਾਨੀ ਬੈਠੀ ਹੈ। ਵੈਸੇ ਵੀ ਨਾਨੀਆਂ ਦਾਦੀਆਂ ਨਾਲ ਤੁਹਾਡਾ ਪਿਆਰ ਬਹੁਤ ਜ਼ਿਆਦਾ ਹੁੰਦਾ, ਤੇ ਉਹਨਾਂ ਦੋਨਾਂ ਨੂੰ ਮੈਂ ਬਹੁਤ ਜ਼ਿਆਦਾ ਖੁਸ਼ੀ ਦੇਣਾ ਚਾਹੁੰਦੀ ਸੀ। ਬਸ ਮੇਰੀ ਜ਼ਿੰਦਗੀ ਦਾ ਕਾਸ਼ ਸਿਰਫ ਉਹ ਨੇ। ਵਿਆਹ ਹੋਇਆ ਨਹੀਂ ਹੋਇਆ, ਐਵੇਂ ਹੋ ਜਾਂਦਾ ਉਵੇਂ ਹੋ ਜਾਂਦਾ, ਉਹ ਕੁਝ ਵੀ ਮੇਰੇ ਲਈ ਮੈਟਰ ਨਹੀਂ ਕਰਦਾ। ਜਾਂ ਲੋਕ ਕੀ ਕਹਿਣਗੇ, ਜਿਹੜੀ ਕਿ ਗੱਲ ਤੁਸੀਂ ਪਹਿਲਾਂ ਕਹਿ ਰਹੇ ਸੀ, ਸਾਡਾ ਸਮਾਜ ਚੱਲਦਾ ਹੀ ਇਹਨਾਂ ਗੱਲਾਂ 'ਤੇ ਕਿ ਲੋਕ ਕੀ ਕਹਿਣਗੇ। ਜਦੋਂ ਤੁਸੀਂ ਤਕਲੀਫ ਵਿੱਚ ਹੁੰਦੇ ਹੋ ਤਾਂ ਉਹ 4 ਲੋਕ ਜਿਹਨਾਂ ਦੇ ਬਾਰੇ ਸੋਚ ਕੇ ਤੁਸੀਂ ਉਹ ਤਕਲੀਫ ਚੱਲ ਰਹੇ ਹੋ, ਕਦੇ ਤੁਹਾਡੇ ਨਾਲ ਨਹੀਂ ਹੁੰਦੇ। ਤੁਸੀਂ ਜੋ ਵੀ ਕਰਨਾ ਹੈ, ਤੁਹਾਡੀ ਜ਼ਿੰਦਗੀ ਦਾ ਸੁੱਖ ਦੁੱਖ ਤੁਸੀਂ ਖੁਦ ਝੇਲਣਾ। ਲੋਕ ਕੌਣ ਲਈ? ਤੁਹਾਡੇ ਲਈ ਮੈਂ ਲੋਕ ਹਾਂ, ਮੇਰੇ ਲਈ ਤੁਸੀਂ ਲੋਕ ਹੋ ਜੀ। ਠੀਕ ਹੈ ਨਾ? ਜਦੋਂ ਤੁਹਾਨੂੰ ਤਕਲੀਫ ਹੋਏਗੀ ਉੱਥੇ ਮੈਂ ਨਹੀਂ ਖੜਾਂਗੀ, ਤੁਹਾਡੇ ਆਪਣੇ ਹੀ ਖੜਨਗੇ, ਲੋਕ ਨਹੀਂ ਖੜਨਗੇ। ਤਾਂ ਇਸ ਕਰਕੇ ਜੇ ਅਸੀਂ ਇਹ ਨਾ ਸੋਚੀਏ ਕਿ ਲੋਕ ਕੀ ਕਹਿਣਗੇ, ਤੇ ਆਪਣੀ ਜ਼ਿੰਦਗੀ ਉਹੀ ਹੈ ਕਿ ਗਲਤ ਨਾ ਕਰੋ, ਗਲਤ ਰਸਤੇ ਤੇ ਨਾ ਚੱਲੋ, ਪਰ ਸਹੀ ਰਸਤੇ ਤੇ ਚੱਲਣ ਲੱਗੇ ਇਹ ਨਾ ਸੋਚੋ ਕਿ ਲੋਕ ਕੀ ਕਹਿਣਗੇ। ਕਿਸੇ ਨੇ ਤੁਹਾਡੇ ਨਾਲ ਨਹੀਂ ਖੜਨਾ। ਅਖੀਰ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਆਪਣਾ ਹੌਸਲਾ, ਤੁਹਾਡਾ ਆਪਣਾ ਆਤਮ ਵਿਸ਼ਵਾਸ ਹੈ ਜਿਹੜਾ ਤੁਹਾਡੇ ਨਾਲ ਖੜਦਾ ਜੀ। ਮੈਨੂੰ ਚੰਗੀ ਤਰ੍ਹਾਂ ਤਾਂ ਯਾਦ ਨਹੀਂ ਹੈ, ਪਰ ਉਹ ਕਹਿੰਦੇ ਨੇ ਕਿ ਮੈਂ ਅਕੇਲਾ ਹੀ ਚਲਾ ਥਾ, ਲੋਕ ਜੁੜਤੇ ਗਏ, ਕਾਰਵਾਂ ਬਣਤਾ ਗਿਆ। ਜਿਵੇਂ ਜਿਵੇਂ ਤੁਸੀਂ ਅੱਗੇ ਵੱਧਦੇ ਜਾਂਦੇ ਹੋ, ਲੋਕ ਆਪਣੇ ਆਪ ਤੁਹਾਡੇ ਨਾਲ ਜੁੜਨਾ ਸ਼ੁਰੂ ਹੋ ਜਾਂਦੇ ਨੇ। ਤੁਹਾਡਾ ਹੌਸਲਾ ਦੇਖ ਕੇ ਹਰ ਕੋਈ ਤੁਹਾਡੇ ਨਾਲ ਹੀ ਖੜਦਾ ਹੈ ਫਿਰ। ਪਰ ਜੇ ਤੁਹਾਡੇ ਅੰਦਰ ਹੀ ਹੌਸਲਾ ਨਹੀਂ ਹੈ ਤਾਂ ਕੋਈ ਕੁਝ ਨਹੀਂ ਕਰ ਸਕਦਾ ਜੀ। ਸੰਦੀਪ ਜੀ, ਜ਼ਿੰਦਗੀ 'ਚੋਂ ਜਦੋਂ ਕੋਈ ਚਲਾ ਜਾਂਦਾ ਹੈ ਨਾ, ਉਸ ਇਨਸਾਨ ਦੀ ਕਮੀ ਨੂੰ, ਉਸ ਖਲਾ ਨੂੰ ਕਦੇ ਵੀ ਪੂਰਿਆ ਨਹੀਂ ਜਾ ਸਕਦਾ। ਪਰ ਤੁਹਾਡੇ ਪਿਤਾ ਜੀ ਨੇ ਜੋ ਵੀ ਤੁਹਾਡੇ ਲਈ ਸੁਪਨੇ ਲਏ ਸੀ, ਜੋ ਉਹਨਾਂ ਨੇ ਤੁਹਾਡੇ ਭਵਿੱਖ ਲਈ ਸੋਚਿਆ, ਤੁਸੀਂ ਉਹ ਸਭ ਕੁਝ ਕੀਤਾ ਹੈ ਤੇ ਤੁਸੀਂ ਬਿਲਕੁਲ ਉਸੇ ਤਰ੍ਹਾਂ ਜ਼ਿੰਦਗੀ ਜੀ ਰਹੇ ਹੋ ਜਿਸ ਤਰ੍ਹਾਂ ਉਹ ਤੁਹਾਨੂੰ ਬਣਾਉਣਾ ਚਾਹੁੰਦੇ ਸੀ ਜੀ। ਬਿਲਕੁਲ। ਤੇ ਇਹ ਵੀ ਬਹੁਤ ਮਾਣ ਵਾਲੀ ਗੱਲ ਹੈ ਕਿ ਤੁਸੀਂ ਉਹਨਾਂ ਦੇ ਸਾਰੇ ਸੁਪਨਿਆਂ ਨੂੰ ਜਿਉਂਦੇ ਰੱਖਿਆ, ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕੀਤਾ। ਤੁਹਾਡੇ ਨਾਲ ਗੱਲ ਕਰਕੇ ਸਾਡੇ ਦਰਸ਼ਕ ਜਿਹੜੇ ਨੇ ਉਹ ਬਹੁਤ ਤੁਹਾਡੀ ਗੱਲ ਸੁਣ ਕੇ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਤੁਸੀਂ ਸਾਡੇ ਸਟੂਡੀਓ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਰਣਦੀਪ, ਮੈਨੂੰ ਆ ਕੇ ਤੁਹਾਡੇ ਸਟੂਡੀਓ ਵਿੱਚ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਖੁਸ਼ੀ ਮਿਲੀ। ਤੇ ਮੈਂ ਤੁਹਾਨੂੰ ਇਸ ਗੱਲ ਲਈ ਸਪੈਸ਼ਲੀ ਥੈਂਕ ਯੂ ਬੋਲਾਂਗੀ ਕਿ ਤੁਸੀਂ ਮੈਨੂੰ ਮੇਰੇ ਡੈਡੀ ਬਾਰੇ ਦੱਸਣ ਵਿੱਚ, ਲੋਕਾਂ ਤੱਕ ਉਹਨਾਂ ਦੀ ਸ਼ਖਸੀਅਤ ਬਾਰੇ ਦੱਸਣ ਵਿੱਚ ਜਿਹੜੀ ਮਦਦ ਕੀਤੀ ਹੈ, ਜੋ ਕਿ ਮੈਂ ਹਮੇਸ਼ਾ ਚਾਹੁੰਦੀ ਸੀ ਕਿ ਮੈਂ ਦੁਨੀਆ ਨੂੰ ਦੱਸਾਂ ਕਿ ਮੇਰੇ ਡੈਡੀ ਕਿੰਨੇ ਚੰਗੇ ਸੀ, ਕਿੰਨੇ ਮਤਲਬ ਉੱਚੀ ਸੋਚ ਦੇ ਮਾਲਕ ਸੀ ਉਹ। ਤੇ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਸੋ ਦਰਸ਼ਕੋ, ਇਸ ਗੱਲਬਾਤ ਤੋਂ ਇੱਕ ਗੱਲ ਇਹੀ ਨਿਕਲ ਕੇ ਆਉਂਦੀ ਹੈ ਕਿ ਗਲਤ ਜੋ ਹੈ ਉਹ ਗਲਤ ਹੀ ਹੈ, ਚਾਹੇ ਉਹ ਕਿਸੇ ਵੱਲੋਂ ਵੀ ਕੀਤਾ ਜਾ ਰਿਹਾ ਹੋਵੇ। ਸੋ ਗਲਤ ਨੂੰ ਸਾਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਾ ਚਾਹੀਦਾ। ਤੇ ਖਾਸ ਕਰਕੇ ਮਾਵਾਂ ਦਾ ਇਹ ਫਰਜ਼ ਹੈ ਕਿ ਉਹ ਆਪਣੀਆਂ ਧੀਆਂ ਨੂੰ ਸਹੀ ਤੇ ਗਲਤ ਦੀ ਪਹਿਚਾਣ ਕਰਨਾ ਜ਼ਰੂਰ ਸਿਖਾਉਣ, ਤੇ ਇਹ ਵੀ ਦੱਸਣ ਕਿ ਜੇ ਗਲਤ ਹੋ ਰਿਹਾ ਤਾਂ ਉਹਦੇ ਲਈ ਆਵਾਜ਼ ਉਠਾਉਣੀ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਹੁੰਦਾ ਹੈ। ਹੁਣ ਦਿਓ ਇਜਾਜ਼ਤ।